ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ। ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜੁੜੇ ਨੇ ਟਿਵਾਣਾ ਰੇਡੀਓ ਦੀਆਂ ਤਰੰਗਾਂ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਅਤੇ ਇਸ ਦੌਰਾਨ ਤੁਸੀਂ ਜਿਹੜੇ ਆਪਣੇ ਵੱਖ-ਵੱਖ ਮਾਧਿਅਮ ਨੇ, ਪਲੀਜ਼ ਬੇਨਤੀ ਹੈ ਕਿ ਜੇ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਤਾਂ ਸਾਰੇ ਸਾਧਨਾਂ ਨਾਲ ਜੁੜੇ ਰਿਹਾ ਕਰੋ। ਵੈਸੇ ਵੀ ਆਪਸ਼ਨ ਪਤਾ ਨਹੀਂ ਕਿਹੜੇ ਕਿਹੜੇ ਰੱਖਣੇ ਪੈ ਜਾਣ, ਕਿਉਂਕਿ ਇੱਕ ਮੀਡੀਆ 'ਤੇ ਮੁਨਸਰ ਨਹੀਂ ਕਰਨਾ ਚਾਹੀਦਾ ਜਿਵੇਂ ਉਸੇ ਤਰ੍ਹਾਂ ਇੱਕ ਸਾਧਨ 'ਤੇ ਵੀ ਮੁਨਸਰ ਨਿਰਭਰ ਨਹੀਂ ਕਰਨਾ ਚਾਹੀਦਾ। ਇਹ ਨਹੀਂ ਕਿ ਦੋ ਬੇੜੀਆਂ ਦਾ ਸਵਾਦ ਡੁੱਬ ਜਾਂਦਾ ਹੈ। ਸੋ ਕਈ ਵਾਰੀ ਆਪਸ਼ਨ ਰੱਖ ਲੈਣੀ ਚਾਹੀਦੀ ਹੈ ਐਕਸਟਰਾ। ਅਤੇ ਇਸ ਕਰਕੇ ਜਿਹੜਾ ਆਪਣਾ ਮੇਰਾ ਪਰਮਿੰਦਰ ਸਿੰਘ ਟਿਵਾਣਾ ਦਾ ਫੇਸਬੁੱਕ ਪੇਜ ਸੀ, ਉਸ 'ਤੇ ਲਾਈਵ ਦੀ ਦਿੱਕਤ ਹੈ, ਹੁਣ ਨਹੀਂ ਕਰ ਸਕਾਂਗੇ ਮਹੀਨਾ 20 ਦਿਨ ਜਦੋਂ ਤੱਕ ਬੈਨ ਰੱਖਦੇ ਆ। ਹਾਂ, ਜਿਹੜਾ ਆਪਣਾ ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ ਸੀਗਾ ਉਸ 'ਤੇ ਆਪਾਂ ਅੱਜ ਲਾਈਵ ਕਰ ਰਹੇ ਹਾਂ। ਉਹਦੇ 'ਤੇ ਸੰਗਤ ਆਪਣੀ ਹੈਗੀ ਥੋੜ੍ਹੀ 800-700 ਬੰਦਿਆਂ ਨੇ ਲਾਈਕ ਕੀਤਾ, ਮਿੱਤਰਾਂ ਨੇ, ਧੰਨਵਾਦ ਹੈ। ਅਤੇ ਇਸ ਕਰਕੇ ਤੁਸੀਂ ਉਸ ਨੂੰ ਹੋਰ ਲਾਈਕ ਕਰੋ ਵੱਧ ਤੋਂ ਵੱਧ। ਬਸ ਇੱਕ ਕਲਿੱਕ ਹੀ ਕਰਨਾ ਹੁੰਦਾ, ਹੋਰ ਤਾਂ ਕੋਈ ਦਿੱਕਤ ਨਹੀਂ ਹੈ, ਪਰ ਅਸੀਂ ਕਈ ਵਾਰੀ ਕਈ ਮਾਮਲਿਆਂ 'ਚ ਘੋਲੇ ਹੁੰਦੇ ਹਾਂ। ਸੋ ਇਸ ਕਰਕੇ ਟਿਵਾਣਾ ਰੇਡੀਓ ਦਾ ਜਿਹੜਾ ਫੇਸਬੁੱਕ ਪੇਜ ਹੈ ਉਸ 'ਤੇ ਇਸ ਵਕਤ ਆਪਾਂ ਲਾਈਵ ਹਾਂ ਜੀ। ਅਤੇ ਉਸ ਪੇਜ ਨੂੰ ਤੁਸੀਂ ਉਸ ਪੇਜ ਦੇ ਜ਼ਰੀਏ ਤੁਸੀਂ ਸੁਣ ਸਕਦੇ ਹੋ, ਅਤੇ ਕਮੈਂਟ ਵੀ ਫੇਸਬੁੱਕ ਵਾਲੇ ਸੱਜਣ ਨੇ ਜਿਹੜੇ ਕਰ ਸਕਦੇ ਨੇ, ਜਿਹੜੇ ਯੂਟਿਊਬ 'ਤੇ ਨਹੀਂ ਜਾਣਾ ਚਾਹੁੰਦੇ ਉਹਨਾਂ ਦੇ ਲਈ ਇਹ ਸੁਵਿਧਾ ਹੈ। ਅਤੇ ਇਸ ਦੇ ਨਾਲ ਟਿਵਾਣਾ ਰੇਡੀਓ ਦਾ ਜਿਹੜਾ ਵੈੱਬ ਪੇਜ ਹੈ tivanaradio.com tivanaradio.com, ਉਸ 'ਤੇ ਵੀ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ। ਉੱਥੇ ਤੁਹਾਨੂੰ ਆਈਫੋਨ 'ਤੇ ਐਂਡਰਾਇਡ ਐਪਸ ਮਿਲਣਗੀਆਂ, ਉਹ ਐਪਸ ਨੇ ਜਿਹੜੀਆਂ ਜ਼ਰੂਰ ਡਾਊਨਲੋਡ ਕਰੋ। ਅਤੇ ਇਸ ਦੇ ਨਾਲ ਉੱਥੇ ਆਪਣਾ ਟਿਵਾਣਾ ਰੇਡੀਓ ਦਾ YouTube ਪੇਜ ਹੈ, ਉਹ ਵੀ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋਗੇ, ਬੈਲ ਆਈਕਨ ਦਬਾਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਅਤੇ ਕਾਲ ਟੂ ਲਿਸਨ ਨੰਬਰ ਹੈ ਜਿਹੜਾ ਸਿਰਫ ਅਮਰੀਕਾ ਦੇ ਵਾਸਤੇ ਹੈ, ਉੱਥੇ ਤੁਸੀਂ ਕਾਲ ਟੂ ਲਿਸਨ ਨੰਬਰ ਹੈ ਜਿਹੜਾ 667 930 9260, ਉਹ ਨੰਬਰ ਨੂੰ ਡਾਇਲ ਕਰਕੇ ਉਸ ਦੇ ਉੱਤੇ ਇਹ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ 98 763 096 55 98763 09655 ਨੰਬਰ 'ਤੇ ਆਪ ਜੀ ਕਾਲ ਕਰ ਸਕਦੇ ਹੋ। ਅਤੇ ਇਹ ਤਾਂ ਸੀ ਆਪਣੇ ਪ੍ਰੋਗਰਾਮਾਂ ਦੀ ਅਪਡੇਟ। ਅਤੇ ਹੁਣ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਜਿਨ੍ਹਾਂ ਦੀ ਬਦੌਲਤ ਅੱਜ ਆਪਾਂ ਇਹਨਾਂ ਆਜ਼ਾਦ ਹਵਾਵਾਂ ਫਿਜ਼ਾਵਾਂ ਨੂੰ ਮਾਣ ਰਹੇ ਹਾਂ। ਸੋਹਣ ਸਿੰਘ ਪੂਨੀ ਸਾਹਿਬ ਹੋਰਾਂ ਨੇ ਇੱਕ ਕਿਤਾਬ ਮੈਨੂੰ ਭੇਜੀ ਸੀ, ਕਈ ਸਾਲ ਹੋ ਗਏ ਨੇ, ਬਹੁਤ ਲੰਮੀ ਚੌੜੀ ਕਿਤਾਬ ਹੈ, ਗਦਰੀ ਬਾਬੇ ਕੈਨੇਡਾ ਦੇ, ਉਹਨਾਂ ਦੇ ਮੁਤਲਕ ਹੈ। 425-30 ਪੇਜ ਦੀ ਇਹ ਕਿਤਾਬ ਹੈ। ਅਤੇ ਉਸ ਕਿਤਾਬ ਦੇ ਵਿੱਚੋਂ ਜਿਹੜੇ ਕੈਨੇਡਾ ਦੇ ਗਦਰੀ ਬਾਬੇ ਨੇ, ਕਿਵੇਂ ਉਸ ਵਕਤ ਉਹਨਾਂ ਨੇ ਤਨ ਮਨ ਧਨ ਦੇ ਨਾਲ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਕੀਤਾ, ਉਹ ਕਹਾਣੀ ਹੈ ਸੋਹਣ ਸਿੰਘ ਪੂਨੀ ਹੋਰਾਂ ਦੀ ਇਸ ਕਿਤਾਬ ਦੇ ਵਿੱਚ। ਸਿੰਘ ਬ੍ਰਦਰ ਦੀ ਕਿਤਾਬ ਹੈ, ਸਮਾਂ ਮਿਲੇ ਜ਼ਰੂਰ ਲੈ ਕੇ ਪੜ੍ਹੋ। ਸੋਹਣ ਸਿੰਘ ਪੂਨੀ ਭਾਵੇਂ ਕਲੀਨ ਸ਼ੇਵ ਨੇ, ਜੋ ਉਹਨਾਂ ਦੀ ਤਸਵੀਰ ਨਜ਼ਰ ਆਉਂਦੀ ਹੈ, ਪਰ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਦਾ ਕਿਸ ਤਰ੍ਹਾਂ ਦਾ ਭੇਸ ਹੈ, ਬੰਦੇ ਦੀ ਸੀਰਤ, ਬੰਦੇ ਦੀ ਸੂਰਤ, ਉਹਦੇ ਵਿੱਚ ਆਪਾਂ ਨਾ ਪੈ ਕੇ ਉਸ ਬੰਦੇ ਦੇ ਕੰਮ ਵੇਖਣੇ ਚਾਹੀਦੇ ਨੇ। ਅਤੇ ਇਸ ਕਰਕੇ ਸੋਹਣ ਸਿੰਘ ਪੂਨੀ ਹੋਰਾਂ ਨੂੰ ਸਜਦਾ ਹੈ ਜਿਹੜਾ ਉਹਨਾਂ ਨੇ ਐਡਾ ਬਾਕਮਾਲ ਕੰਮ ਕੀਤਾ ਹੈ। ਕੈਨੇਡਾ ਦੇ ਗਦਰੀ ਬਾਬਿਆਂ ਬਾਰੇ ਬਹੁਤ ਨਿੱਠ ਕੇ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ। ਅਮਨਦੀਪ ਜੀ, ਸਵਾਗਤ ਹੈ ਤੁਹਾਡਾ, ਵੈਲਕਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ ਅਮਨਦੀਪ ਜੀ? ਬਾਈ ਜੀ ਕੀ ਗੱਲ ਹੋ ਗਈ ਜੀ, ਇੰਨੀਆਂ ਪਾਬੰਦੀਆਂ ਲੱਗ ਗਈਆਂ, ਤੁਸੀਂ ਤਾਂ ਕਦੇ ਖੁੱਲ੍ਹ ਕੇ ਗੱਲ ਵੀ ਨਹੀਂ ਕੀਤੀ ਇਸ ਟੌਪਿਕ ਬਾਰੇ। ਚਲੋ ਐਨੀ ਹਾਓ, ਪਤਾ ਨਹੀਂ ਕਿਹੜੀਆਂ ਕੀ ਹਿਸਾਬ ਕਿਤਾਬ, ਕਿਹੜੀਆਂ ਤਾਕਤਾਂ ਲੱਗੀਆਂ ਹੋਈਆਂ ਨੇ। ਤੇ ਬਾਈ ਜੀ, ਜੇ ਮੌਕਾ ਮਿਲਿਆ, ਤੁਸੀਂ ਜਾਂ ਤੁਹਾਡੇ ਆਪਣੇ ਬਾਈ ਜੀ ਆਉਂਦੇ ਨੇ, ਸੁਰਿੰਦਰ ਬਾਈ ਜੀ, ਉਹਨਾਂ ਨੂੰ ਪੁੱਛੋ ਵੀ ਦਿੱਲੀ ਕਮੇਟੀ ਦੇ ਚੋਣਾਂ ਹੋ ਰਹੀਆਂ, ਉਹਨਾਂ ਦਾ ਕੀ ਹਿਸਾਬ ਕਿਤਾਬ ਆ। ਵੈਸੇ ਮੈਨੂੰ ਇਸ ਬਾਰੇ ਜ਼ਿਆਦਾ ਨੌਲੇਜ ਨਹੀਂ ਗੀ। ਕਹਿੰਦੇ ਜਿਹੜੇ ਸਰਨੇ ਨੇ, ਬਾਕੀ ਤੁਸੀਂ ਵੱਡੇ ਹੋ, ਤੁਹਾਨੂੰ ਵੱਧ ਪਤਾ ਵਾ, ਜੇ ਸਰਨੇ ਕਹਿੰਦੇ ਪੈਸਾ ਨਹੀਂ ਲਾਉਂਦੇ, ਕਹਿੰਦੇ ਮਤਲਬ ਇਮਾਨਦਾਰੀ ਤੌਰ ਤੇ ਵੋਟ ਕਹਿੰਦੇ ਲੈਂਦੇ ਆ, ਕਹਿੰਦੇ ਬੜੀ ਮਿਹਨਤ ਕਰਦੇ ਆ, ਪਰ ਹੁਣ ਸਿਰਸੇ ਹੋਣਾ ਦਾ ਕਹਿੰਦੇ ਵੀ ਕਹਿੰਦੇ ਪਲੜਾ ਭਾਰੀ ਲੱਗ ਰਿਹਾ। ਕਹਿੰਦੇ ਕੁਛ ਜਿਹੜੇ ਮੁੰਡੇ ਛੜਾਏ ਆ 30-35 ਲੱਖ ਰੁਪਇਆ ਬੌਂਡ ਭਰ ਕੇ ਜ਼ਮਾਨਤਾਂ ਕਰਵਾਈਆਂ ਨੇ ਜਿਹੜੀਆਂ ਕਿਸਾਨਾਂ ਦੀਆਂ। ਤੇ
ਇਹਦੇ ਬਾਰੇ ਦੱਸਿਓ ਵੀ ਉੱਥੇ ਹੁਣ ਕੀ ਕਿਹੋ ਜਿਹੀ ਸਥਿਤੀ ਚੱਲ ਰਹੀ ਹੈ। ਵੈਸੇ ਦੇਖਿਆ ਜਾਂਦਾ ਵੈਸੇ ਇਹ ਚੋਣਾਂ ਵੀ ਕਰੋਨਾ ਕਰਕੇ ਮਤਲਬ ਰੱਦ ਹੋ ਹੀ ਸਕਦੀਆਂ ਸੀਗੀਆਂ, ਪਤਾ ਹਾਂ, ਨਹੀਂ ਐਡੀ ਕਿਹੜੀ ਸਮਝੋਂ ਵਿਪਤਾ ਮਾਰੀ ਆ ਪਈ ਹੈ, ਜੀ ਕਿਤੇ ਇਹ। ਵੱਲੋਂ ਗੱਡਾੜਿਆ ਖੜਾ ਸੀਗਾ। ਜੇ ਕਰੋਨਾ ਦਾ ਇਹ ਚੋਣਾਂ ਰੱਦ ਕਰ ਦਿਓ, ਵਿਧਾਨ ਸਭਾ ਨਹੀਂ ਕੀਤੀਆਂ, ਦਿੱਲੀ ਕਮੇਟੀ ਚੋਣਾਂ ਨੇ, ਇੱਕ ਧਾਰਮਿਕ ਚੋਣਾਂ ਨੇ, ਗੁਰਦੁਆਰਿਆਂ ਦੇ ਪ੍ਰਬੰਧ ਦੀਆਂ ਨੇ, ਐਡਾ ਕਿਹੜਾ ਪਹਿਲਾਂ ਵੀ ਤਾਂ ਚੱਲ ਹੀ ਰਿਹਾ, SGPC ਦਾ ਇੰਨਾ ਸਾਲ ਚੱਲ ਰਿਹਾ, ਦਿੱਲੀ ਕਮੇਟੀ ਦਾ ਵੀ ਚੱਲ ਸਕਦਾ ਸੀ। ਪਰ ਹੁਣ ਇਹ ਵੀ ਸੂਤ ਆਉਂਦਾ ਨਾ BJP ਨੂੰ ਵੀ, ਸੰਬੰਧਿਤ ਧਿਰਾਂ ਨੂੰ ਵੀ। ਹਾਂਜੀ ਜੀ, BJP, ਹਾਂਜੀ ਕਹਿ ਸਕਦੇ ਹਾਂ, ਕਿਉਂਕਿ ਸਿਆਸਤ ਆਮ ਸਾਡੇ ਵਰਗਿਆਂ ਦੀ ਸੋਚ ਤੋਂ ਪਰੇ ਹੀ ਆ, ਪਤਾ ਨਹੀਂ ਕੀ ਬਣਨਾ ਕੀ ਨਹੀਂ ਕਿਉਂਕਿ ਬਣਨਾ, ਪਰ ਜੇ ਮੌਕਾ ਅਕਾਲੀ ਮਿਲਿਆ ਦਲ ਨੂੰ ਜ਼ਰੂਰ ਇਸ ਠਿੱਬੀ ਬਾਰੇ ਲਾਉਣਾ ਅਪਡੇਟ ਚਾਹੁੰਦੀ ਹੈ ਜ਼ਰੂਰ ਨਾ ਦਿਓ। ਇਸ ਵਕਤ BJP ਨਾ, ਅਕਾਲੀ ਦਲ ਦੀ ਹਾਂਜੀ ਬਾਂਹ ਹਾਂਜੀ ਮਰੋੜਨਾ ਚਾਹੁੰਦੀ ਹੈ, ਇਸ ਕਰਕੇ ਉਹਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਵਿੱਚ ਉਲਝਾਈ ਰੱਖਣਾ ਚਾਹੁੰਦੀ ਹੈ ਨਾ। ਕਿਉਂਕਿ ਇਸ ਵਕਤ ਜੀ ਕਿਸਾਨ ਜੀ ਜੀ ਅੰਦੋਲਨ ਹੈ, ਦੂਸਰਾ ਬੇਅਦਬੀ ਰਿਪੋਰਟ ਹੈ, ਕਈ ਸਾਰੇ ਮਾਮਲੇ ਨੇ, ਬਾਦਲਾਂ ਦੀ ਤਾਜੀ ਬਦਨਾਮੀ ਹੋ ਰਹੀ ਹੈ, ਅਤੇ ਇਸ ਕਰਕੇ ਉੱਥੇ ਫਿਰ ਜਿਹੜੀਆਂ ਦੂਜੀਆਂ ਧਿਰਾਂ ਨੇ, ਕਿਤੇ ਨਾ ਕਿਤੇ ਉਹਨਾਂ ਨੂੰ ਸਪੋਰਟ ਹੈ ਹੀ ਹੈ BJP ਦੀ, ਇਹ 'ਚ ਕੋਈ ਦੋ ਰਾਵਾਂ ਨਹੀਂ ਹੈ। ਜੀ ਜੀ, ਠੀਕ ਆ ਬਾਈ ਜੀ, ਇੰਨਾ ਹੀ ਸੀਗਾ। ਬਾਕੀ ਬਹੁਤ ਸੋਹਣਾ ਥੈਂਕ ਚੱਲ ਯੂ, ਰਿਹਾ ਪ੍ਰੋਗਰਾਮ ਲਾਈਵ ਤੁਹਾਡਾ, ਮਿਹਰਬਾਨੀ, ਥੈਂਕ ਯੂ ਸੋ ਥੈਂਕ ਯੂ, ਮਚ। ਥੈਂਕ ਯੂ। ਅਮਨਦੀਪ ਤੂਰ ਸਾਹਿਬ ਜੁੜੇ ਸੀਗੇ। ਲਓ ਦੋਸਤੋ, ਹੁਣ ਮੈਂ ਕਈ ਸਾਰੇ ਕਮੈਂਟ ਆਏ ਨੇ। ਸੁਖਜੀਤ ਦੀ ਇੰਟਰਵਿਊ ਕੋਸ਼ਿਸ਼ ਕਰਾਂਗੇ ਇੱਕ ਦਿਨ ਪਹਿਲਾਂ ਤੁਹਾਨੂੰ ਦੱਸ ਦਈਏ। ਟਾਈਮ ਲੈ ਕੇ ਸਿਕੰਦਰ ਸਿੰਘ ਔਜਲਾ, ਯਾਦਵਿੰਦਰ ਸਿੰਘ, ਪਰਮਜੀਤ ਬਰਾੜ, ਸੋ ਸਭ ਸੱਜਣਾਂ ਨੂੰ ਬੇਨਤੀ ਹੈ ਕਿ ਪ੍ਰੋਗਰਾਮ ਨੂੰ ਪਲੀਜ਼ ਅੱਗੇ ਸ਼ੇਅਰ ਕਰ ਦਿਆ ਕਰੋ, ਅਤੇ ਖਾਸ ਕਰਕੇ ਜਿਹੜਾ ਮੇਰਾ ਨੰਬਰ ਹੈ ਉਹ ਤੁਸੀਂ ਜ਼ਰੂਰ ਨੋਟ ਰੱਖੋ, ਕਿਉਂਕਿ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕੀ ਬੰਦ ਹੋ ਜਾਏ, ਕੀ ਚੱਲਦਾ ਰਹੇ, ਅਤੇ ਫਿਰ ਬੜੀ ਮੁਸ਼ਕਿਲ ਹੋ ਜਾਂਦੀ ਲੱਭਣਾ। ਅਤੇ ਗੁਰਦਿਆਲ ਸਿੰਘ ਸੰਘੇੜਾ, ਪਰਮਿੰਦਰ ਸਿੰਘ ਲਹਿਲ ਭਾਜੀ ਥੈਂਕ ਯੂ, GS ਰਾਣੂ ਸਾਹਿਬ ਆਸਟ੍ਰੇਲੀਆ ਤੋਂ, ਹਰਵਿੰਦਰ ਸਿੰਘ ਥੈਂਕ ਯੂ। YouTube ਕਿੱਦਣ ਬੈਨ ਹੋਣਾ ਵੀਰਿਆ 32 ਦੰਦ ਵਾਲਾ ਨਾ ਕੋਈ ਕਹਿ ਦੇਵੇ, ਜਿਵੇਂ ਉਹ ਕਹਿੰਦੇ ਨਾ ਉਹਦੀ ਭਾਖਿਆ ਪੂਰੀ ਹੋ ਜਾਂਦੀ ਹੈ। ਕੋਈ ਗੱਲ ਨਹੀਂ, ਸਾਹ ਚੱਲਦੇ ਰਹਿਣੇ ਚਾਹੀਦੇ ਨੇ, ਕੋਈ ਫਰਕ ਨਹੀਂ ਪੈਂਦਾ। ਜਦੋਂ ਰਾਣੂ ਸਾਹਿਬ ਕੋਈ ਨਹੀਂ, ਸਭ ਵਸਦੇ ਰਹਿਣ। ਪੁਰਾਣੀਆਂ ਗੱਲਾਂ ਯਾਦ ਕਰਕੇ ਕਾਹਨੂੰ ਦੁਖੀ ਹੋਣਾ। ਮੈਂ ਤਾਂ ਚਲੋ ਸਾਰਿਆਂ ਨੂੰ ਇੱਕ ਵਾਰੀ ਵਧਾਈ ਭੇਜਤੀ ਸੀ, ਚਲੋ ਗੁੱਸੇ ਗਿੱਲੇ ਹੁੰਦੇ ਰਹਿੰਦੇ ਆ, ਜਿਉਂਦੇ ਰਹਿਣ ਹਰਮਨ ਵਾਲੇ ਵੀ, ਕੋਈ ਗੱਲ ਨਹੀਂ। ਬੂਟੇ ਲਾਏ ਨੇ ਆਪਣੇ, ਮੌਲ ਰਹੇ ਨੇ, ਖੁਸ਼ੀ ਇਸ ਗੱਲ ਦੀ ਆ। ਅਤੇ ਸਭ ਆਪਣੀ ਆਪਣੀ ਜਗ੍ਹਾ ਮਾਂ ਬੋਲੀ ਦੀ ਸੇਵਾ ਕਰੀ ਜਾ ਰਹੇ ਨੇ, ਚੰਗੀ ਗੱਲ ਹੈ। ਗੁਰਪ੍ਰੀਤ ਕੌਰ, ਵੀ ਆਰ ਆਲਰੇਡੀ ਚੂਜ਼ਿੰਗ ਯੂਅਰ, ਹਾਂ ਬਿਲਕੁਲ ਵੱਖ ਆਪਸ਼ਨ ਨੇ ਭੈਣ ਗੁਰਪ੍ਰੀਤ, ਧਿਆਨ ਰੱਖੋ। ਵੱਡੇ ਭੈਣ ਹਰਵਿੰਦਰ ਜੌਲ, ਧਾਲੀਵਾਲ ਬਲਰਾਮ ਬਾਈ ਜੀ, ਅਵਤਾਰ ਸਿੰਘ ਕੁਲਾਰ, ਅਮਨਪ੍ਰੀਤ, WhatsApp ਗਰੁੱਪ ਬਣਾ ਕੇ ਪ੍ਰੋਗਰਾਮ ਪਾ ਦਿਆ ਕਰੋ, ਅਸੀਂ ਤੁਹਾਨੂੰ ਨੰਬਰ ਭੇਜ ਦਿਆਂਗੇ। ਹਾਂ, ਮੈਂ WhatsApp ਗਰੁੱਪ ਮੈਂ ਬੇਨਤੀ ਕਰਦਾ ਕਿ WhatsApp ਗਰੁੱਪ ਮੈਂ ਆਲਰੇਡੀ ਬਣਾਏ ਨੇ, 5 ਕੁ ਗਰੁੱਪ ਬਣਾਏ ਨੇ, ਜਿੰਨੇ ਕੁ ਮੈਨੂੰ ਸੂਟੇਬਲ ਲੱਗਦਾ ਸੀਗਾ, ਜਿਨ੍ਹਾਂ ਨੂੰ, ਕਿਉਂਕਿ ਬਾਕੀ ਤਾਂ ਕਈਆਂ ਦੀ ਪ੍ਰਾਈਵੇਸੀ ਹੁੰਦੀ, ਕਈਆਂ ਨੂੰ ਵੈਸੇ ਦਿਨ ਰਾਤ ਮੈਸੇਜ ਟੂ ਤੰਗ ਕਰਦੇ ਆ, ਇਸ ਕਰਕੇ ਮੈਂ ਹੀ ਉਹਨਾਂ ਦਾ ਐਡਮਿਨ ਹੈ। ਅਤੇ ਤੁਸੀਂ ਜੇ ਆਪਣਾ ਕੋਈ ਨੰਬਰ ਆਪਣੇ ਦੋਸਤਾਂ ਮਿੱਤਰਾਂ ਨੂੰ ਪੁੱਛ ਕੇ ਮੈਨੂੰ ਸੈਂਡ ਕਰ ਸਕਦੇ ਹੋ, ਤਾਂ ਮੈਂ ਉਹ ਆਪਣੇ ਗਰੁੱਪ ਦੇ ਵਿੱਚ ਪਾ ਸਕਦਾ, ਤਾਂ ਜੋ ਤੁਹਾਨੂੰ ਉਹਦੀ ਮਿਲਦੀ ਰਹੇ ਅਪਡੇਟ। ਅਤੇ ਕੁਛ ਕੁ ਸੱਜਣਾ ਅੱਜ ਚਰਨਜੀਤ ਮਾਂਗਟ ਹੋਣਾ ਨੇ ਸਬਸਕ੍ਰਿਪਸ਼ਨ ਲਈ ਹੈ 5-6 ਮਹੀਨੇ ਦੀ, ਧੰਨਵਾਦ ਹੈ। ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਲਈ, ਉਹਨਾਂ ਦਾ ਵੀ ਧੰਨਵਾਦ ਹੈ। ਅਤੇ ਕੁਲਜਿੰਦਰ ਸਿੰਘ ਬਲਗਣ, ਰੇਸ਼ਮ ਸਿੰਘ ਬਰਾੜ ਬਾਈ ਜੀ ਬੜੀ ਲੰਮੀ ਦੇਰ ਤੋਂ ਸਬਸਕ੍ਰਿਪਸ਼ਨ ਆਪਣੀ ਲਈ ਹੈ। ਮਨਦੀਪ ਸਿੰਘ ਐਂਡ ਬਰਜਿੰਦਰ ਸਿੰਘ, ਇੰਦਰਪ੍ਰੀਤ ਟਿਵਾਣਾ ਬਾਈ ਜੀ ਹੋਰਾਂ ਨੇ ਵੀ ਸਾਲ ਭਰ ਦੀ ਸਬਸਕ੍ਰਿਪਸ਼ਨ ਲਈ ਹੈ। ਗੁਰਪ੍ਰੀਤ ਮੰਝ ਹੋਰ, ਦਲਜੀਤ ਸਿੰਘ, ਹਰਨੇਕ ਸਿੰਘ ਬਾਈ ਜੀ ਥੈਂਕ ਯੂ, ਪਰਮਿੰਦਰ ਸਿੰਘ ਲਹਿਲ, ਸਿਕੰਦਰ ਸਿੰਘ ਔਜਲਾ, ਸਭ ਸੱਜਣਾਂ ਦਾ ਧੰਨਵਾਦ ਜਿਨ੍ਹਾਂ ਨੇ ਸਬਸਕ੍ਰਿਪਸ਼ਨ ਲਈ ਹੈ। ਗੁਰਦੀਪ ਸਿੰਘ ਪੰਨੂ ਅਤੇ ਹਰਬੰਸ ਸਿੰਘ ਗਿੱਲ ਬਾਈ ਜੀ, ਸਿਮਰਪ੍ਰੀਤ ਤੂਰ ਥੈਂਕ ਯੂ, ਜਗਦੇਵ ਸਿੰਘ ਸਿੱਧੂ ਸਾਹਿਬ, ਜਸਵੀਰ ਚਾਲ ਕੈਲਗਰੀ ਤੋਂ ਮਿਹਰਬਾਨੀ, ਕੁਲਜਿੰਦਰ ਬਲਗਣ, ਸੁਰਿੰਦਰ ਜੌਲ ਬਾਈ ਜੀ ਥੈਂਕ ਯੂ ਕੈਨੇਡਾ ਤੋਂ, ਗੁਰਦੀਪ ਸਿੰਘ ਔਲਖ ਅਤੇ ਗਮਦੂਰ ਮਾਨ, ਪਰਮਿੰਦਰ ਸਿੰਘ ਲਹਿਲ, ਹਰਨੇਕ ਸਿੰਘ ਬਰੈਂਪਟਨ, ਜਗਦੇਵ ਸੰਧੂ ਆਪਣੇ ਸਪੋਂਸਰ ਵੀ ਨੇ, ਇਹਨਾਂ ਨੇ ਵੀ ਕਈ ਮਹੀਨੇ ਦੀ ਸਬਸਕ੍ਰਿਪਸ਼ਨ ਲਈ ਹੈ ਰੇਡੀਓ ਦੀ, ਜਗਦੀਪ ਧਾਲੀਵਾਲ, ਗੁਰਪ੍ਰੀਤ ਮੰਝ, ਹਰਪ੍ਰੀਤ ਸਿੰਘ, ਦਲਜੀਤ ਸਿੰਘ ਅਤੇ ਸੁਰਿੰਦਰ ਜੌਲ। ਕਈ ਨਾ ਰਿਪੀਟ ਹੋ ਗਏ ਨੇ, ਮਾਫੀ ਚਾਹੁੰਦਾ। ਚਲੋ ਕੁਛ ਇੱਕ ਰਹਿ ਕੇ ਵੀ ਗਏ ਹੋ ਸਕਦੇ, ਮੈਂ ਮਾਫੀ ਚਾਹੁੰਦਾ। ਮੈਂ ਕਿਉਂਕਿ ਮੋਟਾ ਹੀ ਚੈੱਕ ਕੀਤਾ ਸੀਗਾ ਈਮੇਲ, ਕੰਮ ਕਾਫੀ ਹੁੰਦੇ ਨੇ, ਇਸ ਕਰਕੇ ਕਈ ਸਾਰੇ ਕੰਮ ਨਾ ਜਿਹੜੇ ਰਹਿ ਜਾਂਦੇ ਨੇ, ਇਸ ਕਰਕੇ ਮਾਫੀ ਚਾਹੁੰਦਾ। ਅੱਜ
जिस तरह बाई जी सोहण सिंह पूनी होਰਾਂ ने बहुत सोहना काम किया। एक दस्तावेज है 400-450 पन्निਆਂ ਦਾ। मेरा ख्याल है ये किताब हर वीर के घरे होनी चाहिए है, ਤਾਂ ਜੋ ਜਦੋਂ भी ਸਮਾਂ मिले ਉਹਨਾਂ ਸ਼ਹੀਦਾਂ ਮਰੀਦਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਨੇ 1913 ਦੇ ਵਿੱਚ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਨਾਂ ਦੀ ਜਥੇਬੰਦੀ ਬਣਾਈ ਸੀ, ਜਿਸ ਦਾ ਹੈੱਡਕੁਆਟਰ ਅਮਰੀਕਾ ਦੇ ਸਾਨ ਫਰਾਂਸਿਸਕੋ ਦੇ ਵਿੱਚ ਸੀ। 1857 ਦੇ ਗਦਰ ਦੀਆਂ ਲੇਹਾਂ 'ਤੇ ਇਹ ਸੰਸਥਾ ਭਾਰਤ ਨੂੰ ਆਜ਼ਾਦ ਕਰਾਉਣਾ ਚਾਹੁੰਦੀ ਸੀ ਅਤੇ ਇਹ ਜਥੇਬੰਦੀ ਗਦਰ ਪਾਰਟੀ ਦੇ ਨਾਂ ਨਾਲ ਮਸ਼ਹੂਰ ਹੋਈ। ਇਸ ਜਥੇਬੰਦੀ ਨੇ ਪਹਿਲੇ ਸੰਸਾਰ ਯੁੱਧ ਦੇ ਸ਼ੁਰੂ ਹੋਣ ਤੋਂ ਪਹਿਲਾਂ ਵਿਦੇਸ਼ਾਂ ਦੇ ਵਿੱਚ ਵਸੇ ਗਦਰੀਆਂ ਨੂੰ ਹਿੰਦੁਸਤਾਨ ਜਾ ਕੇ ਗਦਰ ਮਚਾਉਣ ਦੇ ਲਈ ਲਾਮਬੰਦ ਕੀਤਾ ਸੀ। ਬਹੁਤ ਸਾਰੇ ਗਦਰੀ ਬਾਬੇ ਫਾਂਸੀ ਲਾ ਦਿੱਤੇ ਗਏ, ਜੇਲ੍ਹਾਂ 'ਚ ਡੱਕ ਦਿੱਤੇ ਗਏ। ਗਦਰ ਪਾਰਟੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਲਈ ਭਾਵੇਂ ਕਾਮਯਾਬ ਨਾ ਹੋ ਸਕੀ, ਪਰ ਆਜ਼ਾਦੀ ਦੀ ਲਹਿਰ ਦੀ ਇਹ ਅਸਲ ਜਨਨੀ ਸੀ। ਕੈਨੇਡਾ ਵਾਸਤੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਦਾਸ ਸਹਿਰੀ, ਹੁਸੈਨ ਰਹੀਮ ਵਰਗੇ ਲੀਡਰ ਗਦਰ ਪਾਰਟੀ ਦੀ ਲੀਡਰਸ਼ਿਪ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਸਨ। ਉਹਨਾਂ ਦੀ ਰਾਏ ਨੂੰ ਗਦਰ ਪਾਰਟੀ ਵਾਲੇ ਬਹੁਤ ਅਹਿਮੀਅਤ ਦਿੰਦੇ ਸਨ। ਸੋ ਇਸ ਦੌਰਾਨ ਇਹਨਾਂ ਗਦਰੀ ਬਾਬਿਆਂ ਦੇ ਬਾਰੇ ਜ਼ਰੂਰ ਗਾਹੇ ਬਗਾਹੇ ਜ਼ਿਕਰ ਹੁੰਦਾ ਰਹੇਗਾ। ਸਜਦਾ ਹੈ ਸੋਹਣ ਸਿੰਘ ਪੂਨੀ ਹੋਰਾਂ ਨੂੰ, ਜਿਨ੍ਹਾਂ ਨੇ ਇਹ ਮੇਰਾ ਖਿਆਲ ਹੈ ਕਈ PhD ਦੇ ਬਰਾਬਰ ਹੈ ਇਹਨਾਂ ਦਾ ਇਹ ਕੰਮ, ਜਿਹੜਾ ਇਹਨਾਂ ਨੇ 400-500 ਪੰਨਿਆਂ ਦਾ ਇਹ ਦਸਤਾਵੇਜ਼ ਕੈਨੇਡਾ ਦੇ ਗਦਰੀ ਯੋਧੇ ਸੋਹਣ ਸਿੰਘ ਪੂਨੀ ਦੀ ਇਹ ਕਿਤਾਬ ਹੈ। ਕਈ ਵਾਰ ਪਹਿਲਾਂ ਉਹਨਾਂ ਨੇ ਮੈਨੂੰ ਭੇਜੀ ਸੀ। ਅਤੇ ਅੱਜ ਜ਼ਿਕਰ ਕਰਾਂਗੇ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਦਾ। ਇਸੇ ਤਰ੍ਹਾਂ ਗਦਰ ਲਹਿਰ ਦੀ ਕਵਿਤਾ ਹੈਗੀ ਆ, ਉਹ ਵੀ ਬਹੁਤ ਬਾਕਮਾਲ ਹੈ। ਅਤੇ ਲੋਕੀ ਆਖਦੇ ਨੀਚ ਗੁਲਾਮ ਹਿੰਦੀ, ਦਿੰਦੇ ਆਪਣੇ ਵਿੱਚ ਨਾ ਥਾਏ ਸਾਨੂੰ। ਲੋਕੀ ਆਖਦੇ ਨੀਚ ਗੁਲਾਮ ਹਿੰਦੀ, ਦਿੰਦੇ ਆਪਣੇ ਵਿੱਚ ਨਾ ਥਾਏ ਸਾਨੂੰ। ਕਾਲਾ ਦੇਖ ਗੁਲਾਮੀ ਦਾ ਦਾਗ ਮੱਥੇ, ਦਿੰਦੇ ਕੁੱਤਿਆਂ ਵਾਂਗ ਦਰਕਾਏ ਸਾਨੂੰ। ਜਿਸ ਤਰ੍ਹਾਂ ਕੁੱਤਿਆਂ ਵਾਂਗੂ ਭਾਰਤੀਆਂ ਨੂੰ, ਹਿੰਦੀਆਂ ਨੂੰ ਦੁਰਕਾਰਿਆ ਜਾਂਦਾ ਸੀ, ਕਿਉਂਕਿ ਉਸ ਵਕਤ ਸਮੂਹ ਭਾਰਤੀਆਂ ਨੂੰ ਹਿੰਦੀ ਜਾਂ ਹਿੰਦੁਸਤਾਨੀ ਹੀ ਕਿਹਾ ਜਾਂਦਾ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਭਾਰਤ ਬਣਿਆ, ਇੰਡੀਆ ਬਣਿਆ। ਸੋ ਭਾਈ ਭਾਗ ਸਿੰਘ ਭਿੱਖੀਵਿੰਡ ਦੀ ਮੈਂ ਤਸਵੀਰ ਵੇਖ ਰਿਹਾ, 1912 ਦੀ ਤਸਵੀਰ ਹੈ। ਆਪਣੀ ਪਤਨੀ ਹਰਨਾਮ ਕੌਰ ਅਤੇ ਪੁੱਤਰ ਜੋਗਿੰਦਰ ਸਿੰਘ ਨਾਲ ਐਨ ਵਧੀਆ ਸੂਟਡ ਬੂਟਡ ਨੇ, ਟਾਈ ਸਕਾਫ ਲੱਗੇ ਨੇ, ਪੱਗਾਂ ਭਾਵੇਂ ਸਾਦੀਆਂ ਮੁਰਾਦੀਆਂ ਨੇ, ਪਰ ਉਹਨਾਂ ਦਾ ਜਿਹੜਾ ਬੱਚਾ ਜੋਗਿੰਦਰ ਸਿੰਘ ਉਹ ਵੀ ਗੋਦ ਦੇ ਵਿੱਚ ਆ। ਬੜੇ ਸੋਹਣੇ ਕੱਪੜੇ ਪਾਏ ਨੇ। 1912 'ਚ ਤੁਸੀਂ ਕਲਪਨਾ ਕਰੋ ਕਿ ਜਦੋਂ ਸਾਡੇ ਮਾਲਵੇ 'ਚ ਇੱਕ ਇੱਕ ਤੰਬੀ ਨਾਲ ਸਾਰਾ ਟੱਬਰ ਸਾਰ ਲੈਂਦਾ ਸੀ, ਇੱਕ ਚਾਦਰੇ ਨਾਲ ਅੱਧਾ ਪਿੰਡ ਵਿਆਹ ਵੇਖ ਆਉਂਦਾ ਸੀ, ਉਸ ਦੌਰਾਨ ਵੀ ਇਹ ਇੰਨੇ ਸਰਦੇ ਪੁੱਜਦੇ ਸੀ। ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਸ ਤਰ੍ਹਾਂ ਇਹ ਉੱਥੋਂ ਸਭ ਕੁਝ ਆਪਣਾ ਵੇਚ ਵੱਟ ਕੇ, ਛੱਡ ਛਡਾ ਕੇ ਇੱਥੇ ਜੇਲ੍ਹਾਂ ਕੱਟੀਆਂ, ਆਪਣੇ ਪੁੱਤਰ ਰੁਲਾਏ, ਆਪਣੀਆਂ ਪਤਨੀਆਂ ਨੂੰ ਵਿਧਵਾਵਾਂ ਬਣਾਇਆ। ਕਿੱਥੇ ਦੇਣ ਦੇ ਸਕਦੇ ਹਾਂ ਅਸੀਂ ਇਹਨਾਂ ਮਹਾਨ ਸ਼ਹੀਦਾਂ ਦਾ। ਸੋ ਗਾਹੇ ਬਗਾਹੇ ਇਹਨਾਂ ਸ਼ਹੀਦਾਂ ਨੂੰ ਯਾਦ ਕਰ ਲਈਏ, ਸ਼ਾਇਦ ਸਾਡੀ ਜ਼ਮੀਰ ਜਾਗ ਜਾਵੇ ਕਿ ਇਹ ਜਿਹੜਾ ਭਾਰਤ ਉਹਨਾਂ ਨੇ ਸਾਨੂੰ ਦਿੱਤਾ ਸੀ, ਇਸ ਭਾਰਤ ਨੂੰ ਕਿਸ ਤਰ੍ਹਾਂ ਅਸੀਂ ਲੁੱਟਣ ਅਤੇ ਖਸੁੱਟਣ ਅਤੇ ਵੰਡਣ ਤੁਰੇ ਹੋਏ ਹਾਂ। ਕਿਸ ਤਰ੍ਹਾਂ ਹਿੰਦੂ, ਸਿੱਖ, ਮੁਸਲਮਾਨ, ਬੋਧੀ, ਪਾਰਸੀ ਦੀਆਂ ਨਫ਼ਰਤਾਂ ਨੇ ਸਾਨੂੰ ਵੰਡ ਸੁੱਟਿਆ। ਕੋਈ ਟਕਸਾਲੀ ਹੈ, ਕੋਈ ਭਾਈ ਸਾਹਿਬ ਦਾ ਧੜਾ ਹੈ, ਕੋਈ ਖੰਡ ਕੀਰਤਨੀ ਹੈ, ਕੋਈ ਕੁਛ ਹੈ। 36 ਜਥੇਬੰਦੀਆਂ ਬਣੀਆਂ ਨੇ, ਇੱਕ ਦੂਸਰੇ ਦੇ ਖੂਨ ਦੇ ਅਸੀਂ ਪਿਆਸੇ ਹੋਏ ਹਾਂ। ਕਿਉਂ? ਸੋ ਇਹ ਜ਼ਰੂਰ ਸੋਚਣਾ ਬਣਦਾ ਹੈ। ਜਦੋਂ ਤੁਸੀਂ ਇਹਨਾਂ ਸ਼ਹੀਦਾਂ ਮਰੀਦਾਂ ਦੀਆਂ ਕੁਰਬਾਨੀਆਂ ਨਾਲ ਜੁੜੋਗੇ ਤਾਂ ਕਿਤੇ ਨਾ ਕਿਤੇ ਮਨ ਦੀਆਂ ਜਿਹੜੀਆਂ ਘਤਿੱਤਾਂ ਨੇ, ਕੋਝਾਪਣ ਹੈ, ਉਹ ਦੂਰ ਹੋਏਗਾ। ਸੋ ਜ਼ਿਕਰ ਭਾਈ ਭਾਗ ਸਿੰਘ ਭਿੱਖੀਵਿੰਡ ਦਾ। ਹਿੰਦੁਸਤਾਨੀ ਆਵਾਸੀ ਕੈਨੇਡਾ ਦੇ ਵਿੱਚ 20ਵੀਂ ਸਦੀ 'ਚ ਆਉਣੇ ਸ਼ੁਰੂ ਹੋਏ ਸੀ। 1908 ਤੱਕ ਇੱਥੇ ਉਹਨਾਂ ਦੀ ਗਿਣਤੀ 5,500 ਦੇ ਲਗਭਗ ਹੋ ਚੁੱਕੀ ਸੀ, ਜਾਣੀ 5,500 ਦੇ ਕਰੀਬ ਆਵਾਸੀ ਉੱਥੇ ਪਹੁੰਚ ਚੁੱਕੇ ਸਨ, ਜਿਨ੍ਹਾਂ 'ਚੋਂ ਬਹੁਤੇ ਸਿੱਧੇ ਸਾਦੇ ਪੰਜਾਬੀ ਸਿੱਖ ਸਨ ਜੋ ਖੇਤੀ ਦਾ ਕੰਮ ਕਰਦੇ ਜਾਂ ਹਿੰਦੁਸਤਾਨ ਦੀ ਅੰਗਰੇਜ਼ੀ ਫੌਜ ਦੇ ਵਿੱਚ ਨੌਕਰੀਆਂ ਕਰਦੇ ਆਏ ਸਨ। ਸ਼ੁਰੂ ਦੇ ਵਿੱਚ ਇਹਨਾਂ ਹਿੰਦੁਸਤਾਨੀ ਆਵਾਸੀਆਂ ਨੂੰ ਸਿਆਸੀ ਸਮਝ ਬਹੁਤ ਘੱਟ ਸੀ ਅਤੇ ਉਹ ਹਿੰਦੁਸਤਾਨ ਵਿੱਚ ਅੰਗਰੇਜ਼ੀ ਰਾਜ ਨੂੰ ਬੁਰਾ ਨਹੀਂ ਸੀ ਸਮਝਦੇ, ਪਰ ਕੈਨੇਡਾ ਪੁੱਜ ਕੇ ਉਹਨਾਂ ਦੀ ਰਾਜਨੀਤਿਕ ਜਾਗਰਤੀ ਬਹੁਤ ਤੇਜ਼ੀ ਨਾਲ ਵਧੀ। ਥੋੜ੍ਹੇ ਸਮੇਂ ਦੇ ਵਿੱਚ ਉਹ ਹਿੰਦੂ, ਸਿੱਖ, ਮੁਸਲਮਾਨ, ਪੰਜਾਬੀ, ਬੰਗਾਲੀ, ਗੁਜਰਾਤੀ ਇਹਨਾਂ ਸਾਰੇ ਵਖਰੇਵਿਆਂ ਨੂੰ ਭੁੱਲ ਕੇ ਆਪਣੇ ਆਪ ਨੂੰ ਸਿਰਫ ਹਿੰਦੁਸਤਾਨੀ ਜਾਂ ਭਾਰਤੀ ਸਮਝਣ ਲੱਗੇ ਸੀ, ਕਿਉਂਕਿ ਆਪਣੇ ਦੇਸ਼ ਦਾ ਨਾਗਰਿਕ ਜਦੋਂ ਵਿਦੇਸ਼ 'ਚ ਮਿਲਦਾ ਹੈ ਅਤੇ ਫਿਰ ਸਭ ਭੁੱਲ ਜਾਂਦੇ ਕਿ ਉਹ ਕੇਰਲਾ ਦਾ, ਉਹ UP ਦਾ, ਉਹ ਫਿਰ ਆਪਣਾ ਦੇਸੀ ਲੱਗਦਾ ਹੈ।
ਤੇ ਕਿਉਂਕਿ ਦੇਸ਼ ਦੇ ਵਿੱਚ ਇਹਨਾਂ ਨੂੰ ਵੰਡ ਰੱਖਿਆ ਸੀ ਜਾਤਾਂ ਦੇ ਨਾਂ 'ਤੇ, ਸੂਬਿਆਂ ਦੇ ਨਾਂ 'ਤੇ, ਖਿੱਤਿਆਂ ਦੇ ਨਾਂ 'ਤੇ। ਇਹ ਗੱਲ ਕੈਨੇਡਾ ਦੇ ਵਿੱਚ ਵਸਦੇ ਉਹ ਲੋਕ ਸਮਝਣ ਲੱਗੇ ਕਿ ਸਾਡੀ ਦੁਰਦਸ਼ਾ ਦਾ ਕਾਰਨ ਸਿਰਫ ਇਹ ਸਾਡੀ ਸੋਚ ਹੈ। ਸਿਰਫ ਕੈਨੇਡਾ ਦੀ ਨਸਲਵਾਦੀ ਸਰਕਾਰ ਹੀ ਨਹੀਂ, ਸਗੋਂ ਇਸ ਦੀ ਮੂਲ ਜੜ ਅੰਗਰੇਜ਼ ਦੇ ਵਿੱਚ ਬੈਠੀ ਸਾਮਰਾਜੀ ਬ੍ਰਿਟਿਸ਼ ਸਰਕਾਰ ਹੈ ਜੋ ਭਾਰਤ ਨੂੰ ਗੁਲਾਮ ਬਣਾਈ ਬੈਠੀ ਹੈ। ਤੇ ਇਸੇ ਸਦਕਾ ਕੈਨੇਡਾ ਦੇ ਵਿੱਚ ਉਹ ਆਪਣੇ ਹੱਕਾਂ ਦੇ ਘੋਲ ਦੇ ਲਈ ਲੜਨ ਲੱਗੇ। 1913 ਦੇ ਵਿੱਚ ਜਦੋਂ ਅਮਰੀਕਾ ਦੇ ਵਿੱਚ ਗਦਰ ਪਾਰਟੀ ਬਣੀ ਤਾਂ ਕੈਨੇਡਾ ਦੇ ਹਿੰਦੁਸਤਾਨੀ ਵਾਸੀਆਂ ਦੀ ਵੱਡੀ ਗਿਣਤੀ ਗਦਰ ਪਾਰਟੀ ਦੇ ਮੈਂਬਰ ਬਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ। ਕੈਨੇਡਾ ਦੇ ਸਿੱਖਾਂ ਨੂੰ ਰਾਜਨੀਤਿਕ ਤੌਰ 'ਤੇ ਜਾਗਰਤ ਕਰਨ ਦੇ ਲਈ, ਉਹਨਾਂ ਨੂੰ ਦੇਸ਼ ਦੀ ਆਜ਼ਾਦੀ ਦੇ ਲਈ ਹਥਿਆਰਬੰਦ ਰਾਹ ਪਾਉਣ ਦੇ ਲਈ ਜਿਨ੍ਹਾਂ ਲੀਡਰਾਂ ਨੇ ਰੋਲ ਨਿਭਾਇਆ, ਉਹਨਾਂ ਦੇ ਵਿੱਚ ਇਸ ਭਾਈ ਭਾਗ ਸਿੰਘ ਦਾ ਨਾਂ ਸਭ ਤੋਂ ਮੂਹਰਲੀ ਕਤਾਰ 'ਚ ਹੈ। ਭਾਗ ਸਿੰਘ ਦਾ ਜਨਮ 1872 ਈਸਵੀ ਨੂੰ ਲਾਹੌਰ, ਜਾਣੀ ਕਿ ਹੁਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਿੱਖੀਵਿੰਡ ਦੇ ਵਿੱਚ ਹੋਇਆ ਸੀ। ਕਿਉਂਕਿ ਲਾਹੌਰ ਜ਼ਿਲ੍ਹੇ ਦਾ ਭਿੱਖੀਵਿੰਡ ਵਾਲਾ ਇਲਾਕਾ 1947 ਦੇ ਵਿੱਚ ਦੇਸ਼ ਦੀ ਵੰਡ ਵੇਲੇ ਭਾਰਤ ਦੇ ਹਿੱਸੇ ਆਇਆ ਸੀ ਅਤੇ ਬਾਅਦ ਦੇ ਵਿੱਚ ਇਹ ਅੰਮ੍ਰਿਤਸਰ ਜ਼ਿਲ੍ਹੇ ਨਾਲ ਜੁੜ ਗਿਆ ਅਤੇ ਹੁਣ ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੈ। ਅਤੇ ਭਾਈ ਭਾਗ ਸਿੰਘ ਦੇ ਪਿਤਾ ਦਾ ਨਾਂ ਨਰਾਇਣ ਸਿੰਘ ਸੰਧੂ ਸੀ ਅਤੇ ਮਾਂ ਦਾ ਨਾਂ ਮਾਨ ਕੌਰ। ਇਹ 4 ਭਰਾ ਸਨ, 2 ਇਹਨਾਂ ਤੋਂ ਵੱਡੇ ਸੀ ਅਤੇ 1 ਇਹਨਾਂ ਤੋਂ ਛੋਟਾ ਸੀ। ਤੀਜੇ ਨੰਬਰ 'ਤੇ ਇਹ ਸਨ। 20 ਸਾਲ ਦੀ ਉਮਰ ਤੱਕ ਉਹ ਆਪਣੇ ਬਾਪ ਅਤੇ ਭਰਾਵਾਂ ਨਾਲ ਖੇਤੀ ਕਰਦੇ ਰਹੇ। ਪੰਜਾਬੀ ਪੜ੍ਹਨੀ ਸਿੱਖੀ। 20 ਸਾਲ ਦੀ ਉਮਰੇ ਆਓ ਫੌਜੀ ਰਸਾਲੇ 'ਚ ਭਰਤੀ ਹੋ ਗਏ। 10ਵੀਂ ਬੰਗਾਲ ਰੈਜੀਮੈਂਟ ਦੇ ਵਿੱਚ 5 ਸਾਲ ਨੌਕਰੀ ਤੋਂ ਅਸਤੀਫਾ ਦੇ ਕੇ ਉਹ ਹਾਂਗਕਾਂਗ ਚਲੇ ਗਏ। 1.5 ਸਾਲ ਹਾਂਗਕਾਂਗ ਪੁਲਿਸ ਦੀ ਨੌਕਰੀ ਕੀਤੀ। ਫਿਰ ਚੀਨ ਦੇ ਸ਼ਹਿਰ ਸ਼ੰਘਾਈ ਅਤੇ ਉੱਥੇ 2.5 ਸਾਲ ਮਿਊਨਸਿਪਲ ਪੁਲਿਸ ਦੀ ਨੌਕਰੀ ਕੀਤੀ। ਸ਼ੰਘਾਈ ਪੁਲਿਸ ਦੀ ਨੌਕਰੀ ਛੱਡ ਕੇ 1906 ਦੇ ਵਿੱਚ ਭਾਈ ਭਾਗ ਸਿੰਘ ਕੈਨੇਡਾ ਨੂੰ ਚੱਲ ਪਏ। ਰਸਤੇ ਦੇ ਵਿੱਚ ਜਾਪਾਨ ਦੀ ਬੰਦਰਗਾਹ ਕੋਬੋ 'ਤੇ ਆਪ ਦਾ ਭਾਈ ਸੁੰਦਰ ਸਿੰਘ ਜਾਣੀ ਕਿ ਵਰਿਆਮ ਸਿੰਘ ਨਾਲ ਮਿਲਾਪ ਹੋਇਆ। ਭਾਈ ਭਾਗ ਸਿੰਘ ਸ਼ਰਾਬ ਪੀਣ ਦੇ ਆਦੀ ਸਨ, ਪਰ ਭਾਈ ਸੁੰਦਰ ਸਿੰਘ ਦੀ ਸੰਗਤ ਨੇ ਉਹਨਾਂ 'ਤੇ ਇੰਨਾ ਅਸਰ ਪਾਇਆ ਕਿ ਉਹਨਾਂ ਨੇ ਕੌਮੀ ਕਾਰਜ ਦੇ ਵਾਸਤੇ ਸ਼ਰਾਬ ਪੀਣੀ ਵੀ ਛੱਡ ਦਿੱਤੀ। ਇਹ ਤੇਜਾ ਸਿੰਘ ਲਿਖਦਾ ਜੀਵਨ ਕਥਾ ਆਤਰ ਸਿੰਘ ਮਹਾਰਾਜ ਪਟਿਆਲਾ ਭਾਸ਼ਾ ਵਿਭਾਗ ਦੇ ਹਵਾਲੇ ਨਾਲ। ਭਾਈ ਭਾਗ ਸਿੰਘ ਨੇ ਇੱਥੇ ਨਿਊ ਵੈਸਟਮਿਨਿਸਟਰ ਦੀ ਫਰੇਜ਼ਰ ਮਿਲ ਦੇ ਵਿੱਚ ਨੌਕਰੀ ਕੀਤੀ। ਕੈਨੇਡਾ ਤੋਂ ਆਏ ਦੂਜੇ ਹਿੰਦੁਸਤਾਨੀਆਂ ਵਾਂਗ ਉਹ ਵੀ ਸਾਮਰਾਜੀਆਂ ਦੀ ਇੱਕ ਬਸਤੀ ਸੀ। ਉਹ ਆਪਣੇ ਬਾਦਸ਼ਾਹ ਦੀ ਧਰਤੀ ਨੂੰ ਆਪਣੀ ਧਰਤੀ ਸਮਝਦੇ ਸੀ। ਮਲਕਾ ਵਿਕਟੋਰੀਆ ਨੇ 1857 ਦੇ ਗਦਰ ਦੇ ਪਿੱਛੋਂ ਐਲਾਨ ਕਰ ਦਿੱਤਾ ਸੀ ਕਿ ਬਰਤਾਨਵੀ ਸਲਤਨਤ ਦੇ ਸਾਰੇ ਬਸ਼ਿੰਦਿਆਂ ਨੂੰ ਇੱਕ ਨਿਗਾਹ ਨਾਲ ਉਹ ਵੇਖੇਗੀ, ਜਿਸ ਦੇ ਵਿੱਚ ਹਿੰਦੁਸਤਾਨੀ ਵੀ ਸ਼ਾਮਲ ਹੋਣਗੇ। ਇਸ ਲਈ ਭਾਈ ਭਾਗ ਸਿੰਘ ਅਤੇ ਉਹਨਾਂ ਦੇ ਹਿੰਦੁਸਤਾਨੀ ਸਾਥੀ ਕੈਨੇਡਾ ਦੇ ਵਿੱਚ ਦਾਖਲ ਹੋਣ ਅਤੇ ਇੱਥੇ ਰਹਿ ਸਕਣ ਅਤੇ ਕੰਮ ਕਰ ਸਕਣ ਨੂੰ ਆਪਣਾ ਹੱਕ ਸਮਝਦੇ ਸੀ। ਪਰ ਕੈਨੇਡਾ ਆ ਕੇ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਬੜੀਆਂ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪਿਆ। ਵੈਨਕੂਵਰ ਰਹਿੰਦਿਆਂ ਉਹਨਾਂ ਦਾ ਵਹਿਮ ਟੁੱਟਿਆ ਜਦੋਂ ਉਹਨਾਂ ਨੂੰ ਨਸਲੀ ਵਿਤਕਰਿਆਂ ਦਾ ਸ਼ਿਕਾਰ ਅਤੇ ਜਲਾਲਤ ਝੱਲਣੀ ਪਈ। ਵੈਨਕੂਵਰ ਦੀਆਂ ਸੜਕਾਂ 'ਤੇ ਤੁਰੇ ਜਾਂਦੇ ਗੋਰੇ ਬੱਚੇ ਵੀ ਉਹਨੂੰ ਹੈਲੋ ਇੰਡੀਅਨ ਸਲੇਵ ਕਹਿ ਕੇ ਛੇੜਦੇ ਤਾਂ ਉਹਨਾਂ ਦੇ ਸੀਨੇ ਛੁਰੀ ਫਿਰ ਜਾਂਦੀ ਜਦੋਂ ਬੱਚੇ ਵੀ ਹੈਲੋ ਇੰਡੀਅਨ ਸਲੇਵ ਕਹਿੰਦੇ। ਕੈਨੇਡਾ ਦੀ ਸਰਕਾਰ ਵੱਲੋਂ ਹਿੰਦੁਸਤਾਨੀਆਂ ਨਾਲ ਜਥੇਬੰਦਕ ਢੰਗ ਨਾਲ ਵਿਤਕਰਾ ਕੀਤਾ ਜਾਂਦਾ ਸੀ ਅਤੇ ਹਿੰਦੁਸਤਾਨੀ ਆਵਾਸੀਆਂ ਪ੍ਰਤੀ ਗੋਰੇ ਲੋਕਾਂ ਦੇ ਮਨ ਦੇ ਵਿੱਚ ਜ਼ਹਿਰ ਭਰਨ ਦੇ ਲਈ ਮੀਡੀਆ ਵੀ ਪੂਰਾ ਜ਼ੋਰ ਲਾ ਰਿਹਾ ਸੀ। ਅਖਬਾਰਾਂ ਨੇ ਹਿੰਦੂਜ਼ ਕਵਰ ਡੈਡ ਬੋਡੀਜ਼ ਵਿਦ ਬਟਰ ਵਰਗੀਆਂ ਨਫ਼ਰਤ ਫੈਲਾਉਂਦੀਆਂ ਸੁਰਖੀਆਂ ਲਾਈਆਂ। ਹਿੰਦੂਜ਼ ਕਵਰ ਡੈਡ ਬੋਡੀਜ਼ ਵਿਦ ਬਟਰ, ਇਸ ਤਰ੍ਹਾਂ ਦੀਆਂ ਸੁਰਖੀਆਂ ਉਹਨਾਂ ਨੇ ਲਗਾਈਆਂ। ਮੈਂ ਮਾफ़ੀ ਚਾਹਾਂਗਾ ਕਿ ਜਿੰਨੀ ਦੇਰ ਇਹ ਆਰਟੀਕਲ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਨਾ, ਉਨੀ ਦੇਰ ਮੈਂ ਕਾਲ ਨਹੀਂ ਲਵਾਂਗਾ ਕਿਉਂਕਿ ਆਰਟੀਕਲ ਵੱਡਾ ਹੈ ਅਤੇ ਫਿਰ ਲੜੀ ਟੁੱਟਣੀ ਆ ਅਤੇ ਫਿਰ ਆਪਾਂ ਕਿਉਂਕਿ ਲੜੀ ਜਦੋਂ ਜੁੜੀ ਹੁੰਦੀ ਹੈ ਇੱਕ ਰਵਾਨੀ ਦੇ ਵਿੱਚ ਸਾਰੀ ਗੱਲ ਜਾਂਦੀ ਹੈ ਅਤੇ ਇਸ ਦੌਰਾਨ ਮੈਂ ਕਾਲ ਨਹੀਂ ਲਵਾਂਗਾ। ਇਸ ਗੱਲ ਦੀ ਮਾफ़ੀ, ਕਿਉਂਕਿ ਇਹ ਸ਼ਹੀਦਾਂ ਨੂੰ ਸਮਰਪਿਤ ਸਮਾਂ ਹੈ। ਤੁਸੀਂ ਵੇਖੋ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਸੀਗੇ। ਜਾਣੀ ਉੱਥੋਂ ਦੀਆਂ ਅਖਬਾਰਾਂ ਨੇ ਹਿੰਦੂ ਕਵਰ ਡੈਡ ਬੋਡੀਜ਼ ਵਿਦ ਬਟਰ ਵਰਗੀਆਂ ਸੁਰਖੀਆਂ ਛਾਪਣੀਆਂ, ਹੈਡਲਾਈਨਿੰਗ ਛਾਪਣੀਆਂ ਸ਼ੁਰੂ ਕੀਤੀਆਂ। ਗੋਰੇ ਸਿਆਸਤਦਾਨ ਲੋਕਾਂ ਦੀਆਂ ਵੋਟਾਂ ਦੇ ਲਾਲਚ ਦੇ ਵਿੱਚ ਹਿੰਦੁਸਤਾਨੀਆਂ ਵਿਰੁੱਧ ਜ਼ਹਿਰ ਉਗਲਦੇ। ਹਿੰਦੁਸਤਾਨੀ ਪ੍ਰਵਾਸੀ ਕੈਨੇਡਾ ਦੇ ਵਿੱਚ 3 ਸਾਲ ਰਹਿਣ ਤੋਂ ਬਾਅਦ ਇੱਥੋਂ ਦੇ ਬਸ਼ਿੰਦੇ ਬਣ ਜਾਂਦੇ ਸਨ ਅਤੇ ਉਹ ਵੋਟ ਦਾ ਹੱਕ ਪ੍ਰਾਪਤ ਕਰ ਸਕਦੇ ਸਨ। 3 ਸਾਲ ਰਹਿਣ ਤੋਂ ਬਾਅਦ ਜਦੋਂ ਉਹਨਾਂ ਦੀ PR ਹੋ ਜਾਂਦੀ ਉਹ ਵੋਟਰ ਬਣ ਸਕਦੇ ਸੀ। ਪਰ ਬ੍ਰਿਟਿਸ਼ ਕੋਲੰਬੀਆ ਦੀ ਕੰਜ਼ਰਵੇਟਿਵ ਸਰਕਾਰ ਨੇ 27 ਮਾਰਚ 1907 ਵਾਲੇ ਦਿਨ ਬਿੱਲ ਪਾਸ ਕਰਕੇ ਭਾਰਤੀਆਂ ਕੋਲੋਂ ਇਹ ਹੱਕ ਖੋਹ ਲਿਆ। ਨਸਲਵਾਦੀ ਗੋਰਿਆਂ ਨੇ ਏਸ਼ੀਅਨਾਂ ਨੂੰ ਬਾਹਰ ਰੱਖਣ ਦੇ ਲਈ ਲੀਗ ਬਣਾ ਲਈ।
ਸਤੰਬਰ 1907 ਦੇ ਵਿੱਚ ਵੈਨਕੂਵਰ ਦੇ ਨੇੜੇ ਸਰਹੱਦ ਦੇ ਦੂਜੇ ਬੰਨੇ ਅਮਰੀਕਾ ਦੇ ਸ਼ਹਿਰ ਬਲਿੰਗਹੈਮ ਦੇ ਵਿੱਚ ਇਹਨਾਂ ਨਸਲਵਾਦੀ ਗੋਰਿਆਂ ਨੇ ਹਿੰਦੁਸਤਾਨੀਆਂ ਉੱਤੇ ਬਹੁਤ ਜ਼ੁਲਮ ਕੀਤੇ, ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਇਹਨਾਂ ਹਿੰਦੁਸਤਾਨੀਆਂ ਨੂੰ ਗੋਰਿਆਂ ਨੇ ਸ਼ਹਿਰ ਛੱਡਣ ਲਈ ਮਜਬੂਰ ਕੀਤਾ। ਉਹ ਬਲਿੰਗਹੈਮ ਛੱਡ ਕੇ ਵੈਨਕੂਵਰ ਆ ਗਏ। ਇੱਥੇ ਵੀ ਨਸਲੀ ਦੰਗੇ ਭੜਕ ਉੱਠੇ। ਇਸ ਸਭ ਕਾਸੇ ਨੇ ਭਾਈ ਭਾਗ ਸਿੰਘ ਭਿੱਖੀਵਿੰਡ ਦੀ ਰੂਹ ਪੱਚ ਸੁੱਟੀ ਕਿ ਕਿਸ ਤਰ੍ਹਾਂ ਉਹਨਾਂ ਨੂੰ ਉਜਾੜਿਆ ਗਿਆ, ਜਲੀਲ ਕੀਤਾ ਗਿਆ, ਔਰਤਾਂ ਦੇ ਕੱਪੜੇ ਤੱਕ ਫਾੜੇ ਗਏ। ਵੈਨਕੂਵਰ ਰਹਿੰਦਿਆਂ ਭਾਈ ਭਾਗ ਸਿੰਘ ਦੀ ਨੇੜਤਾ ਬੰਗਾਲੀ ਇਨਕਲਾਬੀ ਬਾਬੂ ਤਾਰਕਨਾਥ ਦਾਸ ਨਾਲ ਹੋਈ। ਕੈਨੇਡਾ ਦੇ ਆਜ਼ਾਦ ਮਾਹੌਲ ਦੇ ਵਿੱਚ ਰਹਿਣ ਕਰਕੇ ਬਾਬੂ ਤਾਰਕਨਾਥ ਦਾਸ, ਜੀ.ਡੀ. ਕੁਮਾਰ ਵਰਗੇ ਇਨਕਲਾਬੀਆਂ ਦੀ ਨੇੜਤਾ ਸਦਕਾ ਭਾਈ ਭਾਗ ਸਿੰਘ ਭਿੱਖੀਵਿੰਡ ਸਿਆਸੀ ਤੌਰ 'ਤੇ ਬਹੁਤ ਜਾਗਰਤ ਹੋਏ। ਉਹਨਾਂ ਮਹਿਸੂਸ ਕੀਤਾ ਕਿ ਹਿੰਦੁਸਤਾਨੀਆਂ ਦੇ ਦੁੱਖਾਂ ਤਕਲੀਫਾਂ ਦਾ ਅਸਲ ਕਾਰਨ ਉਹਨਾਂ ਦੀ ਗੁਲਾਮੀ ਹੈ। ਉਹ ਇਹ ਯਕੀਨ ਵੀ ਕਰਨ ਲੱਗੇ ਕਿ ਇਸ ਗੁਲਾਮੀ ਤੋਂ ਛੁਟਕਾਰਾ ਸਿਰਫ ਹਥਿਆਰਬੰਦ ਸੰਘਰਸ਼ ਨਾਲ ਹੀ ਭਾਰਤ ਨੂੰ ਆਜ਼ਾਦ ਕਰਾ ਕੇ ਪਾਇਆ ਜਾ ਸਕਦਾ। ਸੋ ਭਾਈ ਭਾਗ ਸਿੰਘ ਆਪਣੇ ਸਾਥੀਆਂ ਨਾਲ ਰਲ ਕੇ ਕੈਨੇਡਾ ਦੇ ਸਿੱਖ ਇਮੀਗ੍ਰੈਂਟਾਂ ਨੂੰ ਸਿਆਸੀ ਤੌਰ 'ਤੇ ਜਗਾਉਣ ਲੱਗੇ ਅਤੇ ਅੰਗਰੇਜ਼ ਪ੍ਰਸਤੀ ਤਿਆਗ ਕੇ ਉਹ ਦੇਸ਼ ਦੀ ਆਜ਼ਾਦੀ ਦੇ ਵਾਸਤੇ ਸੰਘਰਸ਼ ਦੇ ਲਈ ਸੁਨੇਹੇ ਦੇਣ ਲੱਗੇ, ਲਾਮਬੰਦ ਕਰਨ ਲੱਗੇ ਲੋਕਾਂ ਨੂੰ। ਭਾਈ ਭਾਗ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੈਨਕੂਵਰ ਦੇ ਉੱਤਰੀ ਅਮਰੀਕਾ ਦੇ ਸਭ ਤੋਂ ਪਹਿਲੇ ਗੁਰਦੁਆਰੇ ਨੂੰ ਬਣਾਇਆ। ਇਹ ਜਾਣੀ ਕਿ ਜਿਹੜਾ ਅਮਰੀਕਾ ਦਾ ਪਹਿਲਾ ਗੁਰਦੁਆਰਾ ਸੀ ਵੈਨਕੂਵਰ ਦੇ ਵਿੱਚ, ਇਹ ਇਹਨਾਂ ਦੇ ਸਾਥੀਆਂ ਨਾਲ ਰਲ ਕੇ ਬਣਾਇਆ। ਇਸ ਗੁਰਦੁਆਰੇ ਦੇ ਬਣਨ ਦੇ ਨਾਲ ਵੈਨਕੂਵਰ ਦੇ ਹਿੰਦੁਸਤਾਨੀਆਂ ਨੂੰ ਜੁੜ ਬੈਠਣ ਦੀ ਥਾਂ ਮਿਲੀ। 19 ਜਨਵਰੀ 1908 ਨੂੰ ਖੁੱਲ੍ਹਿਆ ਵੈਨਕੂਵਰ ਦਾ ਇਹ ਗੁਰਦੁਆਰਾ ਸਿਰਫ ਸਿੱਖਾਂ ਦਾ ਧਾਰਮਿਕ ਕੇਂਦਰ ਨਹੀਂ, ਸਗੋਂ ਬਹੁਤ ਸਾਰੇ ਹਿੰਦੁਸਤਾਨੀਆਂ ਦਾ ਸਮਾਜਿਕ ਅਤੇ ਸਿਆਸੀ ਗਤੀਵਿਧੀਆਂ ਦਾ ਵੀ ਕੇਂਦਰ ਸੀ। ਗੁਰਦੁਆਰੇ ਦੀ ਬੇਸਮੈਂਟ ਦੇ ਵਿੱਚ ਇਮੀਗ੍ਰੇਸ਼ਨ, ਨਸਲਵਾਦ, ਰਾਜਨੀਤਿਕ ਮੁੱਦਿਆਂ 'ਤੇ ਮੀਟਿੰਗਾਂ ਹੁੰਦੀਆਂ ਰਹਿੰਦੀਆਂ, ਜਿਨ੍ਹਾਂ ਦੇ ਵਿੱਚ ਹਿੰਦੂ, ਮੁਸਲਮਾਨ, ਬੰਗਾਲੀ, ਗੁਜਰਾਤੀ ਸਭ ਧਰਮਾਂ ਖਿੱਤਿਆਂ ਦੇ ਲੋਕ ਸ਼ਾਮਲ ਹੁੰਦੇ। ਇਸ ਵਕਤ ਕੁਝ ਕੱਟੜਪੰਥੀ ਸਿੱਖਾਂ ਦੀ ਕੱਟੜਤਾ ਕਾਰਨ ਸਿੱਖ ਕਮਿਊਨਿਟੀ ਦੋ ਧੜਿਆਂ ਦੇ ਵਿੱਚ ਵੰਡੀ ਹੋਈ ਸੀ। ਇੱਕ ਸੀ ਕੇਸਧਾਰੀ ਸਿੱਖ ਅਤੇ ਇੱਕ ਸੀ ਮੋਨੇ। ਆਹ ਜਿਹੜਾ ਹੁਣ ਰੱਪੜ ਪੈਂਦਾ ਨਾ ਕਿ ਦਾੜੀਆਂ ਕੱਟਦੇ ਨੇ ਜੀ, ਇਹ ਕਾਮਰੇਡ ਨੇ ਜੀ, ਇਹ ਪਤਿਤ ਨੇ ਜੀ, ਇਹ ਬੀੜੀਆਂ ਪੀਂਦੇ ਨੇ ਜੀ, ਇਹ ਉਦੋਂ ਵੀ ਸੀ। ਇੱਕ ਪਾਸੇ ਕੱਟੜਧਾਰੀ ਸਿੱਖ ਅਤੇ ਦੂਸਰੇ ਪਾਸੇ ਮੋਨੇ ਸਿੱਖ। ਸੋ ਭਾਈ ਭਾਗ ਸਿੰਘ ਨੇ 28 ਜੂਨ 1908 ਨੂੰ ਵੈਨਕੂਵਰ ਦੇ ਗੁਰਦੁਆਰੇ ਦੇ ਵਿੱਚ ਅੰਮ੍ਰਿਤ ਛਕਿਆ ਸੀ, ਪਰ ਉਹ ਕੱਟੜ ਬਿਲਕੁਲ ਨਹੀਂ ਸੀ। ਉਸਨੇ ਸਿੱਖਾਂ ਨੂੰ ਸਮਝਾਇਆ ਕਿ ਕੇਸਾਂ ਦਾ ਮਸਲਾ ਹਾਲ ਦੀ ਘੜੀ ਪਾਸੇ ਰੱਖ ਲੈਣਾ ਚਾਹੀਦਾ। ਸਭ ਤੋਂ ਪਹਿਲਾਂ ਕੈਨੇਡਾ ਵਿਚਲੇ ਨਸਲਵਾਦ ਅਤੇ ਹਿੰਦੁਸਤਾਨ ਦੀ ਆਜ਼ਾਦੀ ਦੇ ਲਈ ਮਸਲੇ ਨਾਲ ਸਾਨੂੰ ਸਿੱਝਣਾ ਚਾਹੀਦਾ। ਇਸ ਤਰ੍ਹਾਂ ਭਾਈ ਭਾਗ ਸਿੰਘ ਨੇ ਬਹੁਤ ਪਿਆਰ ਅਤੇ ਸਿਆਣਪ ਨਾਲ ਕੇਸਾਧਾਰੀ ਅਤੇ ਮੋਨੇ ਸਿੱਖਾਂ ਦੇ ਇਸ ਝਗੜੇ ਨੂੰ ਨਿਪਟਾਇਆ ਅਤੇ ਇੱਕ ਦੂਸਰੇ ਨੂੰ ਨੇੜੇ ਲਿਆਂਦਾ। ਗਦਰ ਲਹਿਰ ਦੇ ਵਿੱਚ ਕੇਸਾਧਾਰੀ ਅਤੇ ਮੋਨੇ ਸਿੱਖਾਂ ਨੇ ਰਲ ਕੇ ਸੰਘਰਸ਼ ਕੀਤਾ। ਭਾਈ ਭਾਗ ਸਿੰਘ, ਭਾਈ ਮੇਵਾ ਸਿੰਘ, ਭਾਈ ਬਲਵੰਤ ਸਿੰਘ ਵਰਗੇ ਅੰਮ੍ਰਿਤਧਾਰੀ ਸਿੱਖਾਂ ਦੀ ਬਾਬੂ ਹਰਨਾਮ ਸਿੰਘ ਸਾਰੀ ਵਰਗੇ ਮੋਨੇ ਸਿੱਖਾਂ ਨਾਲ ਬੜੀ ਨੇੜਤਾ ਰਹੀ ਸੀ। ਵੈਨਕੂਵਰ ਦੇ ਵਿੱਚ ਗੁਰਦੁਆਰਾ ਬਣਾਉਣ ਦੇ ਲਈ ਕੈਨੇਡਾ ਦੇ ਸਿੱਖਾਂ ਵੱਲੋਂ 22 ਜੁਲਾਈ 1906 ਨੂੰ ਮਤਾ ਪਾਸ ਕੀਤਾ ਗਿਆ। ਕਮੇਟੀ ਬਣਾਈ ਗਈ। ਭਾਈ ਭਾਗ ਸਿੰਘ ਇਸ ਕਮੇਟੀ ਨੂੰ ਬਣਾਉਣ ਵਾਲਿਆਂ ਦੇ ਵਿੱਚ ਮੋਹਰੀ ਸਨ। ਸਿੱਖਾਂ ਦੀ ਇਹ ਧਾਰਮਿਕ ਜਥੇਬੰਦੀ 13 ਮਾਰਚ 1909 ਨੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਨਾਂ ਥੱਲੇ ਰਜਿਸਟਰਡ ਕਰਵਾਈ ਗਈ। ਭਾਈ ਭਾਗ ਸਿੰਘ ਮਾਰਚ 1909 ਤੋਂ ਲੈ ਕੇ ਮਾਰਚ 1910 ਤੱਕ ਖਾਲਸਾ ਦੀਵਾਨ ਸੁਸਾਇਟੀ ਦੇ ਮੁੱਖ ਸਕੱਤਰ ਅਤੇ ਖਜ਼ਾਨਚੀ ਰਹੇ ਅਤੇ ਮਾਰਚ 1910 ਤੋਂ ਬਾਅਦ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਵੀ ਰਹੇ। ਭਾਈ ਭਾਗ ਸਿੰਘ ਜੋ ਕਿ ਗੁਰੂ ਸਾਹਿਬਾਨ ਦੇ ਬਹੁਤ ਹੀ ਵਧੀਆ ਅਤੇ ਉੱਚੇ ਸੁੱਚੇ ਸਿੱਖ ਸਨ, ਜੋ ਭਾਈ ਲਾਲੋ ਦੇ ਕੈਂਪ ਦੇ ਵਿੱਚ ਖੜ੍ਹੇ ਸਨ, ਆਪ ਸਿੱਖ ਧਰਮ ਦੇ ਸਰਬੱਤ ਦਾ ਭਲਾ ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ, ਬਰਾਬਰੀ, ਸਾਂਝੀਵਾਲਤਾ ਦੇ ਅਸੂਲਾਂ 'ਤੇ ਚੱਲਣ ਵਾਲੇ ਆਦਰਸ਼ਕ ਸਿੱਖ ਸਨ ਭਾਈ ਭਾਗ ਸਿੰਘ ਭਿੱਖੀਵਿੰਡ। ਕਿਉਂਕਿ ਸੋਸ਼ਲਿਸਟ ਵਿਚਾਰਧਾਰਾ ਵੀ ਬਰਾਬਰੀ ਅਤੇ ਸਾਂਝੀਵਾਲਤਾ ਦੀ ਗੱਲ ਕਰਦੀ ਹੈ, ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਵਿਰੋਧ ਕਰਦੀ ਹੈ। ਇਸ ਲਈ ਭਾਈ ਭਾਗ ਸਿੰਘ ਨੂੰ ਸਿੱਖ ਵਿਚਾਰਧਾਰਾ ਅਤੇ ਸੋਸ਼ਲਿਸਟ ਫਿਲਾਸਫੀ ਦੇ ਵਿੱਚ ਕੋਈ ਫਰਕ ਨਹੀਂ ਸੀਗਾ। ਇਸ ਲਈ ਆਪ ਜੀ.ਡੀ. ਕੁਮਾਰ ਵੱਲੋਂ ਬਣਾਈ ਗਈ ਸੋਸ਼ਲਿਸਟ ਵਿਚਾਰਧਾਰਾ ਵਾਲੀ ਜਥੇਬੰਦੀ ਹਿੰਦੁਸਤਾਨੀ ਐਸੋਸੀਏਸ਼ਨ ਦੇ ਵੀ ਪ੍ਰਧਾਨ ਰਹੇ। ਹਿੰਦੁਸਤਾਨੀ ਐਸੋਸੀਏਸ਼ਨ ਦੇ 1911 ਦੇ ਵਿੱਚ ਟੁੱਟਣ ਤੋਂ ਬਾਅਦ ਹੁਸੈਨ ਰਹੀਮ ਨੇ ਦਸੰਬਰ 1911 ਦੇ ਵਿੱਚ ਇਸ ਦੀ ਥਾਂ ਯੂਨਾਈਟਿਡ ਇੰਡੀਆ ਲੀਗ ਬਣਾਈ। ਭਾਈ ਭਾਗ ਸਿੰਘ ਸੋਸ਼ਲਿਸਟ ਵਿਚਾਰਾਂ ਵਾਲੀ ਯੂਨਾਈਟਿਡ ਇੰਡੀਆ ਲੀਗ ਦੇ ਐਗਜ਼ੈਕਟਿਵ ਅਤੇ ਪ੍ਰਮੁੱਖ ਮੈਂਬਰ ਸੀ ਅਤੇ ਭਾਈ ਭਾਗ ਸਿੰਘ ਸੋਸ਼ਲਿਸਟ ਪਾਰਟੀ ਆਫ ਕੈਨੇਡਾ ਦੇ ਵੀ ਮੈਂਬਰ ਸਨ। ਦਰਅਸਲ ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਖਾਲਸਾ ਦੀਵਾਨ ਸੁਸਾਇਟੀ ਦੀ ਐਗਜ਼ੈਕਟਿਵ ਦੇ ਅਹੁਦੇਦਾਰਾਂ ਨੇ ਹੁਸੈਨ ਰਹੀਮ ਨਾਲ ਮਿਲ ਕੇ ਵੈਨਕੂਵਰ ਦੇ ਵਿੱਚ ਸੋਸ਼ਲ ਪਾਰਟੀ ਆਫ ਕੈਨੇਡਾ ਦੀ ਇੱਕ ਸਪੈਸ਼ਲ ਬ੍ਰਾਂਚ ਤਿਆਰ ਕੀਤੀ ਸੀ। ਕੈਨੇਡਾ ਦੇ ਆਜ਼ਾਦ ਮਾਹੌਲ ਦੇ ਵਿੱਚ ਰਹਿਣ ਕਰਕੇ ਹਿੰਦੁਸਤਾਨੀ ਪ੍ਰਵਾਸੀਆਂ ਨੂੰ
ਆਪਣੀ ਗੁਲਾਮੀ ਦਾ ਬੜੀ ਸ਼ਿੱਦਤ ਦੇ ਨਾਲ ਅਹਿਸਾਸ ਹੁੰਦਾ। ਗੋਰੇ ਕਾਮਿਆਂ ਨਾਲ ਕੰਮ ਕਰਦਿਆਂ ਹਿੰਦੁਸਤਾਨੀ ਵਾਸੀ ਇਹ ਮਹਿਸੂਸ ਕਰਦੇ ਕਿ ਗੋਰੇ ਲੋਕ ਹਿੰਦੁਸਤਾਨੀਆਂ ਨਾਲੋਂ ਵਧੀਆ ਨਹੀਂ। ਨਤੀਜੇ ਵਜੋਂ ਉਹਨਾਂ ਦੇ ਮਨਾਂ ਦੇ ਵਿੱਚ ਗੋਰਿਆਂ ਲਈ ਬਣਿਆ ਰਵਾਇਤੀ ਸਤਿਕਾਰ ਘਟਦਾ ਸੀ, ਜਿਸ ਦਾ ਅਸਰ ਹਿੰਦੁਸਤਾਨ ਦੇ ਲੋਕਾਂ 'ਤੇ ਵੀ ਪੈਣਾ ਸੀ। ਹਿੰਦੁਸਤਾਨੀਆਂ ਦੇ ਮਨਾਂ ਦੇ ਵਿੱਚ ਗੋਰਿਆਂ ਦਾ ਸਤਿਕਾਰ ਅਤੇ ਵਕਾਰ ਘਟਣਾ ਬਰਤਾਨਵੀ ਸਮਾਜ ਦੇ ਵਾਸਤੇ ਖਤਰਨਾਕ ਗੱਲ ਸੀ, ਕਿਉਂਕਿ ਹਿੰਦੁਸਤਾਨ ਨੂੰ ਤਲਵਾਰ ਨਾਲ ਨਹੀਂ ਸਗੋਂ ਇਸ ਸਤਿਕਾਰ ਅਤੇ ਵਕਾਰ ਦੇ ਆਸਰੇ ਵੀ ਗੁਲਾਮ ਰੱਖਿਆ ਜਾ ਰਿਹਾ ਸੀ। ਜਾਣੀ ਕਿ ਸਾਡੇ 'ਚ ਜਿਹੜਾ ਕੰਪਲੈਕਸ ਸੀਗਾ, ਹੀਣ ਭਾਵਨਾ ਸੀ, ਉਹ ਵੀ ਸਾਡੀ ਗੁਲਾਮੀ ਦਾ ਕਾਰਨ ਸੀ ਕਿ ਗੋਰੇ ਤਾਂ ਜੀ ਬਹੁਤ ਚੰਗੇ ਨੇ। ਇਹਨਾਂ ਰਾਜਨੀਤਿਕ ਕਾਰਨਾਂ ਕਰਕੇ ਕੈਨੇਡੀਅਨ ਸਰਕਾਰ ਨੇ ਹਿੰਦੁਸਤਾਨੀਆਂ ਦੇ ਕੈਨੇਡਾ ਦੇ ਵਿੱਚ ਦਾਖਲੇ ਨੂੰ ਰੋਕਣ ਦੇ ਲਈ ਬਰਤਾਨਵੀ ਅਤੇ ਹਿੰਦੁਸਤਾਨ ਦੀ ਅੰਗਰੇਜ਼ ਸਰਕਾਰ ਨਾਲ ਸਲਾਹ ਕਰਕੇ 1908 ਦੇ ਵਿੱਚ ਇਮੀਗ੍ਰੇਸ਼ਨ ਦੇ ਸਿੱਧੇ ਸਫ਼ਰ ਦੀ ਥਾਂ ਜੇਬ ਦੇ ਵਿੱਚ $200 ਦੀ ਸ਼ਰਤ ਵਾਲੇ ਨਸਲਵਾਦੀ ਕਾਨੂੰਨ ਬਣਾਏ ਕਿ ਜੇ ਤੁਹਾਡੇ ਕੋਲ $200 ਹੈਗਾ ਤਾਂ ਤੁਸੀਂ ਕੈਨੇਡਾ ਐਂਟਰ ਹੋ ਸਕਦੇ ਹੋ। ਉਸ ਵਕਤ ਕਿਸੇ ਵੀ ਕੰਪਨੀ ਦਾ ਕੋਈ ਜਹਾਜ਼ ਹਿੰਦੁਸਤਾਨ ਤੋਂ ਚੱਲ ਕੇ ਸਿੱਧਾ ਕੈਨੇਡਾ ਨਹੀਂ ਸੀ ਆਉਂਦਾ। ਸਪਸ਼ਟ ਸੀ ਕਿ ਕਾਨੂੰਨ ਬਣਾਉਣ ਵਾਲਿਆਂ ਦਾ ਅਸਲ ਦੇ ਵਿੱਚ ਇੱਕੋ ਮਕਸਦ ਸੀ ਕਿ ਹਿੰਦੁਸਤਾਨੀਆਂ ਨੂੰ ਕਿਵੇਂ ਕੈਨੇਡਾ ਆਉਣ ਤੋਂ ਰੋਕਣਾ। ਇਸ ਕਾਨੂੰਨ ਦੇ ਬਣਨ ਦੇ ਨਾਲ 1908 ਤੋਂ ਬਾਅਦ ਹਿੰਦੁਸਤਾਨੀਆਂ ਦਾ ਕੈਨੇਡਾ ਆਉਣਾ ਤਕਰੀਬਨ ਬੰਦ ਹੋ ਗਿਆ। ਬਰਤਾਨਵੀ ਸਲਤਨਤ ਦੀਆਂ ਚਿੱਟੀਆਂ ਕਲੋਨੀਆਂ ਦੇ ਵਿੱਚ ਹਿੰਦੁਸਤਾਨੀਆਂ ਦਾ ਦਾਖਲਾ ਰੋਕਣ ਦੇ ਵਾਸਤੇ ਹਰ ਹਰਵਾ ਜਰਵਾ ਹੀਲਾ ਵਸੀਲਾ ਵਰਤਿਆ ਜਾਣ ਲੱਗਾ। ਅਤੇ ਇਸੇ ਦੌਰਾਨ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਵੀ, ਕਿਉਂਕਿ ਉਹ ਵੀ ਅੰਗਰੇਜ਼ਾਂ ਦੀ ਬਸਤੀ ਸੀ, 1901 ਦੇ ਵਿੱਚ ਇਮੀਗ੍ਰੇਸ਼ਨ ਰਿਸਟ੍ਰਿਕਸ਼ਨ ਐਕਟ ਅਤੇ 1901 ਦੇ ਵਿੱਚ ਲੇਬਰ ਰਿਕਰੂਟਮੈਂਟ ਐਕਟ ਪਾਸ ਕੀਤੇ ਜਾਣ ਨਾਲ ਹਿੰਦੁਸਤਾਨੀਆਂ ਦਾ ਆਸਟ੍ਰੇਲੀਆ ਜਾਣਾ ਇਸ ਤੋਂ ਪਹਿਲਾਂ ਹੀ ਬੰਦ ਹੋ ਚੁੱਕਾ ਸੀ। ਇਸ ਦੇ ਨਾਲ ਨਾਲ ਨਿਊਜ਼ੀਲੈਂਡ ਦੇ ਵਿੱਚ ਵੀ ਇਸ ਤਰ੍ਹਾਂ ਦੇ ਵਿਤਕਰਿਆਂ ਭਰੇ ਕਾਨੂੰਨ ਬਣਾਏ ਗਏ ਸਨ ਅਤੇ ਹੁਣ ਕੈਨੇਡਾ ਦੇ ਵਿੱਚ ਹਿੰਦੁਸਤਾਨੀਆਂ ਦਾ ਆਉਣਾ ਬੰਦ ਸੀ। ਸੋ ਬਰਤਾਨਵੀ ਸਲਤਨਤ ਦੇ ਵਿੱਚ ਹਿੰਦੁਸਤਾਨੀਆਂ ਨਾਲ ਹੋ ਰਹੇ ਇਸ ਮਤਰੇਵੇ ਬੱਚਿਆਂ ਵਾਲੇ ਸਲੂਕ ਦਾ ਹਿੰਦੁਸਤਾਨੀਆਂ ਦੇ ਮਨ ਦੇ ਵਿੱਚ ਬਹੁਤ ਰੰਜ ਵੱਧਦਾ ਗਿਆ ਅਤੇ ਉਹ ਆਪਣੇ ਮੁਲਕ ਦੀ ਗੁਲਾਮੀ ਤੋਂ ਮਾਯੂਸ ਹੁੰਦੇ ਗਏ ਅਤੇ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਹੋਰ ਜੋਸ਼ ਭਰਦਾ ਗਿਆ। ਉਹਨਾਂ ਨੇ ਵੈਨਕੂਵਰ ਦੀ ਸਿੱਖ ਕਮਿਊਨਿਟੀ ਨੂੰ ਇਹਨਾਂ ਵਿਤਕਰਿਆਂ ਦੇ ਵਿਰੁੱਧ ਜਾਗਰਤ ਕਰਨਾ ਸ਼ੁਰੂ ਕੀਤਾ। ਹਿੰਦੁਸਤਾਨੀਆਂ ਤੋਂ ਵੋਟ ਦਾ ਹੱਕ ਖੋਹਣ ਅਤੇ ਇਮੀਗ੍ਰੇਸ਼ਨ ਦੇ ਨਸਲਵਾਦੀ ਕਾਨੂੰਨ ਬਣਾ ਕੇ ਉਹਨਾਂ ਦਾ ਕੈਨੇਡਾ ਆਉਣਾ ਬੰਦ ਕਰਨਾ ਅਤੇ ਹਿੰਦੁਸਤਾਨੀਆਂ ਦਾ ਸਫਾਇਆ ਕਰਨਾ, ਇਸ ਦੇ ਨਾਲ ਨਾਲ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਨੇ ਜਿਹੜੀਆਂ ਉਹ ਇਮੀਗ੍ਰੇਸ਼ਨ ਦੇ ਮੁਤੱਲਕ ਅੰਗਰੇਜ਼ ਸਰਕਾਰ ਵੱਲੋਂ ਘੜੀਆਂ ਗਈਆਂ। ਇਸੇ ਦੌਰਾਨ ਹਿੰਦੁਸਤਾਨੀਆਂ ਤੋਂ ਵੋਟ ਦਾ ਹੱਕ ਖੋਹਣਾ, ਨਸਲਵਾਦੀ ਕਾਨੂੰਨ ਬਣਾ ਕੇ ਉਹਨਾਂ ਦਾ ਕੈਨੇਡਾ ਆਉਣਾ ਬੰਦ ਕਰਨਾ। ਸਾਜ਼ਿਸ਼ ਦੇ ਦੂਸਰੇ ਹਿੱਸੇ ਅਧੀਨ ਕੈਨੇਡਾ ਸਰਕਾਰ ਨੇ ਅਕਤੂਬਰ-ਨਵੰਬਰ 1908 ਦੇ ਵਿੱਚ ਕੈਨੇਡਾ ਦੇ ਸਾਰੇ ਹਿੰਦੁਸਤਾਨੀਆਂ ਨੂੰ ਇੱਥੋਂ ਕੱਢ ਕੇ ਸੈਂਟਰਲ ਅਮਰੀਕਾ ਦੀ ਬ੍ਰਿਟਿਸ਼ ਕਲੋਨੀ ਹਾਂਡੂਰਸ ਦੇ ਵਿੱਚ ਭੇਜਣ ਦਾ ਫੈਸਲਾ ਕੀਤਾ। ਕੈਨੇਡਾ ਸਰਕਾਰ ਨੇ ਹਿੰਦੁਸਤਾਨੀ ਵਾਸੀਆਂ ਉੱਤੇ ਬੜਾ ਦਬਾਅ ਬਣਾਇਆ ਕਿ ਉਹ ਕੈਨੇਡਾ ਛੱਡ ਕੇ ਹਾਂਡੂਰਸ ਚਲੇ ਜਾਣ। ਭਾਈ ਭਾਗ ਸਿੰਘ, ਸੰਤ ਤੇਜਾ ਸਿੰਘ, ਭਾਈ ਬਲਵੰਤ ਸਿੰਘ ਵਰਗੇ ਕਮਿਊਨਿਟੀ ਦੇ ਦੂਸਰੇ ਲੀਡਰਾਂ ਨੇ ਨਾਲ ਰਲ ਕੇ ਕੈਨੇਡਾ ਸਰਕਾਰ ਦਾ ਇਹ ਹਾਂਡੂਰਸ ਜਾਣ ਦਾ ਫੈਸਲਾ ਰੱਦ ਕਰ ਦਿੱਤਾ। ਇਸੇ ਤਰ੍ਹਾਂ ਭਾਈ ਭਾਗ ਸਿੰਘ ਦੀ ਅਗਵਾਈ ਦੇ ਵਿੱਚ ਉਸ ਵਕਤ ਹਿੰਦੁਸਤਾਨੀ ਕਮਿਊਨਿਟੀ ਕੈਨੇਡਾ ਤੋਂ ਉਜੜਨੋਂ ਬਚ ਗਈ ਅਤੇ ਉਹ ਹਾਂਡੂਰਸ ਜਾਣ ਤੋਂ ਮੁਨਕਰ ਹੋ ਗਏ। ਭਾਈ ਭਾਗ ਸਿੰਘ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਕੀਤੇ ਸਿਆਸੀ ਪ੍ਰਚਾਰ ਦਾ ਸਿੱਟਾ ਸੀ ਕਿ ਕੈਨੇਡਾ ਦੇ ਹਿੰਦੁਸਤਾਨੀ ਵਾਸੀ ਅੰਗਰੇਜ਼ ਸਰਕਾਰ ਅਤੇ ਕੈਨੇਡੀਅਨ ਸਰਕਾਰ ਦੀ ਅਸਲੀਅਤ ਸਮਝਣ ਲੱਗੇ। ਕੈਨੇਡਾ ਰਹਿੰਦੇ ਹਿੰਦੁਸਤਾਨੀਆਂ ਦੇ ਵਿੱਚ ਇੱਕ ਵੱਡੀ ਗਿਣਤੀ ਉਹਨਾਂ ਸਾਬਕਾ ਸਿੱਖ ਫੌਜੀਆਂ ਦੀ ਸੀ ਜੋ ਹਿੰਦੁਸਤਾਨੀ ਅੰਗਰੇਜ਼ੀ ਫੌਜ ਦੇ ਵਿੱਚ ਨੌਕਰੀਆਂ ਕਰਦੇ ਸਨ। ਅੰਗਰੇਜ਼ਾਂ ਲਈ ਕੀਤੀਆਂ ਫੌਜੀ ਖਿਦਮਤਾਂ, ਸਾਮਰਾਜੀ ਜੰਗਾਂ ਦੇ ਵਿੱਚ ਮਾਰੀਆਂ ਤੇਗਾਂ 'ਤੇ ਉਹਨਾਂ ਨੂੰ ਬੜਾ ਮਾਣ ਸੀ। ਉਹਨਾਂ ਕੋਲ ਫੌਜੀ ਵਰਦੀਆਂ, ਤਗਮੇ, ਅੰਗਰੇਜ਼ ਅਫਸਰਾਂ ਵੱਲੋਂ ਮਿਲੇ ਆਨਲੇਬਲ ਡਿਸਚਾਰਜ ਸਰਟੀਫਿਕੇਟ ਅਤੇ ਬੜੇ ਦਸਤਾਵੇਜ਼ ਸੀ। ਉਹ ਆਪਣੀਆਂ ਵਰਦੀਆਂ ਪਾ ਕੇ, ਹਿੱਕਾਂ 'ਤੇ ਮੈਡਲ ਸਜਾ ਕੇ, ਜੇਬਾਂ ਦੇ ਵਿੱਚ ਅੰਗਰੇਜ਼ ਅਫਸਰਾਂ ਵੱਲੋਂ ਦਿੱਤੇ ਸਿਫਾਰਸ਼ੀ ਖੱਤ ਪਾ ਕੇ ਵੈਨਕੂਵਰ ਦੀਆਂ ਸੜਕਾਂ 'ਤੇ ਨਿਕਲਦੇ ਸਨ ਤਾਂ ਜੋ ਉਹ ਗੋਰਿਆਂ ਨੂੰ ਦੱਸ ਸਕਣ ਕਿ ਉਹ ਵੀ ਅੰਗਰੇਜ਼ੀ ਰਾਜ ਦੇ ਖਾਸ ਵਫਾਦਾਰ ਨੇ। ਪਰ ਉਹਨਾਂ ਨੂੰ ਜਲਦੀ ਪਤਾ ਲੱਗ ਗਿਆ ਕਿ ਇਹ ਸਿਰਫ ਸ਼ੋਸ਼ਾ ਸੀ, ਇਸ ਦੀ ਕੋਈ ਬਹੁਤੀ ਵੈਲਿਊ ਨਹੀਂ ਸੀ। ਗੋਰੇ ਉਹਨਾਂ ਨੂੰ ਉਸੇ ਤਰ੍ਹਾਂ ਜਲੀਲ ਕਰਦੇ, ਸਲੇਵ ਕਹਿ ਕੇ ਗੋਰਿਆਂ ਦੇ ਬੱਚੇ ਵੀ ਉਹਨਾਂ ਨੂੰ ਜਲੀਲ ਕਰਦੇ। ਭਾਈ ਭਾਗ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਪ੍ਰਚਾਰ ਸਦਕਾ ਸਿਆਸੀ ਸੂਝ ਕਾਰਨ ਇਹ ਸਾਬਕਾ ਸਿੱਖ ਫੌਜੀ ਵੀ ਮਹਿਸੂਸ ਕਰਨ ਲੱਗੇ ਕਿ ਹਿੰਦੁਸਤਾਨ ਦੀ ਅੰਗਰੇਜ਼ੀ ਫੌਜ ਦੇ ਵਿੱਚ ਉਹਨਾਂ ਦਾ ਰੋਲ ਗੁਰੂ ਗੋਬਿੰਦ ਸਿੰਘ ਦੇ ਉਹਨਾਂ ਸਿੰਘਾਂ ਵਾਲਾ ਨਹੀਂ ਜੋ ਹਿੰਦੁਸਤਾਨ ਦੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਉਣ ਦੇ ਲਈ
ਆਪਣਾ ਆਪ ਵਾਰਦੇ ਰਹੇ ਨੇ। ਇਹਨਾਂ ਸਾਬਕਾ ਸਿੱਖ ਫੌਜੀਆਂ ਨੇ ਸ਼ਰਮ ਮਹਿਸੂਸ ਕੀਤੀ ਕਿ ਹਿੰਦੁਸਤਾਨ ਦੀ ਅੰਗਰੇਜ਼ੀ ਫੌਜ ਦੇ ਵਿੱਚ ਇਹਨਾਂ ਦਾ ਰੋਲ ਤਾਂ ਭਾੜੇ ਦੇ ਸਿਪਾਹੀਆਂ ਵਾਲਾ ਸੀ, ਜਿਨ੍ਹਾਂ ਨੇ ਨਾ ਸਿਰਫ ਹਿੰਦੁਸਤਾਨ ਨੂੰ ਗੁਲਾਮ ਬਣਾਈ ਰੱਖਣ ਦੇ ਲਈ ਅੰਗਰੇਜ਼ਾਂ ਦੀ ਮਦਦ ਕੀਤੀ, ਸਗੋਂ ਉਹਨਾਂ ਦੀ ਗੁਲਾਮੀ ਹਿੰਦੁਸਤਾਨ ਤੋਂ ਬਾਹਰ ਦੂਜੇ ਮੁਲਕਾਂ ਦੇ ਵਿੱਚ ਵੀ ਵੱਲ ਵੀ ਢੋਈ ਸੀ। ਨਵੀਂ ਮਿਲੀ ਸਿਆਸੀ ਚੇਤਨਾ ਕਰਕੇ ਉਹਨਾਂ ਆਪਣੀਆਂ ਵਰਦੀਆਂ, ਤਗਮਿਆਂ ਅਤੇ ਸਰਟੀਫਿਕੇਟਾਂ ਤੋਂ ਸ਼ਰਮ ਆਉਣ ਲੱਗੀ। ਇਸ ਅਸਰ ਦੇ ਅਧੀਨ 3 ਅਕਤੂਬਰ 1909 ਨੂੰ ਵੈਨਕੂਵਰ ਦੇ ਗੁਰਦੁਆਰੇ ਦੇ ਵਿੱਚ ਇੱਕ ਵਿਸ਼ੇਸ਼ ਘਟਨਾ ਘਟ ਗਈ। ਭਾਈ ਭਾਗ ਸਿੰਘ ਦਾ ਦੋਸਤ ਭਾਈ ਨੱਥਾ ਸਿੰਘ ਬਿਲਗਾ ਪਿੰਡ ਤੋਂ, ਜੋ ਬਹੁਤ ਹੀ ਵਧੀਆ ਸਿੱਖ ਸੋਸ਼ਲਿਸਟ ਵਿਚਾਰਾਂ ਤੇ ਰਾਜਨੀਤਿਕ ਜਥੇਬੰਦੀ ਹਿੰਦੁਸਤਾਨ ਐਸੋਸੀਏਸ਼ਨ ਦਾ ਸਰਗਰਮ ਮੈਂਬਰ ਸੀ, ਉਹ ਸੰਗਤ ਸਾਹਮਣੇ ਖੜਾ ਹੋਇਆ। ਉਸ ਨੇ ਹਿੰਦੁਸਤਾਨ, ਦੁਨੀਆ ਦੇ ਦੂਜੇ ਹਿੱਸਿਆਂ ਤੇ ਖਾਸ ਕਰਕੇ ਬ੍ਰਿਟਿਸ਼ ਕਲੋਨੀਆਂ ਦੇ ਵਿੱਚ ਹਿੰਦੁਸਤਾਨੀਆਂ ਦੀ ਭੈੜੀ ਹਾਲਾਤ ਬਾਰੇ ਵਿਖਿਆਨ ਕੀਤਾ ਤੇ ਦਲੀਲ ਦਿੱਤੀ ਕਿ ਜੋ ਮੈਡਲ ਉਹ ਸੀਨੇ ਤੇ ਲਗਾਈ ਫਿਰਦੇ ਨੇ, ਉਹਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਭਾੜੇ ਦੇ ਫੌਜੀ ਨੇ, ਜੋ ਅੰਗਰੇਜ਼ਾਂ ਲਈ ਆਪਣੇ ਦੇਸ਼ ਵਾਸੀਆਂ ਤੇ ਦੂਸਰੇ ਆਜ਼ਾਦ ਲੋਕਾਂ ਦੇ ਵਿਰੁੱਧ ਲੜੇ। ਅੰਗਰੇਜ਼ੀ ਫੌਜ ਲਈ ਲੜਾਈਆਂ ਲੜ ਕੇ ਲਏ ਬਹਾਦਰੀ ਦੇ ਮੈਡਲ ਨਹੀਂ, ਸਗੋਂ ਇਹ ਗੁਲਾਮੀ ਦੇ ਮੈਡਲ ਕਹੇ ਜਾਣੇ ਚਾਹੀਦੇ ਨੇ। ਇਸ ਤੋਂ ਬਾਅਦ ਉਸ ਨੇ ਮਤਾ ਰੱਖਿਆ ਕਿ ਗੁਰਦੁਆਰੇ ਦੀ ਐਗਜ਼ੈਕਟਿਵ ਕਮੇਟੀ ਦਾ ਕੋਈ ਵੀ ਮੈਂਬਰ ਅਜਿਹਾ ਤਗਮਾ, ਬਟਨ, ਵਰਦੀ ਜਾਂ ਇਨਸਿਗਨੀਆ ਨਹੀਂ ਪਹਿਨੇਗਾ ਜਿਸ ਤੋਂ ਇਹ ਪਤਾ ਲੱਗੇ ਕਿ ਇਸ ਨੂੰ ਪਹਿਨਣ ਵਾਲਾ ਅੰਗਰੇਜ਼ਾਂ ਦੀ ਫੌਜ ਦਾ ਇੱਕ ਗੁਲਾਮ ਹੈ। ਸੋ ਜੈਕਾਰਿਆਂ ਦੀ ਗੂੰਜ ਦੇ ਨਾਲ ਇਹ ਅੰਗਰੇਜ਼ ਪ੍ਰਸਤ ਫੌਜੀਆਂ ਦੀਆਂ ਵਰਦੀਆਂ ਤੇ ਉਹਨਾਂ ਦੇ ਸਨਮਾਨਾਂ ਦੇ ਵਿਰੁੱਧ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ, ਕਿਉਂਕਿ ਉਹਨਾਂ ਸਿੱਖ ਫੌਜੀਆਂ ਨੇ ਵੀ ਇਹ ਗੱਲ ਮੰਨ ਲਈ ਕਿ ਇਹ ਸਾਨੂੰ ਸਿਰਫ ਵਰਤਿਆ ਗਿਆ। ਸੋ ਖਾਲਸਾ ਦੀਵਾਨ ਸੁਸਾਇਟੀ ਦੇ ਉਪ ਪ੍ਰਧਾਨ 14ਵੀਂ ਸਿੱਖ ਰੈਜੀਮੈਂਟ ਦੇ ਸਾਬਕਾ ਫੌਜੀ ਮੋਗੇ ਲਾਗੇ ਫੂਲਾ ਸਿੰਘ ਵਾਲੀ ਕੋਕਰੀ ਦੇ ਭਾਈ ਗਰੀਬ ਸਿੰਘ ਨੇ ਚੀਨ ਦੇ ਵਿੱਚ ਬਾਕਸਰ ਵਿਰੋਧ ਵੇਲੇ ਜੋ ਬਹਾਦਰੀ ਵਿਖਾਈ ਸੀ, ਉਸ ਨੇ ਉਹ ਤਗਮਾ ਉਸੇ ਵਕਤ ਲਾ ਕੇ ਸਕੱਤਰ ਭਾਈ ਭਾਗ ਸਿੰਘ ਸਕੱਤਰ ਭਾਈ ਭਾਗ ਸਿੰਘ ਭਿੱਖੀਵਿੰਡ ਸੀ ਜਿਹੜੇ ਸ਼ਹੀਦ, ਉਹਨਾਂ ਨੇ ਵੀ ਆਪਣੀ ਵਰਦੀ ਤੇ ਆਨਰੇਬਲ ਡਿਸਚਾਰਜ ਸਰਟੀਫਿਕੇਟ ਨੂੰ ਉੱਥੇ ਹੀ ਅੱਗ ਲਾ ਦਿੱਤੀ। ਬਹੁਤ ਸਾਰੇ ਹੋਰ ਸਿੱਖ ਫੌਜੀਆਂ ਨੇ ਵੀ ਆਪਣੇ ਮੈਡਲ, ਵਰਦੀਆਂ, ਫੋਟੋਆਂ, ਸਰਟੀਫਿਕੇਟ ਸਭ ਸਾੜ ਸੁੱਟੇ। ਇਹ ਬ੍ਰਿਟਿਸ਼ ਫੌਜ ਦੀਆਂ ਵਰਦੀਆਂ, ਮੈਡਲ ਸਾੜਨੇ ਕੋਈ ਸਧਾਰਨ ਘਟਨਾ ਨਹੀਂ ਸੀ, ਇਹ ਇੱਕ ਤਰੀਕੇ ਦੀ ਬਗਾਵਤ ਸੀ। ਉਸ ਸਮੇਂ ਪੰਜਾਬ ਦੇ ਸਿੱਖ ਰਾਜੇ, ਸਰਦਾਰ, ਜਗੀਰਦਾਰ, ਜੈਲਦਾਰ, ਚੀਫ ਖਾਲਸਾ ਦੀਵਾਨ, ਕਿਉਂਕਿ ਚੀਫ ਖਾਲਸਾ ਦੀਵਾਨ ਵੀ ਸਿੱਧਾ ਅੰਗਰੇਜ਼ਾਂ ਦੇ ਹੱਕ 'ਚ ਭੁਗਤਦਾ ਸੀ। ਇਹ ਗੁਰਦੁਆਰਿਆਂ ਦੇ ਪੁਜਾਰੀ ਜਿਵੇਂ ਜਥੇਦਾਰ ਰੋੜ ਸਿੰਘ ਜਾਂ ਹੋਰ ਇਹ ਜਿਹੜੀ ਐਲੀਟ ਕਲਾਸ ਸਿੱਖ ਸੀ, ਇਹ ਨਿੱਜੀ ਹਿੱਤਾਂ ਕਾਰਨ ਅੰਗਰੇਜ਼ ਪ੍ਰਸਤ ਬਣੇ ਹੋਏ ਸਨ ਅਤੇ ਉਹ ਸਿੱਖਾਂ ਨੂੰ ਸਿੱਖੀ ਸੋਚ ਤੋਂ ਦੂਰ ਲਿਜਾ ਕੇ ਅੰਗਰੇਜ਼ਾਂ ਦੇ ਵਫਾਦਾਰ ਜਟਾਉਣ ਤੱਕ ਜੁਟੇ ਹੋਏ ਸਨ, ਜਾਣੀ ਕਿ ਟੋਡੀਆਂ ਵਾਲਾ ਕੰਮ ਸੀ ਇਹਨਾਂ ਸਭ ਲੋਕਾਂ ਦਾ। ਉਹ ਅੰਗਰੇਜ਼ਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਭੇਜੇ ਫੌਜੀ ਟੋਪੀ ਵਾਲੇ ਸਿੱਖ ਦੱਸਦੇ ਸਨ। ਮੈਂ ਜ਼ਿਕਰ ਕੀਤਾ ਕਿ ਕਈ ਸਾਖੀਆਂ ਕਢਾਈਆਂ ਗਈਆਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਕੈਦ ਸਨ ਅਤੇ ਉਦੋਂ ਫਿਰ ਗੁਰੂ ਸਾਹਿਬ ਦੇ ਮੂੰਹੋਂ ਇਹ ਅਖਵਾਇਆ ਗਿਆ ਸਾਖੀਆਂ 'ਚ ਕਿ ਮੇਰੇ ਸਿੱਖ ਪੱਛਮ ਤੋਂ ਆਉਣਗੇ, ਜਿਨ੍ਹਾਂ ਨੇ ਟੋਪੀਆਂ ਪਹਿਨੀਆਂ ਹੋਣਗੀਆਂ, ਇਹ ਮੁਗਲਾਂ ਤੋਂ ਬਦਲਾ ਲੈਣਗੇ। ਜਾਣੀ ਇਹ ਇੱਕ ਸਕੀਮ ਸੀ ਸਿੱਖਾਂ ਦੇ ਜੁਝਾਰੂਪਣ ਨੂੰ ਖ਼ਤਮ ਕਰਕੇ ਅੰਗਰੇਜ਼ਾਂ ਦੀ ਚਾਪਲੂਸੀ ਕਰਨ ਵਾਸਤੇ। ਸੋ ਚੀਫ ਖਾਲਸਾ ਦੀਵਾਨ ਵਾਲੇ ਅੰਗਰੇਜ਼ ਰਾਜ ਦੇ ਵਾਧੇ, ਉਸ ਦੀ ਸਲਾਮਤੀ ਲਈ ਅਰਦਾਸਾਂ ਕਰਿਆ ਕਰਦੇ ਸਨ। ਆਹੀ ਜਿਨ੍ਹਾਂ ਦੇ ਹੁਣ ਚਰਨਜੀਤ ਸਿੰਘ ਚੱਡਾ, ਕਿਉਂਕਿ ਇਹਦੇ 'ਚ ਬਹੁਤੇ ਐਲੀਟ ਕਲਾਸ ਸਿੱਖ ਨੇ, ਸ਼ਹਿਰੀ ਸਿੱਖ ਨੇ। ਸੋ ਇਹ ਅੰਗਰੇਜ਼ ਰਾਜ ਦੀ ਸਲਾਮਤੀ ਦੇ ਵਾਸਤੇ ਅਰਦਾਸਾਂ ਕਰਿਆ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਦੀਆਂ ਪਾਠ ਦੀਆਂ। ਹਰਿਮੰਦਰ ਸਾਹਿਬ ਦੇ ਅੰਗਰੇਜ਼ ਪ੍ਰਸਤ ਪੁਜਾਰੀਆਂ ਨੇ ਤਾਂ ਅਕਾਲ ਤਖਤ ਤੋਂ ਹੁਕਮਨਾਮਾ ਕੱਢ ਕੇ 1914-15 ਦੇ ਵਿੱਚ ਵੀ ਕੈਨੇਡਾ, ਅਮਰੀਕਾ ਅਤੇ ਹੋਰ ਬਾਹਰਲੇ ਦੇਸ਼ਾਂ ਤੋਂ ਗਏ ਗਦਰੀਆਂ ਨੂੰ ਗਦਾਰ, ਡਾਕੂ ਗਰਦਾਨ ਦਿੱਤਾ ਸੀ ਅਕਾਲ ਤਖਤ ਤੋਂ 1914-15 'ਚ ਕਿ ਇਹ ਡਾਕੂ ਨੇ। ਇਹ ਹਾਲਾਤ ਸੀ ਮੁਲਕ ਮੇਰੇ ਦੀ। ਜਲ੍ਹਿਆਂਵਾਲੇ ਬਾਗ ਦੇ ਕਾਤਲ ਜਰਨੈਲ ਡਾਇਰ ਨੂੰ ਵੀ ਅਕਾਲ ਤਖਤ ਸੱਦ ਕੇ ਸਰੋਪਾ ਦਿੱਤਾ ਗਿਆ ਅਤੇ ਉਸ ਨੂੰ ਸਿੰਘ ਸਜਾਉਣ ਦਾ ਵੀ ਬੇਸ਼ਰਮ ਨਾਟਕ ਅਕਾਲ ਤਖਤ ਤੇ ਹੋਇਆ। ਇਹ ਸੋਹਣ ਸਿੰਘ ਜੋਸ਼ ਲਿਖਦਾ ਅਕਾਲੀ ਮੋਰਚਿਆਂ ਦਾ ਇਤਿਹਾਸ, GS ਦਿਓਲ ਲਿਖਦਾ ਦੀ ਰੋਲ ਆਫ ਗਦਰ ਪਾਰਟੀ ਇਨ ਨੈਸ਼ਨਲ ਮੂਵਮੈਂਟ, ਲਾਨ ਕੋਵਨ ਲਿਖਦਾ ਦੀ ਲਾਈਫ ਆਫ ਜਰਨਲ ਡਾਇਰ। ਇਹ ਉਹਦੇ ਫੁੱਟ ਨੋਟ ਨੇ, ਇਹ ਨਹੀਂ ਕਿ ਅਗਲੇ ਕੋਲੋਂ ਗੱਲ ਬਣਾ ਕੇ ਛੱਡ ਦਿੱਤੀ ਹੈ। ਜਾਣੀ ਅਕਾਲ ਤਖਤ ਜੋ ਕਿਹਾ ਜਾਂਦਾ ਕਿ ਸਿੱਖੀ ਦੀ ਸ਼ਾਨ ਹੈ, ਅਕਾਲ ਤਖਤ ਮਹਾਨ ਹੈ, ਉਦੋਂ ਵੀ ਇਹ ਅੰਗਰੇਜ਼ਾਂ ਦੀ ਮਹਾਨਤਾ ਦੀਆਂ ਗੱਲਾਂ ਕਰਦਾ ਸੀ। ਜਥੇਦਾਰ ਰੋੜ ਸਿੰਘ ਜਾਂ ਹੋਰ ਪਿਛਲਿਆਂ ਨੇ ਕੀ ਕੁਛ ਕੀਤਾ, ਇਹ ਗੱਲਾਂ ਔਨ ਰਿਕਾਰਡ ਨੇ, ਕੋਈ ਇਹ ਸੁਣੀਆਂ ਸੁਣਾਈਆਂ ਨਹੀਂ ਹੈ। ਇਹ ਅੰਗਰੇਜ਼ਾਂ ਨੇ ਵੀ ਕੋਟ ਕੀਤੀਆਂ ਅਤੇ ਭਾਰਤੀ ਪੰਜਾਬੀ ਇਤਿਹਾਸਕਾਰਾਂ ਨੇ ਵੀ। ਅਤੇ
ਜਰਨਲ ਡਾਇਰ ਨੂੰ ਸਿੰਘ ਸਜਾਉਣ ਦਾ ਬੇਸ਼ਰਮ ਨਾਟਕ ਵੀ ਅਕਾਲ ਤਖਤ 'ਤੇ ਹੋਇਆ, ਪਰ ਅਕਤੂਬਰ 1909 ਨੂੰ ਵੈਨਕੂਵਰ ਦੇ ਗੁਰਦੁਆਰੇ ਦੇ ਵਿੱਚ ਅੰਗਰੇਜ਼ਾਂ ਦੀ ਗੁਲਾਮੀ ਦੇ ਚਿੰਨ੍ਹ, ਵਰਦੀਆਂ, ਤਗਮੇ, ਸਰਟੀਫਿਕੇਟ ਸਾੜਨ ਦੀ ਘਟਨਾ ਦਾ ਵਾਪਰ ਜਾਣਾ ਕੋਈ ਸਬੱਬੀ ਨਹੀਂ ਸੀ। ਵੈਨਕੂਵਰ ਦੇ ਸਿੱਖਾਂ ਦੀ ਸੋਚ ਦੇ ਵਿੱਚ ਇਹ ਤਬਦੀਲੀ ਐਵੇਂ ਨਹੀਂ ਸੀ ਆਈ। ਇਸ ਤਬਦੀਲੀ ਦੇ ਵਿੱਚ ਭਾਈ ਭਾਗ ਸਿੰਘ ਭਿੱਖੀਵਿੰਡ ਤੇ ਇਹਨਾਂ ਸਾਥੀਆਂ ਵੱਲੋਂ ਕੀਤੇ ਪ੍ਰਚਾਰ ਦਾ ਇਹ ਸਿੱਟਾ ਸੀ। ਸ਼ਹੀਦ ਭਾਈ ਭਾਗ ਸਿੰਘ ਹੋਰਾਂ ਦੇ ਲਈ ਪੰਜਾਬ ਦੇ ਮੁਕਾਬਲੇ ਕੈਨੇਡਾ ਰਹਿੰਦੇ ਸਿੱਖਾਂ ਨੂੰ ਸਿਆਸੀ ਤੌਰ 'ਤੇ ਜਾਗਰਤ ਕਰਨਾ ਤੇ ਉਹਨਾਂ ਨੂੰ ਅੰਗਰੇਜ਼ ਸਾਮਰਾਜ ਦੇ ਵਿਰੁੱਧ ਸੰਘਰਸ਼ ਲਈ ਲਾਮਬੰਦ ਕਰਨਾ ਸੌਖਾ ਸੀ, ਕਿਉਂਕਿ ਇੱਥੇ ਸਿੱਖਾਂ ਨੂੰ ਡਰਾਉਣ, ਧਮਕਾਉਣ, ਵਰਗਲਾਉਣ ਤੇ ਭਰਮਾਉਣ ਵਾਲੀ ਪੰਜਾਬ ਵਿਚਲੀ ਅੰਗਰੇਜ਼ ਪ੍ਰਸਤ ਲੀਡਰਸ਼ਿਪ ਸੀ ਜਿਹੜੀ ਸਿੱਖਾਂ ਦੀ, ਉਹ ਨਹੀਂ ਸੀ। ਭਾਈ ਭਾਗ ਸਿੰਘ 4 ਮਈ 1910 ਨੂੰ ਐਂਪਰੈਸ ਆਫ ਜਾਪਾਨ ਰਾਹੀਂ ਵੈਨਕੂਵਰ ਤੋਂ ਹਿੰਦੁਸਤਾਨ ਆ ਗਏ ਜਹਾਜ਼ ਦੇ ਰਾਹੀਂ। ਆਪ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਾ ਸੀ ਤੇ ਆਪ ਨੇ ਹਿੰਦੁਸਤਾਨ ਪੁੱਜ ਕੇ ਜਾਤ ਪਾਤ ਦੇ ਬੰਧਨ ਨੂੰ ਤੋੜਦਿਆਂ ਪੇਸ਼ਾਵਰ ਨਿਵਾਸੀ ਬੀਬੀ ਹਰਨਾਮ ਕੌਰ ਨਾਲ ਵਿਆਹ ਕਰਾ ਲਿਆ। ਵੈਨਕੂਵਰ ਗੁਰਦੁਆਰੇ ਦੇ ਗ੍ਰੰਥੀ ਭਾਈ ਬਲਵੰਤ ਸਿੰਘ ਵੀ ਅਕਤੂਬਰ 1909 ਨੂੰ ਦੇਸ਼ ਨੂੰ ਗਏ ਤੇ ਇਹਨਾਂ ਦੋਹਾਂ ਲੀਡਰਾਂ ਨੇ ਆਪਣੇ ਪਰਿਵਾਰਾਂ ਸਮੇਤ 1911 ਦੇ ਵਿੱਚ ਕਲਕੱਤਿਓਂ ਕੈਨੇਡਾ ਨੂੰ ਚਾਲੇ ਪਾਏ ਤੇ ਰਸਤੇ ਦੇ ਵਿੱਚ ਭਾਈ ਭਾਗ ਸਿੰਘ ਦੀ ਪਤਨੀ ਹਰਨਾਮ ਕੌਰ ਨੇ ਨਵੰਬਰ 1911 ਦੇ ਵਿੱਚ ਹਾਂਗਕਾਂਗ ਵਿਖੇ ਆਪਣੇ ਪਹਿਲੇ ਬੱਚੇ ਜੋਗਿੰਦਰ ਸਿੰਘ ਨੂੰ ਜਨਮ ਦਿੱਤਾ। ਲੰਮੀ ਖੱਜਲ ਖੁਆਰੀ ਤੋਂ ਬਾਅਦ ਦੋਨੋਂ ਪਰਿਵਾਰ 21 ਜਨਵਰੀ 1912 ਨੂੰ ਕਲਕੱਤੇ ਤੋਂ ਚੱਲੇ ਹੋਏ ਕੈਨੇਡਾ ਪਹੁੰਚੇ। ਇਸ ਦੌਰਾਨ ਸਿੱਖਾਂ ਨੂੰ ਅੰਗਰੇਜ਼ ਦੀ ਵਫਾਦਾਰੀ ਤਿਆਗ ਕੇ ਹਿੰਦੁਸਤਾਨ ਦੀ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਸ਼ਾਮਲ ਕਰਨ ਦੇ ਲਈ ਭਾਈ ਭਾਗ ਸਿੰਘ ਭਿੱਖੀਵਿੰਡ ਵੱਲੋਂ ਕੀਤੀਆਂ ਕੋਸ਼ਿਸ਼ਾਂ ਨੂੰ ਦਰਸਾਉਂਦੀ ਇੱਕ ਹੋਰ ਵੱਡੀ ਘਟਨਾ ਸਤੰਬਰ 1912 ਦੇ ਵਿੱਚ ਵਾਪਰੀ। ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨ 1912 'ਚ ਮਨਾਏ ਜਾ ਰਹੇ ਸਨ। ਕੈਨੇਡਾ ਦੇ ਗਵਰਨਰ ਜਨਰਲ BC ਦੇ ਦੌਰੇ 'ਤੇ ਸਨ, ਬ੍ਰਿਟਿਸ਼ ਕੋਲੰਬੀਆ ਦੇ, ਤੇ ਵੈਨਕੂਵਰ ਦੇ ਵਿੱਚ 19 ਸਤੰਬਰ ਨੂੰ ਹੋਣ ਵਾਲੇ ਜਸ਼ਨ ਦਾ ਉਹ ਮੁੱਖ ਮਹਿਮਾਨ ਸੀ। ਵੈਨਕੂਵਰ ਦੇ ਮੇਅਰ ਵੱਲੋਂ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਨੂੰ ਤੇ ਸਾਬਕਾ ਸਿੱਖ ਫੌਜੀਆਂ ਸਮੇਤ ਇਸ ਜਸ਼ਨ ਤੇ ਫੌਜੀ ਪਰੇਡ ਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਗਿਆ, ਪਰੰਤੂ ਭਾਈ ਭਾਗ ਸਿੰਘ ਭਿੱਖੀਵਿੰਡ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਸਲਾਹ ਕਰਕੇ ਇਹ ਸੱਦਾ ਕਬੂਲਣੋਂ ਨਾ ਕਰ ਦਿੱਤੀ। ਭਾਈ ਭਾਗ ਸਿੰਘ ਨੇ ਵੈਨਕੂਵਰ ਦੇ ਮੇਅਰ ਨੂੰ ਲਿਖਿਆ ਕਿ ਬ੍ਰਿਟਿਸ਼ ਇੰਡੀਆ ਆਰਮੀ ਦੇ ਸਾਬਕਾ ਫੌਜੀ ਇਸ ਸਵਾਗਤੀ ਜਸ਼ਨ ਅਤੇ ਫੌਜੀ ਪਰੇਡ ਦੇ ਵਿੱਚ ਬਹੁਤ ਸਾਰੇ ਕਾਰਨਾਂ ਕਰਕੇ ਸ਼ਾਮਲ ਨਹੀਂ ਹੋ ਸਕਦੇ, ਜਿਨ੍ਹਾਂ ਨੂੰ ਸ਼ਹਿਰ ਦੇ ਸਰਕਾਰੀ ਅਫਸਰ ਤੇ ਇਮੀਗ੍ਰੇਸ਼ਨ ਮਹਿਕਮੇ ਵਾਲੇ ਪਹਿਲਾਂ ਹੀ ਜਾਣਦੇ ਸਨ। ਭਾਈ ਭਾਗ ਸਿੰਘ ਦਾ ਇਹ ਖਤ 9 ਸਤੰਬਰ 1912 ਨੂੰ ਵੈਨਕੂਵਰ ਦੇ ਮੇਅਰ ਨੂੰ ਦਿੱਤਾ ਗਿਆ। ਖਾਲਸਾ ਦੀਵਾਨ ਸੁਸਾਇਟੀ ਵੱਲੋਂ ਇਹ ਸੱਦਾ ਪੱਤਰ ਕਬੂਲ ਨਾ ਕਰਨਾ ਕੋਈ ਛੋਟੀ-ਮੋਟੀ ਘਟਨਾ ਨਹੀਂ ਸੀ, ਨਾ ਇਹ ਸਬੱਬੀ ਵਾਪਰੀ ਸੀ, ਕਿਉਂਕਿ ਅਕਤੂਬਰ 1909 ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਬ੍ਰਿਟਿਸ਼ ਫੌਜ ਦੀਆਂ ਵਰਦੀਆਂ ਤੇ ਤਗਮੇ ਇਹਨਾਂ ਫੌਜੀਆਂ ਵੱਲੋਂ ਸਾੜਨ ਦੀ ਘਟਨਾ ਵਾਂਗ ਇਸ ਵੱਡੇ ਸਮਾਗਮ ਦੇ ਵਿੱਚ ਕਮਿਊਨਿਟੀ ਦੀ ਸ਼ਮੂਲੀਅਤ ਨਾ ਹੋਣਾ ਵੀ ਇੱਕ ਸਿਆਸੀ ਚੇਤਨਾ ਸੀ, ਜਾਣੀ ਕਿ ਬਗਾਵਤ ਸੀ ਬ੍ਰਿਟਿਸ਼ ਸਰਕਾਰ ਵੱਲੋਂ, ਕਿਉਂਕਿ ਜਾਰਜ ਪੰਜਵੇਂ ਦੀ ਤਾਜਪੋਸ਼ੀ ਸੀ ਤੇ ਗਵਰਨਰ ਜਨਰਲ BC ਦੇ ਦੌਰੇ 'ਤੇ ਸੀ, ਉਹ ਮੁੱਖ ਮਹਿਮਾਨ ਸੀ। ਉਸ ਮੁੱਖ ਸਮਾਗਮ ਦੇ ਵਿੱਚ ਸਿੱਖਾਂ ਵੱਲੋਂ ਬਗਾਵਤ ਕਰਨਾ, ਆਇਆ ਹੋਇਆ ਸੱਦਾ ਪੱਤਰ ਠੁਕਰਾਉਣਾ ਇੱਕ ਵੱਡੀ ਜੁਰਤ ਸੀ। ਵੈਨਕੂਵਰ ਦੀ ਹਿੰਦੁਸਤਾਨ ਕਮਿਊਨਿਟੀ ਇਸ ਵਕਤ 3 ਧੜਿਆਂ ਦੇ ਵਿੱਚ ਵੰਡੀ ਹੋਈ ਸੀ। ਪਹਿਲਾ ਧੜਾ ਉਹਨਾਂ ਨਰਮ ਖਿਆਲੀ ਸਿੱਖਾਂ ਦਾ ਸੀ ਜੋ ਅਰਜ਼ੀਆਂ ਤੇ ਡੈਪੂਟੇਸ਼ਨਾਂ ਦੀ ਨੀਤੀ ਦੇ ਵਿੱਚ ਯਕੀਨ ਕਰਦੇ ਸਨ। ਇਸ ਧੜੇ ਦਾ ਮੁੱਖ ਲੀਡਰ ਸੰਤ ਤੇਜਾ ਸਿੰਘ, ਡਾਕਟਰ ਸੁੰਦਰ ਸਿੰਘ, ਕਰਤਾਰ ਸਿੰਘ ਹੁੰਦਲ ਤੇ ਬਾਬੂ ਕਪੂਰ ਸਿੰਘ ਖੜੌਦੀ ਸਨ। ਨਰਮ ਖਿਆਲੀ ਕਮਿਊਨਿਟੀ ਦਾ ਭਲਾ ਚਾਹੁੰਦੇ ਸਨ, ਪਰ ਉਹ ਖਾਲਸਾ ਦੀਵਾਨ ਸੁਸਾਇਟੀ ਤੇ ਯੂਨਾਈਟਿਡ ਇੰਡੀਆ ਲੀਗ ਜੋ ਰਹਿਮ ਹੁਸੈਨ ਦੀ ਸੀ ਦੀਆਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੀਆਂ ਖਾੜਕੂ ਸਰਗਰਮੀਆਂ ਤੋਂ ਆਪਣੇ ਆਪ ਨੂੰ ਦੂਰ ਰੱਖਦੇ ਸਨ। ਦੂਜਾ ਧੜਾ ਦੇਸ਼ ਭਗਤਾਂ ਦਾ ਸੀ। ਇਸ ਧੜੇ ਦੇ ਵਿੱਚ ਭਾਈ ਭਾਗ ਸਿੰਘ ਤੇ ਉਹਨਾਂ ਦੇ ਜਿਹੜੇ ਨੇ ਖਾੜਕੂ ਸਾਥੀ ਸਨ, ਜੋ ਮਿੰਨਤਾਂ ਤਰਲਿਆਂ ਤੇ ਅਰਜ਼ੀਆਂ ਡੈਪੂਟੇਸ਼ਨਾਂ ਦਾ ਰਾਹ ਛੱਡ ਕੇ ਹਥਿਆਰਾਂ ਨਾਲ ਦੇਸ਼ ਆਜ਼ਾਦ ਕਰਾਉਣਾ ਚਾਹੁੰਦੇ ਸਨ। ਉਹਨਾਂ ਮਹਿਸੂਸ ਕੀਤਾ ਕਿ ਹਿੰਦੁਸਤਾਨੀਆਂ ਦੇ ਦੁੱਖ ਤਕਲੀਫਾਂ ਦਾ ਅਸਲ ਕਾਰਨ ਉਹਨਾਂ ਦੀ ਗੁਲਾਮੀ ਹੈ ਤੇ ਇਸ ਦੇ ਲਈ ਹਥਿਆਰਾਂ ਨਾਲ ਸੰਘਰਸ਼ ਹੀ ਲੜਨਾ ਪੈਣਾ। ਤੀਜਾ ਧੜਾ ਅੰਗਰੇਜ਼ ਪ੍ਰਸਤਾਂ ਦਾ ਸੀ। ਇਸ ਧੜੇ ਨੂੰ ਇਮੀਗ੍ਰੇਸ਼ਨ ਧੜਾ ਵੀ ਆਖਿਆ ਜਾਂਦਾ ਸੀ। ਇਸ ਧੜੇ ਦੀ ਅਗਵਾਈ ਵਿਲੀਅਮ ਹਾਪਕਿਨਸਨ ਨਾਂ ਦਾ ਇੱਕ ਐਂਗਲੋ ਇੰਡੀਅਨ ਕਰਦਾ ਸੀ, ਜੋ ਕਲਕੱਤਾ ਪੁਲਿਸ ਦੀ ਨੌਕਰੀ ਕਰਦਾ ਸੀ। ਇਹ 1908 ਦੇ ਵਿੱਚ ਕਲਕੱਤਾ ਪੁਲਿਸ ਦੀ ਨੌਕਰੀ ਤੋਂ ਬਾਅਦ ਵੈਨਕੂਵਰ ਆਇਆ।
ਹਾਪਕਿਨਸਨ ਵੈਨਕੂਵਰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਦੁਭਾਸ਼ੀ ਦਾ ਵੀ, ਇੰਟਰਪ੍ਰੇਟਰ ਦਾ ਵੀ ਕੰਮ ਕਰਦਾ ਸੀ, ਕਿਉਂਕਿ ਉਹ ਹਿੰਦੁਸਤਾਨ, ਇੰਗਲੈਂਡ, ਕੈਨੇਡਾ, ਅਮਰੀਕਾ ਸਰਕਾਰਾਂ ਦੀਆਂ ਦੇ ਲਈ ਜਸੂਸੀਆਂ ਵੀ ਕਰਦਾ ਸੀ। ਉਸ ਦਾ ਮੁੱਖ ਕੰਮ ਇੱਥੇ ਹਿੰਦੁਸਤਾਨੀ ਇਨਕਲਾਬੀਆਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣਾ ਸੀ ਅਤੇ ਇਨਕਲਾਬੀਆਂ ਨੂੰ ਕਮਜ਼ੋਰ ਕਰਨਾ ਸੀ। ਉਸਨੇ ਹਿੰਦੁਸਤਾਨੀ ਕਮਿਊਨਿਟੀ ਦੇ ਵਿੱਚੋਂ ਗਦਾਰ ਬੇਲਾ ਸਿੰਘ ਜਿਆਣ, ਗੰਗਾ ਰਾਮ ਬਾੜੀਆ, ਸਹੋਤਾ ਜੱਟ ਸੀ ਜੋ ਗੋਦਾ, ਅਤੇ ਬਾਬੂ ਸਿੰਘ ਲਿੱਤਰਾਂ ਵਰਗੇ 50-60 ਅੰਗਰੇਜ਼ ਪ੍ਰਸਤ ਬੰਦੇ ਆਪਣੇ ਨਾਲ ਜੋੜ ਲਏ। ਹਾਪਕਿਨਸਨ ਨੇ, ਜੋ ਐਂਗਲੋ ਇੰਡੀਅਨ ਗੋਰਾ ਸੀਗਾ, ਵਿਲੀਅਮ ਹਾਪਕਿਨਸਨ। ਅੰਗਰੇਜ਼ ਪ੍ਰਸਤ ਇਸ ਧੜੇ ਦੇ ਵਿੱਚ ਬ੍ਰਿਟਿਸ਼ ਆਰਮੀ ਦਾ ਉਹ ਸਾਬਕਾ ਸਿੱਖ ਫੌਜੀ ਵੀ ਸੀ ਜਿਨ੍ਹਾਂ ਨੇ ਭਾਈ ਭਾਗ ਸਿੰਘ ਹੋਰਾਂ ਵੱਲੋਂ 3 ਅਕਤੂਬਰ 1909 ਨੂੰ ਫੌਜੀ ਵਰਦੀਆਂ ਸਾੜਨ ਵੇਲੇ ਆਪਣੀਆਂ ਵਰਦੀਆਂ ਨਹੀਂ ਸੀ ਸਾੜੀਆਂ, ਜਾਣੀ ਕਿ ਕੁਝ ਫੌਜੀ ਵੀ ਇਸ ਧੜੇ ਦੇ ਵਿੱਚ ਸੀ ਜਿਨ੍ਹਾਂ ਨੇ ਆਪਣੀਆਂ ਵਰਦੀਆਂ ਨਹੀਂ ਸੀ ਸਾੜੀਆਂ। ਅਤੇ ਇਹਨਾਂ ਸਾਬਕਾ ਫੌਜੀਆਂ ਨੇ ਖਾਲਸਾ ਦੀਵਾਨ ਸੁਸਾਇਟੀ ਦੇ ਹੁਕਮਾਂ ਦੀ ਉਲੰਘਣਾ ਕਰਦਿਆਂ 12 ਸਤੰਬਰ 1912 ਨੂੰ ਕੈਨੇਡਾ ਦੇ ਗਵਰਨਰ ਜਨਰਲ ਦੇ ਮਾਣ ਦੇ ਵਿੱਚ ਵੈਨਕੂਵਰ ਅਤੇ ਵਿਕਟੋਰੀਆ ਦੇ ਵਿੱਚ ਹੋਏ ਸਮਾਗਮਾਂ ਦੇ ਵਿੱਚ ਪਰੇਡ ਸ਼ਮੂਲੀਅਤ ਕੀਤੀ ਅਤੇ ਉਹਨਾਂ ਨੂੰ ਨਿਊ ਵੈਸਟਮਿਨਿਸਟਰ ਦੇ ਵਿੱਚ ਐਡਰੈਸ ਪੇਸ਼ ਕੀਤਾ। ਅੰਗਰੇਜ਼ ਪ੍ਰਸਤ ਇਹਨਾਂ ਫੌਜੀਆਂ ਦਾ ਲੀਡਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਜਿਆਣ ਦਾ ਬੇਲਾ ਸਿੰਘ ਝੂਟੀ ਸੀ, ਜਿਸ ਨੇ ਫੌਜ ਦੇ ਵਿੱਚ ਸਿਗਨਲ ਦੇ ਤੌਰ 'ਤੇ 5 ਸਾਲ ਨੌਕਰੀ ਕੀਤੀ ਸੀ। ਬੇਲਾ ਸਿੰਘ ਜਿਆਣ ਨੇ, ਬੇਲਾ ਸਿੰਘ ਦੀ ਅਗਵਾਈ ਥੱਲੇ ਇਹ ਉਹ ਫੌਜੀ ਸਾਥੀ ਦੇਸ਼ ਭਗਤ ਧੜੇ ਦੇ ਲੀਡਰਾਂ ਨੂੰ ਚੜਾਉਣ ਦੇ ਲਈ ਵੀਕਐਂਡ ਉੱਤੇ ਵਰਦੀਆਂ ਪਾ ਕੇ ਆਕੜ ਧਾਕੜ ਨਾਲ ਤੁਰਦੇ ਗੁਰਦੁਆਰੇ ਆਉਂਦੇ ਸਨ ਜਾਣ-ਬੁੱਝ ਕੇ। ਇਸ ਤਰ੍ਹਾਂ ਬ੍ਰਿਟਿਸ਼ ਆਰਮੀ ਦੀਆਂ ਇਹ ਵਰਦੀਆਂ ਦੇਸ਼ ਭਗਤ ਧੜੇ ਅਤੇ ਅੰਗਰੇਜ਼ ਪ੍ਰਸਤ ਧੜੇ ਦੇ ਵਿੱਚ ਲੜਾਈ ਦਾ ਕਾਰਨ ਬਣੀਆਂ। ਅਪ੍ਰੈਲ 1913 ਦੇ ਵਿੱਚ ਅਮਰੀਕਨ ਗਦਰ ਪਾਰਟੀ ਦਾ ਬਣੀ ਭਾਈ ਭਾਗ ਸਿੰਘ ਇਸ ਦੇ ਮੈਂਬਰ ਬਣ ਗਏ ਅਤੇ ਗਦਰ ਪਾਰਟੀ ਦਾ ਨਿਸ਼ਾਨਾ ਹਥਿਆਰਬੰਦ ਇਨਕਲਾਬ ਦੇ ਰਾਹੀਂ ਦੇਸ਼ ਆਜ਼ਾਦੀ ਦੀ ਪ੍ਰਾਪਤੀ ਕਰਨਾ ਸੀ। ਗਦਰ ਪਾਰਟੀ ਦੇ ਸਾਰੇ ਮੈਂਬਰ ਆਪਣੇ ਆਪ ਨੂੰ ਹਿੰਦੁਸਤਾਨੀ ਸਮਝਦੇ ਸੀ। ਇੱਥੇ ਮੈਂ ਸਪਸ਼ਟ ਕਰ ਦਿਆਂ ਕਿ ਉਦੋਂ ਮੁਲਕ ਦਾ ਨਾਂ ਹਿੰਦੁਸਤਾਨੀ ਸੀ, ਦੇਸ਼ ਦੀ ਆਜ਼ਾਦੀ ਤੱਕ ਇਹਨਾਂ ਨੂੰ ਹਿੰਦੁਸਤਾਨੀ ਹੀ ਕਿਹਾ ਜਾਂਦਾ ਸੀ, ਹਿੰਦੀ ਕਿਹਾ ਜਾਂਦਾ ਸੀ। ਪਾਰਟੀ ਅੰਦਰ ਧਰਮ ਬਾਰੇ ਗੱਲਬਾਤ ਨਹੀਂ ਸੀ ਕੀਤੀ ਜਾ ਸਕਦੀ, ਧਰਮ ਹਰ ਇੱਕ ਦਾ ਨਿੱਜੀ ਮਸਲਾ ਸੀ। ਗਦਰ ਪਾਰਟੀ ਦਾ ਹਰ ਮੈਂਬਰ ਇਹ ਫਰਜ਼ ਸਮਝਦਾ ਸੀ ਕਿ ਆਜ਼ਾਦੀ ਦੀ ਜੰਗ ਦੀ ਹਮਾਇਤ ਕਰੇ, ਚਾਹੇ ਉਹ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਲੜੀ ਜਾ ਰਹੀ ਹੋਵੇ। ਗਦਰ ਪਾਰਟੀ ਛੂਤ-ਛਾਤ ਦੇ ਵਿੱਚ ਵੀ ਯਕੀਨ ਨਹੀਂ ਸੀ ਕਰਦੀ, ਕਿਉਂਕਿ ਗਦਰੀ ਕਵਿਤਾ ਹੈ ਕਿ ਛੂਤ-ਛਾਤ ਦਾ ਕੋਈ ਖਿਆਲ ਨਾ ਆਈ, ਸਾਨੂੰ ਪਰਖ ਨਾ ਚੂੜੇ 'ਚ ਮਾਰ ਵਾਲੀ, ਹਿੰਦੁਸਤਾਨ ਵਾਲੇ ਸਾਰੇ ਹਨ ਭੈਣ ਭਾਈ, ਰੀਤ ਰੱਖਣੀ ਨਹੀਂ ਮਕਾਰ ਵਾਲੀ। ਜਾਣੀ ਕਿ ਉਹ ਜਾਤਾਂ ਵਰਗਾਂ ਤੋਂ ਵੀ ਉੱਤੇ ਸਨ। ਗਦਰ ਪਾਰਟੀ ਨੇ 1 ਨਵੰਬਰ 1913 ਨੂੰ ਸਾਨ ਫਰਾਂਸਿਸਕੋ ਤੋਂ ਉਰਦੂ ਦਾ ਹਫ਼ਤਾਵਾਰੀ ਗਦਰ ਅਖਬਾਰ ਕੱਢਣਾ ਸ਼ੁਰੂ ਕੀਤਾ ਅਤੇ ਫਿਰ 9 ਦਸੰਬਰ ਤੋਂ ਪੰਜਾਬੀ ਦੇ ਵਿੱਚ ਗਦਰ ਅਖਬਾਰ ਵੀ ਸ਼ੁਰੂ ਹੋਇਆ। ਗਦਰ ਪ੍ਰੈਸ 1 ਘੰਟੇ ਦੇ ਵਿੱਚ ਗਦਰ ਅਖਬਾਰ ਦੀਆਂ 1100 ਦੇ ਕਰੀਬ ਲਗਭਗ ਸੀਟਾਂ ਛਾਪ ਦਿੰਦੇ ਸੀ, ਜਾਣੀ 1100 ਪਰਚੇ। ਗਦਰ ਪਾਰਟੀ ਇਹ ਅਖਬਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਛਾਪ ਕੇ ਕੈਨੇਡਾ, ਅਮਰੀਕਾ ਅਤੇ ਦੂਸਰੇ ਦੇਸ਼ਾਂ ਦੇ ਵਿੱਚ ਵਸਦੇ ਹਿੰਦੁਸਤਾਨੀਆਂ ਨੂੰ ਭੇਜਿਆ ਕਰਦੀ ਸੀ। ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਹੁੰਦਿਆਂ ਭਾਈ ਭਾਗ ਸਿੰਘ ਭੀਖੀਵਿੰਡ ਗੁਰਦੁਆਰੇ ਦੇ ਹੇਠਲੇ ਹਾਲ ਦੇ ਵਿੱਚ ਸਿਆਸੀ ਮੀਟਿੰਗਾਂ ਕਰਾਉਂਦੇ ਸਨ। ਇਹਨਾਂ ਮੀਟਿੰਗਾਂ ਦੇ ਵਿੱਚ ਹਿੰਦੂ, ਮੁਸਲਮਾਨ, ਬੋਧੀ ਹਰ ਧਰਮ ਦੇ ਲੋਕ ਸ਼ਾਮਲ ਹੁੰਦੇ। ਭਾਈ ਭਾਗ ਸਿੰਘ ਸਾਨ ਫਰਾਂਸਿਸਕੋ ਤੋਂ ਗਦਰ ਅਖਬਾਰ ਮੰਗਵਾਇਆ ਕਰਦੇ ਸਨ ਅਤੇ ਗੁਰਦੁਆਰੇ ਦੀਆਂ ਮੀਟਿੰਗਾਂ ਦੇ ਵਿੱਚ ਇਸ ਅਖਬਾਰ ਨੂੰ ਪੜ੍ਹ ਕੇ ਉਹ ਹਿੰਦੁਸਤਾਨੀ ਆਵਾਸੀਆਂ ਨੂੰ ਸੁਣਾਇਆ ਕਰਦੇ ਸਨ। ਆਪ ਦੀ ਪ੍ਰੇਰਨਾ ਸਦਕਾ ਕੈਨੇਡਾ ਦੇ ਸੈਂਕੜੇ ਹਿੰਦੁਸਤਾਨੀ ਆਵਾਸੀ ਗਦਰ ਪਾਰਟੀ ਦੇ ਮੈਂਬਰ ਬਣੇ ਅਤੇ ਆਪ ਨੇ ਹਜ਼ਾਰਾਂ ਡਾਲਰ ਦਾ ਫੰਡ ਇਕੱਠਾ ਕਰਕੇ ਗਦਰ ਪਾਰਟੀ ਦੇ ਹੈੱਡਕੁਆਰਟਰ ਸਾਨ ਫਰਾਂਸਿਸਕੋ ਭੇਜਿਆ। ਦਰਅਸਲ ਅਮਰੀਕਾ ਦੇ ਵਿੱਚ ਗਦਰ ਪਾਰਟੀ ਬਣਨ ਤੋਂ ਪਹਿਲਾਂ ਕਈ ਸਾਲ ਪਹਿਲਾਂ ਗਦਰ ਲਹਿਰ ਸ਼ੁਰੂ ਹੋ ਚੁੱਕੀ ਸੀ ਅਤੇ ਅਕਤੂਬਰ 1909 ਦੇ ਵਿੱਚ ਵੈਨਕੂਵਰ ਦੇ ਗੁਰਦੁਆਰੇ ਦੇ ਵਿੱਚ ਸਿੱਖ ਫੌਜੀਆਂ ਵੱਲੋਂ ਆਪਣੀਆਂ ਵਰਦੀਆਂ ਦਾ ਸਾੜਨਾ, ਸਤੰਬਰ 1912 ਦੇ ਵਿੱਚ ਵੈਨਕੂਵਰ ਦੀ ਖਾਲਸਾ ਦੀਵਾਨ ਸੁਸਾਇਟੀ ਵੱਲੋਂ ਗਵਰਨਰ ਜਨਰਲ ਦੇ ਜਸ਼ਨਾਂ ਦਾ ਬਾਈਕਾਟ ਕਰਨਾ ਅੰਗਰੇਜ਼ ਵਿਰੋਧੀ ਇਸ ਲਹਿਰ ਦੀ ਸ਼ੁਰੂਆਤ ਸੀ। ਇਸ ਬਾਰੇ 1915 ਦੇ ਵਿੱਚ ਲਾਹੌਰ ਸਾਜ਼ਿਸ਼ ਕੇਸ ਦਾ ਫੈਸਲਾ ਦਿੰਦਿਆਂ ਜੱਜ ਨੇ ਲਿਖਿਆ ਕਿ ਹੋਣ ਵਾਲੀ ਸਾਜ਼ਿਸ਼ ਦੀ ਸ਼ੁਰੂਆਤ ਅਮਰੀਕਾ ਦੇ ਪੈਸੀਫਿਕ ਤੱਟਾਂ ਤੋਂ ਹੋਈ ਹੈ ਅਤੇ ਵੈਨਕੂਵਰ ਅਤੇ ਸਾਨ ਫਰਾਂਸਿਸਕੋ ਇਸ ਦੇ ਵੱਡੇ ਸੈਂਟਰ ਨੇ। ਸ਼ੁਰੂ ਦੇ ਵਿੱਚ ਵੈਨਕੂਵਰ ਸੈਂਟਰ ਹੁੰਦਾ ਸੀ, ਇਹ ਉਦੋਂ ਤੱਕ ਸੈਂਟਰ ਰਿਹਾ ਜਦੋਂ ਤੱਕ ਸਾਨ ਫਰਾਂਸਿਸਕੋ ਨੇ ਇਸ ਦੀ ਜਗ੍ਹਾ ਨਹੀਂ ਲਈ। ਇਹ ਲਾਹੌਰ ਸਾਜ਼ਿਸ਼ ਕੇਸ ਸੀ ਜਿਹੜਾ 1915 ਦਾ, ਉੱਥੇ ਸਪੈਸ਼ਲੀ ਜੱਜ ਨੇ ਕਮੈਂਟ ਲਿਖਿਆ ਸੀ। ਸੋ ਇਹ ਇੰਨਾ ਯੋਗਦਾਨ ਸੀਗਾ ਕਿ ਜੁਡੀਸ਼ਰੀ ਜਾਂ ਬ੍ਰਿਟਿਸ਼ ਸਰਕਾਰ ਵੀ ਮੰਨਦੀ ਸੀ ਇਸ ਘਾਲਣਾ ਨੂੰ।
ਤੇ ਜੱਜ ਨੇ ਲਿਖਿਆ ਕਿ ਸਾਨੂੰ ਨਵਾਬ ਖਾਨ ਦੀ ਗਵਾਹੀ ਤੋਂ ਵੀ ਪਤਾ ਲੱਗਦਾ ਕਿ 1911-12 ਦੇ ਦੌਰਾਨ ਵੈਨਕੂਵਰ ਦੇ ਵਿੱਚ ਸਿਆਸਤ ਭਖਵਾਂ ਵਿਸ਼ਾ ਹੁੰਦੀ ਸੀ। ਇਸ ਦੌਰਾਨ ਉੱਥੇ ਜਿਹੜੀ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਨਾਂ ਸਨ ਭਾਈ ਭਾਗ ਸਿੰਘ ਭੇਖੀਵਿੰਡ, ਹੁਸੈਨ ਰਹੀਮ, ਭਾਈ ਬਲਵੰਤ ਸਿੰਘ ਖੁਰਦਪੁਰ, ਨਗੋਦਰ ਦੇ ਲਾਗੇ ਔਲਖ ਪਿੰਡ ਦਾ ਪੰਡਤ ਸੋਹਣ ਲਾਲ। ਹੁਣ ਦੇਖੋ ਕਿ ਹਰ ਧਰਮ ਦੇ ਲੋਕ ਸੀ। ਔਲਖ ਪਿੰਡ ਦਾ ਪੰਡਤ ਸੋਹਣ ਲਾਲ, ਤੁਹਾਡੇ ਦੁਆਬੇ ਵਾਲੇ ਜਾਣਦੇ ਆ ਇਹਨਾਂ ਪਿੰਡਾਂ ਨੂੰ। ਭਾਈ ਮਿੱਤ ਸਿੰਘ ਪੰਡੋਰੀ, ਭਾਈ ਕਰਤਾਰ ਸਿੰਘ ਨਵਾਂ ਚੰਦ, ਬਾਬੂ ਹਰਨਾਮ ਦਾਸ ਸਾਰੀ, ਭਾਈ ਬਤਨ ਸਿੰਘ ਕਾਰੀ, ਭਾਈ ਮੁਨਸ਼ਾ ਸਿੰਘ ਦੁਖੀ, ਭਾਈ ਰਤਨ ਸਿੰਘ ਰੈਪਰ ਡੱਬਾ, ਮੁਹੰਮਦ ਅਕਬਰ, ਭਾਈ ਗੁਰਦਿੱਤ ਸਿੰਘ ਬਿਲਗਾ, ਭਾਈ ਨੱਥਾ ਸਿੰਘ ਲਿੱਤਰਾਂ, ਭਾਈ ਪ੍ਰਤਾਪ ਸਿੰਘ ਪੁਰੇਵਾਲ ਸ਼ੰਕਰ ਅਤੇ ਭਾਈ ਗੰਗਾ ਸਿੰਘ। ਜਾਣੀ ਇਹ ਉੱਥੋਂ ਦੇ ਜਿਹੜੇ ਸ਼ੋਰ ਕਮੇਟੀ ਸੀ, ਜਿਹੜੀ ਸ਼੍ਰੋਮਣੀ ਕਮੇਟੀ ਨੇ ਸ਼ੋਰ ਕਮੇਟੀ ਬਣੀ ਹੋਈ ਸੀ, ਉਸ ਦੇ ਇਹ ਸਾਰੇ ਲੋਕ ਮੈਂਬਰ ਸਨ। ਸੋ ਭਾਰਤ ਦੀ ਆਜ਼ਾਦੀ ਦੇ ਵਾਸਤੇ ਹਿੰਦੁਸਤਾਨੀ ਵਾਸੀਆਂ ਨੂੰ ਲਾਮਬੰਦ ਕਰਨ ਵਾਸਤੇ ਭਾਈ ਭਾਗ ਸਿੰਘ ਨੇ ਬੜੇ ਸਿਰੜ ਦੇ ਨਾਲ ਦਿਨ ਰਾਤ ਇੱਕ ਕਰ ਦਿੱਤਾ ਸੀ। ਅਤੇ ਇਸੇ ਦੌਰਾਨ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਘਟਨਾ ਘਟ ਗਈ। ਉਹਨਾਂ ਦੀ ਪਤਨੀ ਬੀਬੀ ਹਰਨਾਮ ਕੌਰ 21 ਜਨਵਰੀ 1914 ਨੂੰ ਉਹਨਾਂ ਨੇ ਧੀ ਦਾ ਜਨਮ ਦਿੱਤਾ। ਧੀ ਦੇ ਜਨਮ ਵੇਲੇ ਪਈਆਂ ਗੁੰਝਲਾਂ ਦੇ ਕਾਰਨ 30 ਜਨਵਰੀ ਨੂੰ 1914 ਨੂੰ 28 ਸਾਲ ਦੀ ਉਮਰੇ ਬੀਬੀ ਹਰਨਾਮ ਕੌਰ ਦੀ ਮੌਤ ਹੋ ਗਈ। ਆਪਣੇ 26 ਮਹੀਨੇ ਦੇ ਪੁੱਤਰ ਜੋਗਿੰਦਰ ਸਿੰਘ ਅਤੇ 9 ਮਹੀਨੇ ਦੀ ਨਿੱਕੀ ਧੀ ਕਰਮ ਕੌਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਹੁਣ ਇਕੱਲੇ ਭਾਈ ਭਾਗ ਸਿੰਘ ਭੇਖੀਵਿੰਡ ਦੇ ਉੱਤੇ ਆ ਪਈ। 9 ਦਿਨਾਂ ਦੀ ਧੀ ਅਤੇ 26 ਮਹੀਨੇ ਦਾ ਪੁੱਤਰ ਜਿਹੜਾ ਹਾਂਗਕਾਂਗ 'ਚ ਪੈਦਾ ਹੋਇਆ ਸੀ ਜੋਗਿੰਦਰ ਸਿੰਘ। ਪਰ ਇਸ ਦੇ ਬਾਵਜੂਦ ਵੀ ਭਾਈ ਭਾਗ ਸਿੰਘ ਗੁਰਦੁਆਰੇ, ਕਮਿਊਨਿਟੀ, ਦੇਸ਼ ਦੀ ਆਜ਼ਾਦੀ ਦੇ ਕੰਮਾਂ 'ਚ ਲਗਾਤਾਰ ਜੁਟੇ ਰਹੇ ਅਤੇ ਆਪਣੀ ਧੀ ਅਤੇ ਪੁੱਤਰ ਦੀ ਵੀ ਦੇਖਭਾਲ ਕਰਦੇ। 23 ਮਈ 1914 ਨੂੰ ਗੁਰਦਿੱਤ ਸਿੰਘ ਸਰਹਾਲੀ 376 ਹਿੰਦੁਸਤਾਨੀ ਮੁਸਾਫਰਾਂ ਵਾਲੇ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਬੈਠ ਕੇ ਵੈਨਕੂਵਰ ਆਣ ਪੁੱਜੇ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੁਸਾਫਰਾਂ ਨੂੰ ਉਤਰ ਨਾ ਦਿੱਤਾ। ਜਹਾਜ਼ ਨੂੰ ਸਟੈਨਲੇ ਪਾਰਕ ਦੇ ਚੜ੍ਹਦੇ ਪਾਸੇ ਕੰਢੇ ਤੋਂ 1 ਮੀਲ ਦੂਰ ਸਮੁੰਦਰ ਦੇ ਵਿੱਚ ਹਥਿਆਰਬੰਦ ਪਹਿਰੇ ਅਧੀਨ ਖੜ੍ਹਾ ਕਰ ਦਿੱਤਾ ਕਾਮਾਗਾਟਾ ਮਾਰੂ। ਅਤੇ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਭੇਖੀਵਿੰਡ ਨੇ ਯੂਨਾਈਟਿਡ ਇੰਡੀਆ ਲੀਗ ਸੀ, ਜਿਸ ਦਾ ਪ੍ਰਧਾਨ ਹੁਸੈਨ ਰਹੀਮ ਸੀ, ਉਸ ਨੂੰ ਨਾਲ ਲੈ ਕੇ ਕਾਮਾਗਾਟਾ ਮਾਰੂ ਦੇ ਮੁਸਾਫਰਾਂ ਦੀ ਮਦਦ ਦੇ ਵਾਸਤੇ 15 ਮੈਂਬਰੀ ਸ਼ੋਰ ਕਮੇਟੀ ਬਣਾਈ ਸੀ, ਜਿਸ ਦੇ ਮੈਂ ਮੈਂਬਰਾਂ ਦਾ ਜ਼ਿਕਰ ਕੀਤਾ। ਅਤੇ ਭਾਈ ਭਾਗ ਸਿੰਘ ਅਤੇ ਹੁਸੈਨ ਰਹੀਮ ਨੇ ਸਾਂਝੇ ਤੌਰ 'ਤੇ ਇਹਨਾਂ ਹਿੰਦੀਆਂ ਨੂੰ ਮਾਇਕ ਸਹਾਇਤਾ ਦੇਣ ਅਤੇ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਅਪੀਲ ਕਰਦੀ ਇੱਕ ਚਿੱਠੀ ਕੱਢੀ, ਜਿਸ ਦੇ ਵਿੱਚ ਲਿਖਿਆ ਸੀ ਕਿ ਭਰਾਓ, ਇਹ ਉਹ ਵਕਤ ਹੈ ਕਿ ਹਿੰਦੁਸਤਾਨੀ ਕੌਮਾਂ ਆਪਣੇ ਧਰਮ ਅਸਥਾਨਾਂ ਤੋਂ ਲੜਦੀਆਂ ਔਰ ਨਫ਼ਰਤ ਨਾਲ ਦੂਰ ਰਹਿੰਦੀਆਂ ਨੇ, ਪਰ ਅੱਜ ਵਕਤ ਹੈ ਕਿ ਕਾਮਾਗਾਟਾ ਮਾਰੂ 'ਚ ਜਿਹੜੇ 376 ਭਾਰਤੀ ਮੁਸਾਫਰ ਆਏ ਨੇ, ਅਸੀਂ ਇਹਨਾਂ ਦੀ ਹਰ ਤਰਫੋਂ ਮਦਦ ਕਰੀਏ। ਇੱਕ ਪਾਸੇ ਕਾਮਾਗਾਟਾ ਮਾਰੂ ਜਹਾਜ਼ ਹੈ, ਇੱਕ ਤਰਫ ਗੁਰਦੁਆਰਾ ਅਤੇ ਦੂਜੀ ਤਰਫ ਮਸੀਤ ਹੈ। ਹਿੰਦੁਸਤਾਨੀ ਭਰਾਓ, ਤੁਹਾਡਾ ਫਰਜ਼ ਹੈ ਕਿ 33 ਕਰੋੜ ਹਿੰਦੁਸਤਾਨੀਆਂ ਦੀ ਕਿਸਮਤ ਦਾ ਫੈਸਲਾ ਕਰਨ ਦੇ ਲਈ ਗਲਫਤ ਦੀ ਨੀਂਦ ਤੋਂ ਜਾਗ ਕੇ ਇਮੀਗ੍ਰੇਸ਼ਨ ਦੇ ਮੁਕਾਬਲੇ ਅਸੀਂ ਡਟ ਕੇ ਖੜ੍ਹਾ ਹੋਈਏ। ਜਦੋਂ ਤੱਕ ਇਹ ਮੋਰਚਾ ਸਰ ਨਾ ਹੋਵੇ, ਅਸੀਂ ਆਰਾਮ ਨਾ ਲਈਏ, ਕਿਉਂਕਿ ਇਹ 376 ਸਾਡੇ ਭਾਰਤੀ ਭਰਾ ਨੇ। ਅਸੀਂ ਮਸੀਤਾਂ, ਮੰਦਰਾਂ, ਗੁਰਦੁਆਰਿਆਂ ਦੇ ਝਗੜੇ ਛੱਡ ਕੇ ਇਹ ਜਿਹੜਾ ਝਗੜਾ ਇਹਨਾਂ ਹਿੰਦੁਸਤਾਨੀਆਂ ਦੇ ਭਵਿੱਖ ਦੇ ਵਾਸਤੇ ਇਮੀਗ੍ਰੇਸ਼ਨ ਦੇ ਨਾਲ, ਕੈਨੇਡਾ ਬ੍ਰਿਟਿਸ਼ ਸਰਕਾਰ ਦੇ ਨਾਲ ਲੜੀਏ। ਭਾਈ ਭਾਗ ਸਿੰਘ ਹੋਰਾਂ ਦੀ ਇਸ ਭਾਵੁਕ ਅਪੀਲ ਸਦਕਾ ਹਿੰਦੁਸਤਾਨੀ ਕਮਿਊਨਿਟੀ ਨੇ ਕਾਮਾਗਾਟੂ ਦੇ ਮੁਸਾਫਰਾਂ ਦੇ ਵਾਸਤੇ ਦਿਲ ਖੋਲ੍ਹ ਕੇ ਮਾਇਆ ਦਿੱਤੀ। ਕੈਨੇਡੀਅਨ ਸਰਕਾਰ ਆਸ ਲਾਈ ਬੈਠੀ ਸੀ ਕਿ ਹਿੰਦੁਸਤਾਨੀ ਕਾਮਾਗਾਟਾ ਮਾਰੂ ਦੀ ਕਿਸ਼ਤ ਨਹੀਂ ਤਾਰ ਸਕਣਗੇ ਅਤੇ ਆਪਣਾ ਇਹ ਜਾਪਾਨੀ ਜਹਾਜ਼ ਵਾਪਸ ਮੋੜ ਕੇ ਲੈ ਜਾਣਗੇ। ਇਸ ਤਰ੍ਹਾਂ ਕੈਨੇਡੀਅਨ ਸਰਕਾਰ ਕਿਸੇ ਕਾਨੂੰਨੀ ਝਮੇਲੇ ਦੇ ਵਿੱਚ ਪੈਣ ਤੋਂ ਬਿਨਾਂ ਹੀ ਕਾਮਾਗਾਟਾ ਮਾਰੂ ਨੂੰ ਸਮੁੰਦਰ ਦੇ ਵਿੱਚੋਂ ਹੀ ਵਾਪਸ ਭੇਜਣ ਦੀ ਤਰਕੀਬ ਦੇ ਵਿੱਚ ਸੀ। ਪਰ ਭਾਈ ਭਾਗ ਸਿੰਘ ਹੋਰਾਂ ਨੇ ਜਹਾਜ਼ ਦੀ ਕਿਸ਼ਤ ਤਾਰ ਕੇ ਕੈਨੇਡਾ ਸਰਕਾਰ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ। ਭਾਈ ਭਾਗ ਸਿੰਘ ਹੋਰਾਂ ਜਹਾਜ਼ ਦੇ ਮੁਸਾਫਰਾਂ ਦਾ ਕੇਸ ਲੜਨ ਦੇ ਵਾਸਤੇ ਸੋਸ਼ਲਿਸਟ ਪਾਰਟੀ ਆਫ ਕੈਨੇਡਾ ਦੇ ਮਸ਼ਹੂਰ ਵਕੀਲ ਐਡਵਰਡ ਬਰਡ ਨੂੰ ਹਾਇਰ ਕੀਤਾ। ਐਡਵਰਡ ਬਰਡ ਦੀ ਸਲਾਹ 'ਤੇ ਜਹਾਜ਼ ਦਾ ਪਟਾ ਜਹਾਜ਼ ਲਾਉਣ ਵਾਲਾ ਗੁਰਦਿੱਤ ਸਿੰਘ ਤੋਂ ਬਦਲ ਕੇ ਇਹ ਭਾਈ ਭਾਗ ਸਿੰਘ ਅਤੇ ਹੁਸੈਨ ਰਹੀਮ ਦੇ ਨਾਂ ਕਰਵਾ ਦਿੱਤਾ। ਉਹ ਪਟਾ ਬਾਬਾ ਗੁਰਦਿੱਤ ਸਿੰਘ ਤੋਂ ਬਦਲ ਕੇ ਹਿੰਦੁਸਤਾਨੀ ਕਮਿਊਨਿਟੀ ਨੇ ਭਾਈ ਭਾਗ ਸਿੰਘ ਅਤੇ ਹੁਸੈਨ ਰਹੀਮ ਦੀ ਅਗਵਾਈ ਦੇ ਥੱਲੇ ਕਾਮਾਗਾਟਾ ਮਾਰੂ ਦਾ ਕੇਸ ਅਦਾਲਤ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਇਨਸਾਫ ਨਾ ਮਿਲਿਆ। ਕੈਨੇਡੀਅਨ ਸਰਕਾਰ ਨੇ ਆਪਣੇ ਹੀ ਕਾਨੂੰਨ ਦੀ ਉਲੰਘਣਾ ਕਰਦਿਆਂ ਕਾਮਾਗਾਟਾ ਮਾਰੂ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ। ਭਾਈ ਭਾਗ ਸਿੰਘ ਹੋਰੀ ਚਾਹੁੰਦੇ ਸੀ ਕਿ ਜੇ ਕਾਮਾਗਾਟਾ ਮਾਰੂ ਦੇ ਮੁਸਾਫਰ ਵਾਪਸ ਭੇਜੇ ਜਾਣ ਤਾਂ ਉਹ ਦੇਸ਼ ਜਾ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਹੋਣ ਵਾਲੇ ਗਦਰ ਦੇ ਵਿੱਚੋਂ ਹਿੱਸਾ ਲੈਣ।
ਇਸ ਲਈ ਜਹਾਜ਼ ਦੇ ਮੁਸਾਫਰਾਂ ਨੂੰ ਹਥਿਆਰ ਪਹੁੰਚਾਉਣ ਦੇ ਲਈ ਭਾਈ ਭਾਗ ਸਿੰਘ ਹੋਰਾਂ ਨੇ ਕੈਨੇਡਾ ਦੇ ਵਿੱਚੋਂ ਹਥਿਆਰ ਖਰੀਦਣ ਦੀ ਕੋਸ਼ਿਸ਼ ਕੀਤੀ। ਕੈਨੇਡਾ ਦੇ ਵਿੱਚ ਹਥਿਆਰ ਖਰੀਦਣ ਤੋਂ ਸਫਲ ਰਹਿਣ ਤੋਂ ਬਾਅਦ ਭਾਈ ਭਾਗ ਸਿੰਘ ਨੇ 16 ਜੁਲਾਈ 1914 ਵਾਲੇ ਦਿਨ ਆਪਣੇ ਸਾਥੀ ਭਾਈ ਬਲਵੰਤ ਸਿੰਘ, ਭਾਈ ਮੇਵਾ ਸਿੰਘ, ਬਾਬੂ ਹਰਨਾਮ ਦਾਸ ਸਾਰੀ ਦੇ ਨਾਲ ਐਬਟਸਫੋਰਡ ਲਾਗੇ ਸਰਹੱਦੋਂ ਪਾਰ ਕਰਕੇ ਅਮਰੀਕਾ ਦੇ ਸ਼ਹਿਰ ਸੁਮਾਸ ਤੋਂ ਹਥਿਆਰ ਲੈਣ ਚਲੇ ਗਏ। ਉਹ 17 ਜੁਲਾਈ ਵਾਲੇ ਦਿਨ ਅਮਰੀਕਨ ਪੁਲਿਸ ਨੇ ਭਾਈ ਭਾਗ ਸਿੰਘ ਤੇ ਇਹਨਾਂ ਦੇ ਸਾਥੀ ਭਾਈ ਬਲਵੰਤ ਸਿੰਘ ਤੇ ਹਰਨਾਮ ਸਿੰਘ ਸਾਰੀ ਨੂੰ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ 'ਚ ਬੰਦ ਕਰ ਦਿੱਤਾ। ਇਸ ਮੁਸ਼ਕਿਲ ਸਮੇਂ ਭਾਈ ਭਾਗ ਸਿੰਘ ਦਾ ਪੁੱਤਰ ਜੋਗਿੰਦਰ ਸਿੰਘ 32 ਮਹੀਨੇ ਦਾ ਸੀ ਤੇ ਉਹ ਵੀ ਉਹਨਾਂ ਦੇ ਨਾਲ ਹੀ ਜੇਲ੍ਹ 'ਚ ਬੰਦ ਸੀ। ਤੁਸੀਂ ਵੇਖੋ ਕਿ 32 ਮਹੀਨੇ ਦਾ ਪੁੱਤਰ ਉਹ ਵੀ ਜੇਲ੍ਹ 'ਚ ਬੰਦ ਸੀ। ਧੀ ਦਾ ਵਿਰਵਾ ਨਹੀਂ ਇੱਥੇ, ਕਿਉਂਕਿ ਧੀ ਉਸ ਵਕਤ ਜਿਹੜੀ ਹੈ 4 ਮਹੀਨੇ ਦੀ ਹੋਣੀ ਆ, ਪਰ 32 ਮਹੀਨੇ ਦਾ ਪੁੱਤਰ ਉਹਨਾਂ ਦੇ ਨਾਲ ਜੇਲ੍ਹ 'ਚ ਸੀ। 23 ਜੁਲਾਈ 1914 ਵਾਲੇ ਦਿਨ ਕਾਮਾਗਾਟਾ ਮਾਰੂ ਨੂੰ ਜੰਗੀ ਜਹਾਜ਼ ਰੇਨਬੋ ਦੇ ਡਰਾਵੇ ਦੇ ਨਾਲ ਕੈਨੇਡਾ ਤੋਂ ਵਾਪਸ ਮੋੜ ਜਾਣ ਵੇਲੇ ਸ਼ੋਰ ਕਮੇਟੀ ਦੇ ਸਭ ਤੋਂ ਖਾੜਕੂ 3-4 ਗਦਰੀ ਲੀਡਰਾਂ ਸੀ ਜਿਹੜੇ ਅਮਰੀਕਾ ਦੀ ਜੇਲ੍ਹ ਦੇ ਵਿੱਚ ਬੰਦ ਸਨ। ਵੈਨਕੂਵਰ ਦੇ ਵਿੱਚ ਸਿਰਫ ਹੁਸੈਨ ਰਹੀਮ ਹੀ ਸੀ। ਉਹ ਮਜਬੂਰੀ ਵਸ ਕਾਮਾਗਾਟਾ ਮਾਰੂ ਨੂੰ ਵਾਪਸ ਭੇਜੇ ਜਾਣ ਦੇ ਲਈ ਰਜ਼ਾਮੰਦ ਹੋ ਗਿਆ। ਇਸ ਮੌਕੇ ਭਾਈ ਭਾਗ ਸਿੰਘ, ਭਾਈ ਬਲਵੰਤ ਸਿੰਘ, ਬਾਬੂ ਹਰਨਾਮ ਦਾਸ ਇੱਥੇ ਹੁੰਦੇ ਤਾਂ ਕਾਮਾਗਾਟਾ ਮਾਰੂ ਤੇ ਹਿੰਦੁਸਤਾਨ ਵਿਚਲੇ ਬਰਤਾਨਵੀ ਰਾਜ ਦਾ ਇਤਿਹਾਸ ਸ਼ਾਇਦ ਕੁਝ ਹੋਰ ਹੋਣਾ ਸੀ, ਯਾਨੀ ਕਿ ਉੱਥੇ ਖੂਨੀ ਲੜਾਈ ਵੀ ਹੋ ਸਕਦੀ ਸੀ। ਅਮਰੀਕਾ ਦੀ ਜੇਲ੍ਹ ਦੇ ਵਿੱਚ ਭਾਈ ਭਾਗ ਸਿੰਘ ਨੇ ਆਪਣੇ ਵਕੀਲ ਦੇ ਰਾਹੀਂ ਵੈਨਕੂਵਰ ਦੇ ਵਿੱਚ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਹੈੱਡ ਮੈਕਲਮ ਰੀਡ ਤੇ ਕਾਮਾਗਾਟਾ ਮਾਰੂ ਦਾ ਕੇਸ ਲੜ ਰਹੇ ਸਰਕਾਰੀ ਵਕੀਲ ਨੂੰ ਇੱਕ ਟੈਲੀਗ੍ਰਾਮ ਭੇਜੀ ਕਿ ਉਹ ਕਾਮਾਗਾਟਾ ਮਾਰੂ ਜਹਾਜ਼ ਦੇ ਪਟੇਦਾਰ ਨੇ। ਇਸ ਲਈ ਜੇ ਕੈਨੇਡੀਅਨ ਸਰਕਾਰ ਮੁਸਾਫਰਾਂ ਨੂੰ ਉਹਨਾਂ ਦੇ ਜਹਾਜ਼ 'ਤੇ ਵਾਪਸ ਭੇਜਣਾ ਚਾਹੁੰਦੀ ਹੈ ਤੇ ਮੁਸਾਫਰਾਂ ਦੇ ਕਿਰਾਏ ਵਜੋਂ ਉਸ ਨੂੰ ਇਸ ਦਾ $35,000 ਦਿੱਤਾ ਜਾਵੇ, ਨਹੀਂ ਤਾਂ ਕਾਮਾਗਾਟਾ ਮਾਰੂ ਜਹਾਜ਼ ਮੁਸਾਫਰਾਂ ਨੂੰ ਵਾਪਸ ਭੇਜਣ ਲਈ ਨਾ ਵਰਤਿਆ ਜਾਵੇ। ਪਰ ਕੈਨੇਡੀਅਨ ਸਰਕਾਰ ਨੇ ਕਾਨੂੰਨਾਂ ਦੀ ਨਾ ਪਰਵਾਹ ਕਰਦਿਆਂ ਭਾਈ ਭਾਗ ਸਿੰਘ ਹੋਰਾਂ ਨੂੰ ਕਿਰਾਏ ਦੇ ਪੈਸੇ ਦੇਣ ਤੋਂ ਬਿਨਾਂ ਹੀ ਮੁਸਾਫਰਾਂ ਨੂੰ ਕਾਮਾਗਾਟਾ ਮਾਰੂ ਰਾਹੀਂ ਵਾਪਸ ਭੇਜ ਦਿੱਤਾ। ਕਿਉਂਕਿ ਅਮਰੀਕਾ ਦੇ ਵਿੱਚ ਹਥਿਆਰ ਖਰੀਦਣੇ ਤੇ ਰੱਖਣੇ ਜੁਰਮ ਨਹੀਂ ਸੀ, ਇਸ ਲਈ ਕਾਮਾਗਾਟਾ ਮਾਰੂ ਦੇ ਵੈਨਕੂਵਰ ਤੋਂ ਤੁਰ ਜਾਣ ਮਗਰੋਂ 30 ਜੁਲਾਈ 1914 ਨੂੰ ਭਾਈ ਭਾਗ ਸਿੰਘ ਹੋਰਾਂ ਨੂੰ ਰਿਹਾ ਕਰ ਦਿੱਤਾ ਗਿਆ। ਹਥਿਆਰ ਖਰੀਦਣ ਦੇ ਜੋ ਦੋਸ਼ ਸੀ, ਭਾਈ ਭਾਗ ਸਿੰਘ ਹੋਰਾਂ ਦੇ ਅਮਰੀਕਾ ਜੇਲ੍ਹ ਤੋਂ ਵਾਪਸ ਆਉਣ ਦੇ ਕੁਝ ਦਿਨਾਂ ਬਾਅਦ ਹੀ 4 ਅਗਸਤ 1914 ਨੂੰ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ, ਫਸਟ ਵਰਲਡ ਵਾਰ। ਗਦਰ ਪਾਰਟੀ ਨੇ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ ਦੇ ਵਿੱਚ ਗਦਰ ਲੀਡਰਾਂ ਦੀ ਮੀਟਿੰਗ ਸੱਦ ਲਈ। ਗਦਰੀ ਲੀਡਰਾਂ ਨੂੰ ਪਤਾ ਸੀ ਕਿ ਗਦਰ ਪਾਰਟੀ ਦੀਆਂ ਇਨਕਲਾਬ ਦੇ ਲਈ ਤਿਆਰੀਆਂ ਹਾਲੇ ਮੁਕੰਮਲ ਨਹੀਂ ਹੈ, ਪਰ ਸਵਾਲ ਸੀ ਕਿ ਜੰਗ ਦੇ ਵਿੱਚ ਫਸੇ ਦੁਸ਼ਮਣ ਅੰਗਰੇਜ਼ ਸਰਕਾਰ 'ਤੇ ਚੋਟ ਕੀਤੀ ਜਾਵੇ ਜਾਂ ਚੁੱਪਚਾਪ ਰਹਿ ਕੇ ਮੌਕਾ ਗਵਾ ਦਿੱਤਾ ਜਾਵੇ। ਲੰਮੀ ਸੋਚ ਵਿਚਾਰ ਤੋਂ ਮਗਰੋਂ ਗਦਰ ਪਾਰਟੀ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਵਸਦੇ ਗਦਰੀਆਂ ਨੂੰ ਜਾ ਕੇ ਦੇਸ਼ ਦੇ ਵਿੱਚ ਗਦਰ ਮਚਾਉਣ ਦਾ ਸੱਦਾ ਦਿੱਤਾ। ਕੈਨੇਡੀਅਨ ਸਰਕਾਰ ਦੇ ਵੈਨਕੂਵਰ ਵਿਚਲੇ ਉਹ ਅਧਿਕਾਰੀ ਜਿਹੜੇ ਹੁਣ ਤੱਕ ਇਹ ਕੋਸ਼ਿਸ਼ਾਂ ਕਰਦੇ ਸੀ ਕਿ ਕੋਈ ਵੀ ਹਿੰਦੁਸਤਾਨੀ ਵੈਨਕੂਵਰ ਨਾ ਆ ਸਕੇ, ਉਹ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ ਕਿ ਕੋਈ ਵੀ ਹਿੰਦੁਸਤਾਨੀ ਵੈਨਕੂਵਰ ਛੱਡ ਕੇ ਵਾਪਸ ਨਾ ਜਾ ਸਕੇ। ਪਰ ਕੈਨੇਡਾ ਦੇ ਹਿੰਦੁਸਤਾਨੀ ਆਵਾਸੀਆਂ ਨੂੰ ਦੇਸ਼ ਜਾ ਕੇ ਗਦਰ ਮਚਾਉਣ ਦੇ ਇਰਾਦੇ ਦੇ ਨਾਲ ਉਹ ਧੜਾ-ਧੜ ਜਹਾਜ਼ੀਂ ਚੜ੍ਹ ਰਹੇ ਸਨ। ਭਾਈ ਭਾਗ ਸਿੰਘ ਵੀ ਦੇਸ਼ ਜਾਣ ਦੇ ਲਈ ਤਿਆਰ ਸੀ ਤੇ ਉਸਨੇ ਆਪਣੇ ਪੌਣੇ 3 ਸਾਲ ਦੇ ਪੁੱਤਰ ਜੋਗਿੰਦਰ ਸਿੰਘ ਤੇ 6 ਮਹੀਨੇ ਦੀ ਧਿਆਣੀ ਕਰਮ ਕੌਰ ਦੀ ਸੰਭਾਲ ਦਾ ਇੰਤਜ਼ਾਮ ਕਰਦਿਆਂ ਉਸ ਨੂੰ ਦੇਰ ਹੋ ਗਈ। ਵੈਨਕੂਵਰ ਦੇ ਗਦਰੀਆਂ ਨੂੰ ਹਿੰਦੁਸਤਾਨ ਜਾਣੋਂ ਰੋਕਣ ਦੇ ਲਈ ਗਦਰ ਟੋਲਾ ਪੂਰੀ ਵਾਹ ਲਾ ਰਿਹਾ ਸੀ। ਬੇਲਾ ਸਿੰਘ ਜਾਨ ਜੋ ਗਦਾਰ ਸੀ, ਵਿਲੀਅਮ ਹੈਪਕਿਨਸਨ ਦਾ ਫੀਲਾ ਸੀ। ਬੇਲਾ ਸਿੰਘ ਜਾਨ ਨੇ 22 ਤੇ 25 ਅਗਸਤ ਨੂੰ ਵੈਨਕੂਵਰ ਅਤੇ ਵਿਕਟੋਰੀਆ ਦੇ ਘਾਟਾਂ ਤੋਂ ਜਹਾਜ਼ਾਂ 'ਤੇ ਚੜ੍ਹਨ ਵਾਲੇ ਹਿੰਦੁਸਤਾਨੀਆਂ ਨੂੰ ਡਰਾ ਧਮਕਾ ਕੇ ਦੇਸ਼ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉੱਥੇ ਨਾ ਜਾਓ, ਮਾਰੇ ਜਾਓਗੇ, ਬਲਾ ਬਲਾ, ਕਿਉਂਕਿ ਅੰਗਰੇਜ਼ ਪ੍ਰਸਤ ਸੀ ਬੇਲਾ ਸਿੰਘ ਜਾਨ। ਅਤੇ ਬੇਲਾ ਸਿੰਘ ਨੇ ਜੇਬ ਦੇ ਵਿੱਚ ਉਸ ਵਕਤ ਪਿਸਟਲ ਪਾਇਆ ਹੋਇਆ ਸੀ, ਪਰ ਹਿੰਦੁਸਤਾਨੀ ਉਸ ਦੀ ਪਰਵਾਹ ਕੀਤੇ ਬਿਨਾਂ ਜਹਾਜ਼ਾਂ 'ਤੇ ਚੜ੍ਹ ਗਏ। ਇਸ ਗੱਲ ਦਾ ਵੇਰਵਾ VC ਹੌਪਕਿਨਸਨ ਵੀ ਆਪਣੀ ਰਿਪੋਰਟ 'ਚ ਕਰਦਾ ਅਤੇ ਹਿਊਗ ਜੋਸਟਨ ਵੀ ਆਪਣੀ ਕਿਤਾਬ ਦੀ ਵੋਇਸ ਆਫ ਕਾਮਾਗਾਟਾ ਮਾਰੂ ਦੇ ਵਿੱਚ ਕਰਦਾ। ਅਤੇ ਪਰ ਗਦਾਰ ਟੋਲੇ ਦੇ ਲਈ ਭਾਈ ਭਾਗ ਸਿੰਘ ਵਰਗੇ ਲੀਡਰਾਂ ਦਾ ਰੋਕਿਆ ਜਾਣਾ ਬਹੁਤ ਜ਼ਰੂਰੀ ਸੀ। ਇਸ ਵਾਸਤੇ ਉਹ ਕੋਈ ਵੀ ਕਦਮ ਚੁੱਕਣ ਲਈ ਤਿਆਰ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਜੇ ਭਾਈ ਭਾਗ ਸਿੰਘ ਵੀ ਇਹਨਾਂ ਦੀ ਲੀਡਰੀ ਕਰਦਾ ਹੋਇਆ ਇੰਡੀਆ ਨੂੰ ਚੱਲ ਪਿਆ ਤਾਂ ਉੱਥੇ ਵੱਡੀ ਬਗਾਵਤ ਕਰੇਗਾ। ਧੜੱਲੇਦਾਰ ਬੰਦਾ ਸੀ। ਬੇਲਾ ਸਿੰਘ ਧੜੇ ਦੇ ਅਰਜਨ ਸਿੰਘ ਦੀ 3 ਸਤੰਬਰ ਨੂੰ ਗੋਲੀ ਲੱਗਣ ਦੇ ਕਾਰਨ ਮੌਤ ਹੋ ਗਈ ਸੀ ਅਤੇ ਬਹੁਤੇ ਲੋਕ ਇਸ ਨੂੰ ਐਕਸੀਡੈਂਟ ਸਮਝਦੇ ਸੀ, ਪਰ ਬੇਲਾ ਸਿੰਘ ਦਾ ਖਿਆਲ ਸੀ ਕਿ ਅਰਜਨ ਸਿੰਘ ਦਾ ਕਤਲ ਹੋਇਆ
ਅਰਜਨ ਸਿੰਘ ਦੇ ਸੰਸਕਾਰ ਤੋਂ ਬਾਅਦ 5 ਸਤੰਬਰ 1914 ਦੀ ਸ਼ਾਮ ਨੂੰ ਵੈਨਕੂਵਰ ਦੇ ਗੁਰੂ ਘਰ ਦੇ ਵਿੱਚ ਸੰਗਤ ਜੁੜੀ। ਗੁਰਦੁਆਰੇ ਦੇ ਉੱਪਰਲੇ ਹਾਲ ਦੇ ਵਿੱਚ 40 ਦੇ ਲਗਭਗ ਬੰਦੇ ਹਾਜ਼ਰ ਸੀ। ਭਾਈ ਬਲਵੰਤ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਨ ਅਤੇ ਭਾਈ ਭਾਗ ਸਿੰਘ ਭਿੱਖੀਵਿੰਡ ਵੀ ਗੁਰੂ ਗ੍ਰੰਥ ਸਾਹਿਬ ਵਾਲੇ ਤਖਤ ਦੇ ਕੋਲ ਹੀ ਬੈਠਾ ਸੀ। ਬੇਲਾ ਸਿੰਘ ਜਾਣ 7 ਵਜਣ ਤੋਂ ਕੁਝ ਮਿੰਟ ਪਹਿਲਾਂ ਰਹਿੰਦਿਆਂ ਪੌੜੀਆਂ ਚੜ੍ਹ ਕੇ ਪਿਛਲੇ ਦਰਵਾਜ਼ੇ ਦੇ ਰਾਹੀਂ ਉੱਪਰਲੇ ਹਾਲ 'ਚ ਦਾਖਲ ਹੋਇਆ। ਮੱਥਾ ਟੇਕ ਕੇ ਗੋਲਕ ਦੇ ਵਿੱਚ ਪੈਸੇ ਪਾਉਣ ਤੋਂ ਬਾਅਦ ਉਹ ਭਾਈ ਭਾਗ ਸਿੰਘ ਦੇ ਪਿੱਛੇ 4-5 ਫੁੱਟ ਦੂਰੀ 'ਤੇ ਬੈਠ ਗਿਆ ਅਤੇ 20-25 ਮਿੰਟ ਬਾਅਦ ਜਦੋਂ ਅਰਦਾਸ ਹੋਣ ਲੱਗੀ ਤਾਂ ਬੇਲਾ ਸਿੰਘ ਜਾਣ ਨੇ ਕਾਹਲੀ ਦੇ ਨਾਲ ਗੁਰੂ ਘਰ ਦੇ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਸਨੇ ਨਿਸ਼ਾਨਾ ਸਾਧ ਕੇ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੋਂ ਗੋਲੀਆਂ ਮਾਰੀਆਂ। ਬੇਲਾ ਸਿੰਘ ਜਾਣ ਦੇ ਦੋਨਾਂ ਹੱਥਾਂ ਦੇ ਵਿੱਚ ਪਿਸਤੌਲਾਂ ਫੜੀਆਂ ਹੋਈਆਂ ਸਨ ਅਤੇ ਉਹ ਗੋਲੀਆਂ ਚਲਾਇਆ ਜਾ ਰਿਹਾ ਸੀ ਅਤੇ ਸਾਰਾ ਹਾਲ ਧੂੰਏ ਨਾਲ ਭਰ ਗਿਆ ਅਤੇ ਕੁਝ ਵਿਖਾਈ ਨਹੀਂ ਸੀ ਦਿੰਦਾ। ਸਾਰੇ ਹਾਲ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਸੀ। ਗੋਲੀਆਂ ਖਤਮ ਹੋਣ ਤੋਂ ਬਾਅਦ ਧੂੰਏ ਅਤੇ ਹਫੜਾ ਦਫੜੀ ਦਾ ਫਾਇਦਾ ਉਠਾ ਕੇ ਇਹ ਬੇਲਾ ਸਿੰਘ ਜਾਣ ਗੁਰਦੁਆਰੇ 'ਚੋਂ ਦੌੜ ਗਿਆ। ਸਾਰੇ ਗੁਰਦੁਆਰੇ ਦੇ ਵਿੱਚ ਹਾਲ ਲਹੂ ਲੁਹਾਨ ਸੀ ਅਤੇ ਬਹੁਤ ਸਾਰੇ ਬੰਦੇ ਜ਼ਖਮੀ ਸਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ। ਭਾਈ ਭਾਗ ਸਿੰਘ ਦੀ ਕਮਰ ਅਤੇ ਮੋਰਾਂ ਦੇ ਵਿਚਕਾਰ ਗੋਲੀਆਂ ਲੱਗੀਆਂ ਸਨ। ਇੱਕ ਗੋਲੀ ਉਸ ਦੀ ਪਿੱਠ ਦੇ ਵਿੱਚੋਂ ਹੋ ਕੇ ਫੇਫੜਿਆਂ ਦੇ ਵਿੱਚ ਜਾ ਫਸੀ। ਡਾਕਟਰਾਂ ਨੇ ਰਾਤ ਨੂੰ ਉਸ ਦੀ ਸਰਜਰੀ ਕੀਤੀ ਅਤੇ ਦੂਸਰੇ ਦਿਨ 1 ਵਜੇ ਪੁਲਿਸ ਬੇਲਾ ਸਿੰਘ ਨੂੰ ਵੀ ਨਾਲ ਲੈ ਕੇ ਹਸਪਤਾਲ ਪੁੱਜੀ। ਭਾਈ ਭਾਗ ਸਿੰਘ ਨੇ ਬੇਲਾ ਸਿੰਘ ਵੱਲ ਵੇਖਦਿਆਂ ਕਿਹਾ ਕਿ ਗੋਲੀਆਂ ਮਾਰਨ ਵਾਲਾ ਬੇਲਾ ਸਿੰਘ ਹੀ ਹੈ। ਭਾਈ ਭਾਗ ਸਿੰਘ ਦੇ ਦੋਸਤ ਅਤੇ ਸਨੇਹੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਮਿਲਣ ਆਏ, ਬੜੇ ਹੌਸਲੇ ਦੇ ਵਿੱਚ ਸਨ। ਪਰ ਅਚਾਨਕ ਭਾਈ ਭਾਗ ਸਿੰਘ ਦੀ ਹਾਲਾਤ ਖਰਾਬ ਹੋ ਗਈ ਅਤੇ ਉਹ ਮਿਲਣ ਆਏ ਸਨੇਹੀਆਂ ਨੂੰ ਕਹਿਣ ਲੱਗੇ ਕਿ ਮਨ ਦੀ ਚਾਹ ਸੀ ਕਿ ਆਜ਼ਾਦੀ ਦੇ ਮੈਦਾਨੇ ਜੰਗ ਦੇ ਵਿੱਚ ਜੂਝ ਕੇ ਸ਼ਹੀਦ ਹੁੰਦਾ, ਪਰ ਭਾਣਾ ਅਮਿੱਟ ਹੈ, ਅੱਜ ਬਿਸਤਰੇ 'ਤੇ ਹੀ ਸਰੀਰ ਛੱਡਣਾ ਪੈ ਰਿਹਾ। ਉਸ ਦੌਰਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੀ ਸਿਹਤ ਹੋਰ ਖਰਾਬ ਹੋ ਗਈ ਅਤੇ ਉਹਨਾਂ ਨੇ ਅੱਖਾਂ ਮੀਟ ਲਈਆਂ ਅਤੇ ਹਿੰਦੁਸਤਾਨੀ ਕਮਿਊਨਿਟੀ ਦੇ ਹਰਮਨ ਪਿਆਰੇ ਲੀਡਰ ਅਤੇ ਕੈਨੇਡਾ ਦੇ ਹਿੰਦੁਸਤਾਨੀ ਆਵਾਸੀਆਂ ਨੂੰ ਅੰਗਰੇਜ਼ ਪ੍ਰਸਤੀ ਤਿਆਗ ਕੇ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼ ਦੇ ਰਾਹ ਪਾਉਣ ਵਾਲੇ ਵੈਨਕੂਵਰ ਦੇ ਇਸ ਗਦਰੀ ਯੋਧੇ ਭਾਈ ਭਾਗ ਸਿੰਘ ਭਿੱਖੀਵਿੰਡ 6 ਸਤੰਬਰ 1914 ਨੂੰ ਲੋਹੜੇ ਵੇਲੇ ਵੈਨਕੂਵਰ ਦੇ ਹਸਪਤਾਲ ਦੇ ਵਿੱਚ ਇਸ ਦੁਨੀਆ ਤੋਂ ਰੁਖਸਤ ਹੋ ਗਏ ਅਤੇ ਇਹ ਸੀ ਭਾਈ ਭਾਗ ਸਿੰਘ ਅਤੇ ਉਸਦੇ ਉਸ ਵਕਤ ਪੌਣੇ 3 ਵਰ੍ਹਿਆਂ ਦੇ ਪੁੱਤਰ ਜੋਗਿੰਦਰ ਸਿੰਘ ਅਤੇ ਉਸ ਦੀ ਧੀ ਦੀ ਕਹਾਣੀ ਕਿ ਦੇਖੋ ਪਤਨੀ ਵੀ ਨਹੀਂ ਸੀ, ਨਿਕੜੀ ਧੀ ਕਰਮ ਕੌਰ 6 ਮਹੀਨਿਆਂ ਦੀ ਸੀ ਉਸ ਵਕਤ, 7 ਕੁ ਮਹੀਨਿਆਂ ਦੀ ਹੋਣੀ ਹੈ ਜਦੋਂ ਇਹਨਾਂ ਦੀ ਮੌਤ ਹੋਈ ਹੈ ਅਤੇ ਇਹਨਾਂ ਦਾ ਪੁੱਤਰ ਉਸ ਵਕਤ 34 ਮਹੀਨਿਆਂ ਦਾ ਸੀਗਾ ਅਤੇ ਜਦੋਂ ਇਸ ਦੀ ਮੌਤ ਹੋਈ ਆ। ਸੋ ਇਹ ਸੀ ਹਾਲਾਤ ਮੁਲਕ ਮੇਰੇ ਦੇ ਕਿ ਉਦੋਂ ਵੀ ਦੇਖੋ ਕਿ ਗੁਰੂ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਸੀ ਕਿ ਕਿਸ ਤਰ੍ਹਾਂ ਦੇ ਜਿਹੜੇ ਗਦਾਰ ਸੀਗੇ ਉਹ ਕਿਸ ਤਰ੍ਹਾਂ ਉਹਨਾਂ ਨੇ ਗਦਾਰੀਆਂ ਕੀਤੀਆਂ। ਗੁਰੂ ਘਰ ਦੇ ਹਾਲ ਦੇ ਵਿੱਚ ਵੀ ਕਿਸ ਤਰ੍ਹਾਂ ਦੀ ਕਹਾਣੀ ਜਿਹੜੀ ਆ ਵਾਪਰਦੀ ਹੈ ਅਤੇ ਪਰ ਫਿਰ ਵੀ ਉਹਨਾਂ ਸ਼ਹੀਦਾਂ ਮਰੀਦਾਂ ਨੂੰ ਜ਼ਰੂਰ ਯਾਦ ਕਰਨਾ ਬਣਦਾ ਹੈ ਜਿਨ੍ਹਾਂ ਦੀ ਬਦੌਲਤ ਅਸੀਂ ਇਹਨਾਂ ਆਜ਼ਾਦ ਹਵਾਵਾਂ ਫਿਜ਼ਾਵਾਂ ਨੂੰ ਮਾਣਦੇ ਹਾਂ। ਅਤੇ ਇਸ ਕਰਕੇ ਅੱਜ ਚਰਚਾ ਉਹਨਾਂ ਮਹਾਨ ਸ਼ਹੀਦਾਂ ਦੇ ਮੁਤਲਕ ਹੋਈ ਹੈ ਅਤੇ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਇਹਨਾਂ ਦੇ ਬਾਰੇ ਜ਼ਰੂਰ ਜਾਣਕਾਰੀਆਂ ਦਿਆ ਕਰੋ। ਅਤੇ ਇਸ ਦੇ ਨਾਲ ਨਾਲ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਸਪੋਂਸਰ ਸਾਹਿਬ ਦਾ ਵੀ ਧੰਨਵਾਦ ਹੈ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦੇ ਨੇ। ਸੋ ਅਮਰੀਕਾ ਦੇ ਵਿੱਚ ਵੱਡੀਆਂ ਟੈਕਸ ਫਰਮਾਂ ਨਾਲ 5 ਸਾਲ ਦੇ ਤਜਰਬੇ ਯਾਫਤਾ ਸਾਧ ਤਰਸੇਮ ਸਿੰਘ ਗਿੱਲ ਜਿਨ੍ਹਾਂ ਕੋਲੋਂ ਤੁਸੀਂ ਆਪਣੀ ਰਿਟਰਨ ਭਰਾ ਸਕਦੇ ਹੋ ਬਿਜ਼ਨਸ ਕਾਰੋਬਾਰ ਵਪਾਰ ਦੀ ਅਤੇ ਜਾਂ ਫਿਰ ਇਮੀਗ੍ਰੇਸ਼ਨ ਦਾ ਕੋਈ ਕਾਰਜ ਹੈ ਤਾਂ ਵੀ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ।